परम सत्कारयोग उपस्थित साध संगत जी, सब अपनी अपनी रसना ਨੂੰ ਪਵਿੱਤਰ ਕਰੀਏ। ਉਸ 12ਵੇਂ ਨਾਨਕ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਫਿਰ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਧੰਨ ਸ੍ਰੀ ਜਗਜੀਤ ਸਿੰਘ। ਵਕਤ ਦੇ ਮਾਲਕ ਨੂੰ ਯਾਦ ਕਰੀਏ। ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਸ਼ੁਰੂ ਕਰਨ ਜਾ ਰਹੇ ਹਾਂ। ਸੱਚ ਪਾਤਸ਼ਾਹ ਜੀ ਬਖਸ਼ਿਸ਼ ਰੱਖਣ, ਉਹਨਾਂ ਦਾ ਹਰ ਜਸ ਕਰਨ ਦਾ ਬਲ ਬਖਸ਼ਣ। ਜਿਸ ਤਰ੍ਹਾਂ ਉਹਨਾਂ ਦੀ ਰਜਾ ਹੋਵੇ ਉਸ ਤਰ੍ਹਾਂ ਆਪਣਾ ਉਹ ਜਸ ਕਰਵਾਉਣ। ਸਤਿਗੁਰੂ ਰਾਮ ਸਿੰਘ ਜੀ ਰਾਮਖੜੀਆਂ ਦੀ ਕੁੱਲ ਵਿੱਚ ਅਵਤਾਰ ਧਾਰਿਆ। ਮਠਾੜੂ ਗੋਤ। ਜੇ ਅਸੀਂ ਥੋੜ੍ਹਾ ਜਿਹਾ ਇਤਿਹਾਸ ਨੂੰ ਪੜ੍ਹੀਏ, ਸਤਿਗੁਰੂ ਰਾਮ ਸਿੰਘ ਜੀ ਦੇ ਜਿਹੜੇ ਵੱਡੇ ਵਡੇਰੇ ਸਨ ਉਹ ਰਾਮਗੜੀਆ ਕੁੱਲ ਵਿੱਚ, ਰਾਮਗੜੀਏ ਜਿਹੜੇ ਸਨ ਉਹ ਬੰਗਲੌਰ ਵਿੱਚ ਰਹਿੰਦੇ ਸਨ। ਬੰਗਲੌਰ ਤੋਂ ਉਹ ਅਲਵਰ ਰਿਆਸਤ ਵਿੱਚ ਆਏ। ਇੱਕ ਦਿਨ ਮੇਰੇ ਵੈਸੇ ਹੀ ਦਿਮਾਗ ਵਿੱਚ ਆਇਆ, ਮੈਂ ਕਿਹਾ ਵੀ ਸਤਿਗੁਰੂ ਜਗਜੀਤ ਸਿੰਘ ਜੀ ਭੈਣੀ ਸਾਹਿਬ ਤੋਂ ਕਿੰਨੀ ਦੂਰ ਹੈ ਬੰਗਲੌਰ, ਇੰਨੀ ਦੂਰ ਜਾ ਕੇ ਕਿਉਂ ਉਹਨਾਂ ਨੇ ਫਾਰਮ ਖਰੀਦਿਆ। ਅਤੇ ਫਿਰ ਜਿੱਦਣ ਮੈਂ ਪੜ੍ਹਦਿਆਂ ਮੈਨੂੰ ਸਾਹਮਣੇ ਆਇਆ, ਸਤਿਗੁਰੂ ਰਾਮ ਸਿੰਘ ਜੀ ਦੀ ਬੰਸਾਵਲੀ ਪੜ੍ਹ ਰਿਹਾ ਸੀ, ਉਹ 'ਚ ਆਇਆ ਕਿ ਸੱਚ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਵਡੇਰੇ ਸਨ ਉਹ ਬੰਗਲੌਰ ਤੋਂ ਸਨ। ਅਤੇ ਫਿਰ ਉਸ ਦਿਨ ਮੇਰੇ ਦਿਮਾਗ 'ਚ ਆਇਆ ਵੀ ਇਹ ਸਤਿਗੁਰ ਦੀ ਰਜਾ ਆ। ਸਾਨੂੰ ਤਾਂ ਕਿੰਨੇ ਸਾਲਾਂ ਬਾਅਦ ਜਾ ਕੇ ਸਮਝ ਆਈ ਕਿ ਸੱਚ ਪਾਤਸ਼ਾਹ ਜੀ ਕਿੱਥੇ ਕਿਉਂ ਕਿਰਪਾ ਕਰਦੇ ਨੇ, ਇਹ ਉਹਨਾਂ ਨੂੰ ਪਤਾ ਆ। ਇਹਨਾਂ ਦੇ ਵੱਡੇ ਵਡੇਰੇ ਜਿਹੜੇ ਸਨ ਉਹ ਲੱਕੜੀ ਦਾ ਕਾਰੀਗਰ ਸਨ, ਲੁਹਾਰ ਸਨ। ਲੁਹਾਰ ਤੋਂ ਭਾਵ ਲੋਹੇ ਦਾ ਕੰਮ ਕਰਦੇ ਸਨ। ਇਮਾਰਤਾਂ ਬਣਾਉਂਦੇ ਸਨ। ਇਮਾਰਤਾਂ 'ਚ ਜਿਹੜੀ ਮੀਨਾਕਾਰੀ ਕੀਤੀ ਜਾਂਦੀ ਹੈ ਉਹਦੇ ਵਿੱਚ ਬਹੁਤ ਮਾਹਿਰ ਸਨ। ਮੀਨਾਕਾਰੀ ਤੋਂ ਬੱਚਿਆਂ ਨੂੰ ਦੱਸ ਦਈਏ ਕਿ ਡਿਜ਼ਾਇਨਿੰਗ ਜਿਹੜੀ ਕਰਦੇ ਹਾਂ, ਤੁਸੀਂ ਦੇਖਦੇ ਹੋ ਕਿ ਸਟੋਨ ਦੇ ਉੱਤੇ ਡਿਜ਼ਾਇਨਿੰਗ ਹੁੰਦੀ ਹੈ ਜਿਹੜੀ, ਉਹਦੇ ਵਿੱਚ ਉਹ ਬਹੁਤ ਮਾਹਿਰ ਸਨ, ਬਹੁਤ ਸੋਹਣੀ ਕਰ ਲੈਂਦੇ ਸਨ। ਇਹ ਬੰਗਲੌਰ ਤੋਂ ਅਲਵਰ ਰਿਆਸਤ ਵਿੱਚ ਆਏ। ਅਲਵਰ ਰਿਆਸਤ ਵਿੱਚ ਵੀ ਆਣ ਕੇ ਇਹੀ ਕੰਮ ਕਰਦੇ ਰਹੇ। ਅਲਵਰ ਰਿਆਸਤ ਤੋਂ ਲੁਧਿਆਣੇ ਜ਼ਿਲ੍ਹੇ ਦੇ ਕੋਲ ਵੱਡੀ ਲਲ ਤੋਂ ਇੱਕ ਪਿੰਡ ਆ, ਉਸ ਵਿੱਚ ਆਣ ਕੇ ਰਹਿਣ ਲੱਗੇ। ਲੁਧਿਆਣੇ ਦੇ ਵਿੱਚ ਹਰਸਾ ਨਾਮ ਦਾ ਇੱਕ ਕਾਰੀਗਰ ਸੀ। ਹਰਸਾ ਬਹੁਤ ਵਧੀਆ ਆਇਰਨ ਬਣਾਉਂਦਾ ਸੀ। ਜਿਹੜੀ ਆਇਰਨ ਹੁੰਦੀ ਹੈ, ਜਦੋਂ ਮੈਟਲ ਦਾ ਕੰਮ ਕਰਦੇ ਨੇ, ਉਹ ਇੱਕ ਪੀਸ ਹੁੰਦਾ ਛੋਟਾ ਜਿਹਾ, ਬਹੁਤ ਸਟਰੋਂਗ ਹੁੰਦਾ ਹੈ, ਉਹਦੇ ਉੱਤੇ ਲੋਹੇ ਦਾ ਕੰਮ ਕੀਤਾ ਜਾਂਦਾ ਹੈ। ਉਹਦੀ ਆਇਰਨ ਬਹੁਤ ਮਸ਼ਹੂਰ ਸੀ ਕਿ ਜਿਹੜੀ ਆਇਰਨ ਇਹ ਹਰਸਾ ਸਿੰਘ ਬਣਾਉਂਦਾ, ਇਸ ਤਰ੍ਹਾਂ ਦੀ ਮਾਰਕੀਟ ਵਿੱਚ ਦੂਰ ਦੂਰ ਦੇ ਇਲਾਕਿਆਂ ਵਿੱਚ ਇੰਨੀ ਸਟਰੋਂਗ, ਇੰਨੀ ਵਧੀਆ ਆਇਰਨ ਨਹੀਂ ਸੀ ਕੋਈ ਹੋਰ ਬਣਾਉਂਦਾ। ਹਰਸੇ ਦੇ ਘਰੋਂ ਪਤਨੀ ਦਾ ਨਾਂ ਸੀ ਪ੍ਰੇਮਾ। ਹਰਸੇ ਦੇ ਘਰ ਪੁੱਤਰ ਹੋਇਆ ਗੁਰਸਾ। ਗੁਰਸੇ ਦੀ ਪਤਨੀ ਨੰਦ। ਗੁਰਸੇ ਦੇ ਘਰ ਪੁੱਤਰ ਹੋਇਆ ਸੋਹਲ। ਸੋਹਲ ਦੀ ਜਿਹੜੀ ਪਤਨੀ ਸੀ ਉਹਦਾ ਨਾਂ ਸੀ ਭਾਗੋ। ਇਹ ਵੀ ਉਹੀ ਕਾਰਜ ਕਰਦੇ ਰਹੇ, ਲੁਹਾਰੀ ਦਾ ਕਾਰਜ ਹੀ ਕਰਦੇ ਰਹੇ। ਸੋਹਲ ਦੇ ਘਰ ਪੁੱਤਰ ਹੋਇਆ ਲੱਦਾ। ਲੱਦੇ ਦੀ ਪਤਨੀ ਦਾ ਨਾਂ ਸੀ ਧਨਦੇਈ। ਲੱਦੇ ਦੇ ਘਰ 4 ਪੁੱਤਰਾਂ ਨੇ ਜਨਮ ਲਿਆ: ਨੱਥਾ ਸਿੰਘ, ਜੱਸਾ ਸਿੰਘ, ਸਾਹਿਬ ਸਿੰਘ ਅਤੇ ਸਰਵਣ ਸਿੰਘ। ਜੱਸਾ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਬਾਬਾ ਜੱਸਾ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਪਿਤਾ ਜੀ ਆਖਦੇ ਹਨ। ਹੁਣ ਇਹ ਲਲਤੋਂ ਪਿੰਡ ਵਿੱਚ ਰਹਿੰਦੇ ਸਨ। ਜਿਹੜਾ ਰਾਈਆਂ ਪਿੰਡ ਆ, ਰਾਈਆਂ ਪਿੰਡ ਦੇ ਜਿਹੜੇ ਜ਼ਿਮੀਂਦਾਰ ਸਨ, ਕਿਸਾਨ ਸਨ, ਉਹ ਜਦੋਂ ਆਪਣਾ ਕਿਸਾਨੀ ਦਾ ਕੰਮ ਕਰਦੇ ਨੇ, ਉਹਨਾਂ ਲਈ ਆਪਣੇ ਸੰਦ ਚਾਹੀਦੇ ਨੇ, ਟੂਲ ਚਾਹੀਦੇ ਨੇ ਉਹਨਾਂ ਨੂੰ। ਜਿਹੜੇ ਉਹ ਮੈਟਲ ਦੇ ਟੂਲ ਹੁੰਦੇ ਸਨ, ਉਹ ਮੈਟਲ ਦੇ ਲੁਹਾਰ ਜਿਹੜੇ ਟੂਲ ਸਨ ਜਾਂ ਲੱਕੜੀ ਦਾ ਕੋਈ ਕੰਮ ਕਰਵਾਉਣਾ, ਉਹ ਇਹਨਾਂ ਨੂੰ ਲਲਤੋਂ ਪਿੰਡ ਜਾਣਾ ਪੈਂਦਾ ਸੀ ਕਰਵਾਉਣ ਲਈ, ਕਿਉਂਕਿ ਇਲਾਕੇ ਵਿੱਚ ਇਹਨਾਂ ਤੋਂ ਵਧੀਆ ਕੋਈ ਹੋਰ ਕਾਰੀਗਰ ਨਹੀਂ ਸੀ ਹੈਗਾ।
ਕਿਉਂਕਿ ਹਰੇਕ ਬੰਦੇ ਦਾ ਜੀ ਕਰਦਾ ਹੈ ਕਿ ਮੈਂ ਵਧੀਆ ਕਿਸਮ ਦੇ ਟੂਲ ਰੱਖਾਂ ਅਤੇ ਮੈਨੂੰ ਜਿਹੜੀ ਇਹ ਫਸਲ ਵਿੱਚ ਕੰਮ ਕਰਨ ਲੱਗਿਆਂ ਬਹੁਤੀ ਤਕਲੀਫ ਨਾ ਹੋਵੇ। ਅੱਜ ਕੱਲ੍ਹ ਤਾਂ ਟਰੈਕਟਰ ਆ ਗਏ ਨੇ, ਇੰਜਨ ਜ਼ੋਰ ਲਾਉਂਦੇ ਨੇ, ਪਰ ਉਸ ਟਾਈਮ 'ਤੇ ਡੰਗਰਾਂ ਨੂੰ ਜ਼ੋਰ ਲਾਉਣਾ ਪੈਂਦਾ ਸੀ, ਨਾਲ ਬੰਦਿਆਂ ਨੂੰ ਵੀ ਜ਼ੋਰ ਲਾਉਣਾ ਪੈਂਦਾ ਸੀ। ਇਸ ਕਰਕੇ ਚੰਗੇ ਸੰਦ ਹੋਣਗੇ, ਚੰਗੇ ਟੂਲ ਹੋਣਗੇ, ਉਹਨਾਂ ਨੂੰ ਕੰਮ ਕਰਨਾ ਸੌਖਾ ਹੋਏਗਾ। ਅਤੇ ਚੰਗੇ ਟੂਲ ਚੰਗੇ ਕਾਰੀਗਰਾਂ ਕੋਲੋਂ ਬਣਵਾਏ ਜਾਂਦੇ ਸਨ। ਇਸ ਕਰਕੇ ਲੋਕ ਬਹੁਤ ਦੂਰ ਜਾਣਾ ਪੈਂਦਾ ਸੀ। ਉਹਨਾਂ ਨੇ ਇੱਕ ਲੰਬੜਦਾਰ ਸੀ ਰਾਈਆਂ ਦਾ, ਚੈਨਾ, ਕਿਉਂਕਿ ਜਿਹੜਾ ਰਾਈਆਂ ਪਿੰਡ ਹੈ ਇੱਥੇ ਰਾਏ ਲੋਕ ਜ਼ਿਆਦਾ ਰਹਿੰਦੇ ਸਨ, ਇਸ ਕਰਕੇ ਰਾਈਆਂ ਪਿੰਡ ਦਾ ਨਾਂ ਰੱਖਿਆ ਗਿਆ ਸੀ। ਇੱਕ ਨੰਬਰਦਾਰ ਸੀ ਜਿਹੜਾ ਚੈਨਾ, ਉਹਨੇ ਆਪਣੇ ਨਾਲ 4-5 ਜ਼ਿਮੀਂਦਾਰ ਇਕੱਠੇ ਕਰਕੇ ਉਹ ਲਲਤੋਂ ਪਿੰਡ ਜਾਂਦਾ ਹੈ। ਬਾਬਾ ਨੱਦਾ ਸਿੰਘ ਨੂੰ ਆਖਦਾ ਜਾ ਕੇ ਕਿ ਸਾਡੇ ਪਿੰਡ ਵਿੱਚ ਕੋਈ ਕਾਰੀਗਰ ਨਹੀਂ ਹੈਗਾ, ਸਾਡੇ ਲਾਲ ਦੇ ਇਲਾਕਿਆਂ ਵਿੱਚ, ਕਿਰਪਾ ਕਰਕੇ 2 ਕਾਰੀਗਰ ਸਾਨੂੰ ਦਿਓ। ਅਤੇ ਨਾਲ ਜਿਵੇਂ ਇੱਕ ਆਪਾਂ ਸਰੋਪਾ ਕਹਿ ਸਕਦੇ ਹਾਂ, ਗਿਫਟ ਕਹਿ ਸਕਦੇ ਹਾਂ, ਉਹਨੂੰ ਕੁਝ ਵੀ ਤੁਸੀਂ ਕਹਿ ਲਓ, ਇਸ ਤਰ੍ਹਾਂ ਦਾ ਇੱਕ ਸਤਿਕਾਰ ਵਜੋਂ ਉਹ ਕੰਬਲ ਲੈ ਕੇ ਗਏ, ਖੇਸ ਲੈ ਕੇ ਗਏ, ਨਾਲ ਉਹਨਾਂ ਨੇ ਗੁੜ ਦੀ ਰੋੜੀ, ਨਾਲ ਪ੍ਰਸ਼ਾਦ, ਗੁੜ ਰੱਖਿਆ, ਹੋਰ ਇੱਦਾਂ ਦੀਆਂ 1-2 ਚੀਜ਼ਾਂ ਉਹ ਲੈ ਕੇ ਗਏ ਸਤਿਕਾਰ ਵਜੋਂ, ਰਿਸਪੈਕਟ ਵਜੋਂ, ਵੀ ਕਿਰਪਾ ਕਰਕੇ ਸਾਡੀ ਅਰਜ਼ ਪ੍ਰਵਾਨ ਕਰੋ ਅਤੇ ਸਾਡੇ ਪਿੰਡ ਵਿੱਚ ਭੇਜੋ। ਫਿਰ ਉਹ ਬਾਬਾ ਨੱਥਾ ਸਿੰਘ ਅਤੇ ਬਾਬਾ ਜੱਸਾ ਸਿੰਘ ਜੀ ਨੂੰ ਰਾਈਆਂ ਪਿੰਡ ਭੇਜ ਦਿੰਦੇ ਨੇ। ਪੰਚਾਇਤ ਜਿਹੜੀ ਸੀ, ਰਾਈਆਂ ਪਿੰਡ ਦੇ ਲੋਕ ਜਿਹੜੇ ਸਨ, ਪੰਚਾਇਤ ਜਿਹੜੀ ਕਮੇਟੀ ਸੀ ਪੰਚਾਇਤ ਇੱਥੋਂ ਰਾਈਆਂ ਪਿੰਡ ਦੀ, ਉਹ ਉਹਨਾਂ ਨੂੰ ਜਗ੍ਹਾ ਦੇ ਦਿੰਦੇ ਨੇ। ਬਾਬਾ ਨੱਥਾ ਸਿੰਘ ਜੀ ਅਤੇ ਬਾਬਾ ਜੱਸਾ ਸਿੰਘ ਜੀ ਆਪਣੇ ਉੱਥੇ ਘਰ ਬਣਾ ਲੈਂਦੇ ਨੇ। ਬਾਬਾ ਨੱਥਾ ਸਿੰਘ ਦੇ 2 ਪੁੱਤਰ ਸਨ, ਦਰਬਾਰਾ ਸਿੰਘ ਅਤੇ ਗੁਲਾਬ ਸਿੰਘ। ਦਰਬਾਰਾ ਸਿੰਘ ਦਾ ਜਨਮ ਲਲਤੋਂ ਪਿੰਡ 'ਚ ਹੋਇਆ ਹੈ ਅਤੇ ਗੁਲਾਬ ਸਿੰਘ ਦਾ ਜਨਮ ਜਿਹੜਾ ਹੈ ਉਹ ਰਾਈਆਂ ਪਿੰਡ ਵਿੱਚ ਆਣ ਕੇ ਹੋਇਆ ਸੀ। ਹੁਣ ਬਾਬਾ ਜੱਸਾ ਸਿੰਘ ਜਿਹੜੇ ਸਨ, ਇਹਨਾਂ ਦੇ ਨੱਥਾ ਸਿੰਘ ਦੀ ਜਿਹੜੀ ਪਤਨੀ ਸੀ ਉਹਦਾ ਨਾਂ ਸੀ ਜੈ ਕੌਰ, ਅਤੇ ਬਾਬਾ ਜੱਸਾ ਸਿੰਘ ਦੀ ਪਤਨੀ ਦਾ ਨਾਂ ਸੀ ਮਾਤਾ ਸਦਾ ਕੌਰ ਜੀ। ਹੁਣ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਹੈ ਉਸ ਰਾਈਆਂ ਨਗਰ ਵਿੱਚ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਜੀ ਦੇ ਪਿਤਾ ਜੀ ਬਾਬਾ ਜੱਸਾ ਸਿੰਘ ਜੀ ਦਾ ਸੁਭਾਅ ਜਿਹੜਾ ਸੀ, ਬਹੁਤ ਕਿਰਤੀ ਸੁਭਾਅ ਸੀ। ਆਪਣੇ ਕੰਮ ਵਿੱਚ ਮਗਨ ਰਹਿਣਾ, ਬੜੀ ਇਮਾਨਦਾਰੀ ਨਾਲ ਕੰਮ ਕਾਰਜ ਕਰਨਾ। ਕੰਮ ਵਿੱਚ ਇਸ ਤਰ੍ਹਾਂ ਦਾ ਸੁਭਾਅ ਸੀ ਕਿ ਹੁਣ ਕਿਸੇ ਦਾ ਕੰਮ ਕਰ ਰਹੇ ਨੇ, ਦੂਸਰਾ ਸਰੀਰ ਆਇਆ ਹੈ, ਉਹ ਕਹਿੰਦਾ ਬਾਬਾ ਜੀ ਮੇਰਾ ਕੰਮ ਖਲੋਤਾ ਆ, ਮੇਰਾ ਕੰਮ ਪਹਿਲਾਂ ਕਰ ਦੇਵੋ। ਐਸਾ ਸਾਧੂ ਸੁਭਾਅ ਸੀ, ਉਹਦਾ ਕੰਮ ਪਹਿਲਾਂ ਕਰਨ ਲੱਗ ਪੈਣਾ, ਜੇ ਦੂਸਰੇ ਨੂੰ ਕਾਹਲੀ ਨਾ ਹੋਵੇ। ਜਿਵੇਂ ਅੱਜ ਕੱਲ੍ਹ ਦਾ ਰੂਲ ਹੈ ਨਾ ਜੀ, ਤੁਸੀਂ ਭਾਵੇਂ ਜੋ ਮਰਜ਼ੀ ਕਰੋ, ਅਸੀਂ ਤਾਂ ਸੀਰੀਅਲ ਵਾਈਜ਼ ਹੀ ਚੱਲਾਂਗੇ, ਦਇਆ ਨਹੀਂ ਹੈਗੀ। ਫਸ ਜਾਂਦਾ ਬੰਦਾ, ਕਈ ਵਾਰ ਲੋੜ ਹੁੰਦੀ ਹੈ ਵੀ ਮੇਰਾ ਜੇ ਪਹਿਲਾਂ ਕਰ ਦਿਓ। ਉਹ ਇਸ ਤਰ੍ਹਾਂ ਆਪਣਾ ਦੂਸਰੇ ਦਾ ਕੰਮ ਛੱਡ ਕੇ, ਜਿਹਦਾ ਜ਼ਰੂਰੀ ਨਾ ਹੋਵੇ, ਜਿਹਨੂੰ ਜ਼ਰੂਰਤ ਹੋਵੇ ਪਹਿਲਾਂ ਉਹਦਾ ਕੰਮ ਕਰ ਲੈਂਦੇ ਸਨ। ਸਾਧੂ ਸੁਭਾਅ ਇਸ ਤਰ੍ਹਾਂ ਦਾ ਸੀ, ਖੇਤਾਂ ਵਿੱਚ ਬੀਜ ਦੇਣਾ ਅਤੇ ਦੁਬਾਰਾ ਜਾਣਾ ਹੀ ਨਾ ਵਾਪਸ, ਜਿਹਨੂੰ ਆਪਾਂ ਕਹਿੰਦੇ ਹਾਂ ਲੁੱਕ ਆਫਟਰ ਨਹੀਂ ਕਰਨੀ, ਕੇਅਰ ਨਹੀਂ ਕਰਨੀ। ਮਾਤਾ ਸਦਾ ਕੌਰ ਜੀ ਨੇ ਆਖਿਆ ਕਿ ਦਿਨ ਵੀ ਤੁਸੀਂ ਆਪਣੇ ਖੇਤਾਂ ਵਿੱਚ ਜਾ ਕੇ ਵੇਖਦੇ ਹੀ ਨਹੀਂ, ਤੁਸੀਂ ਜਿਹੜਾ ਬੀਜ ਪਾ ਕੇ ਆਏ ਹੋ, ਫਸਲ ਬੀਜ ਕੇ ਆਏ ਹੋ, ਹੋਈ ਹੈ ਕਿ ਨਹੀਂ ਹੋਈ, ਕਿਸ ਤਰ੍ਹਾਂ ਦੀ ਹੋਈ ਹੈ, ਤੁਸੀਂ ਤਾਂ ਖੇਤਾਂ 'ਚ ਗੇੜਾ ਹੀ ਨਹੀਂ ਮਾਰਦੇ, ਜਾਓ ਜਾ ਕੇ ਗੇੜਾ ਮਾਰ ਕੇ ਆਇਆ ਕਰੋ। ਬਾਬਾ ਜੱਸਾ ਸਿੰਘ ਜੀ ਗੇੜਾ ਮਾਰਨ ਜਾਂਦੇ ਨੇ ਆਪਣੇ ਖੇਤਾਂ ਵਿੱਚ ਜਾ ਕੇ ਕੀ ਦੇਖਦੇ ਨੇ, ਇੱਕ ਜ਼ਿਮੀਂਦਾਰ ਹੋਰ ਉਹ ਚੋਰੀ ਕਰ ਰਿਹਾ ਸੀ, ਇਹਨਾਂ ਦੇ ਪੱਠੇ ਵੱਢ ਰਿਹਾ ਸੀ ਇਹਨਾਂ ਦੀ ਪੈਲੀ ਵਿੱਚੋਂ। ਹੁਣ ਉਹ ਇਹਨਾਂ ਦੇ ਪੱਠੇ ਵੱਢ ਰਿਹਾ ਸੀ, ਇਹਨਾਂ ਨੇ ਸੋਚਿਆ ਕਿ ਉਹ ਮੈਨੂੰ ਵੇਖ ਕੇ ਡਰ ਜਾਏਗਾ, ਇਹਨਾਂ ਨੇ ਕੰਬਲੀ ਲਈ ਸੀ ਅਤੇ ਕੰਬਲੀ ਨਾਲ ਆਪਣਾ ਮੂੰਹ, ਚਿਹਰਾ ਜਿਹੜਾ ਸੀ ਉਹ ਕਵਰ ਕਰ ਲਿਆ, ਚਿਹਰਾ ਢੱਕ ਲਿਆ ਅਤੇ ਉਹਦੇ ਕੋਲੋਂ ਚੁੱਪ ਕਰਕੇ ਸਿੱਧੇ ਹੀ ਲੰਘ ਚੱਲੇ। ਉਹਨੇ ਸੋਚਿਆ ਕਿ ਇਹ ਤਾਂ ਕੋਈ ਰਾਹ ਹੀ ਜਾਂਦਾ ਹੈ, ਅਤੇ ਉਹਨੇ ਆਖਿਆ ਬਾਬਾ ਜੀ ਮੇਰੀ ਮਦਦ ਕਰਾ ਦਿਓ, ਆ ਪੰਡ ਚੁੱਕੀ ਨਹੀਂ ਜਾਂਦੀ, ਮੇਰੇ ਸਿਰ 'ਤੇ ਰਖਾ ਦਿਓ। ਹੁਣ ਬਾਬਾ ਜੱਸਾ ਸਿੰਘ ਜੀ ਆਪਣੇ ਹੀ ਖੇਤ ਵਿੱਚੋਂ ਚੋਰੀ ਕਰ ਰਹੇ ਹੋਏ ਚੋਰ ਦੇ ਸਿਰ ਦੇ ਉੱਤੇ ਜਾ ਕੇ ਪੰਡ ਰਖਾ ਦਿੰਦੇ ਨੇ, ਜਾ ਬਾਈ ਆਪਣੇ ਘਰ ਲੈ ਜਾ। ਹੁਣ ਜਿਹੜੇ ਪਸ਼ੂਆਂ ਨੂੰ ਜਾ ਕੇ ਉਹ ਚਾਰਾ ਪਾਉਂਦਾ ਹੈ, ਉਹ ਪਸ਼ੂ ਮਰ ਜਾਂਦੇ ਨੇ। ਹੁਣ ਇੱਕ ਦਿਨ ਬੋਲ ਲੱਗਾ ਸੀ, ਬੋਲ ਤੋਂ ਭਾਵ ਕਿ ਜਦੋਂ ਕਣਕ ਹੁੰਦੀ ਹੈ ਜਿਹੜੀ, ਉਹ ਕਣਕ ਨੂੰ ਉਸ ਸਮੇਂ ਵਿੱਚ ਜਿਹੜੇ ਜ਼ਿਮੀਂਦਾਰ ਸਨ ਉਹ ਵੱਢ ਕੇ ਆਪਣੇ ਹੀ ਖੇਤ ਵਿੱਚ ਇੱਕ ਵੱਡਾ ਸਾਰਾ ਢੇਰ ਲਾ ਕੇ ਰੱਖ ਦਿੰਦੇ ਸਨ, ਜਿਹਨੂੰ ਕਿਹਾ ਜਾਂਦਾ ਬੋਲ ਲੱਗਾ ਸੀ। ਬੋਲ ਲਾ ਕੇ ਇਹ ਘਰੇ ਆ ਗਏ। ਰਾਤ ਨੂੰ ਚੋਰਾਂ ਨੇ ਇਹਨਾਂ ਦੇ ਬੋਲ ਵਿੱਚੋਂ ਦਾਣੇ ਚੋਰੀ ਕਰ ਲਏ। ਹੁਣ ਦਾਣੇ ਚੋਰੀ ਕਰ ਲਏ, ਘਰੇ ਜਾ ਕੇ ਜਿਸ ਇਨਸਾਨ ਨੇ ਉਹ ਦਾਣੇ ਖਾਧੇ, ਉਹਦੀ ਖਾਣਾ ਬਣਾ ਕੇ ਖਾਧਾ, ਉਹ ਸਾਰੇ ਹੀ ਮਰ ਗਏ। ਐਸਾ ਪ੍ਰਭਾਵ ਬਾਬਾ ਜੱਸਾ ਸਿੰਘ ਜੀ ਦਾ ਪਿਆ ਕਿ ਉਹਨਾਂ ਦੀ ਰਾਖੀ ਜਿਹੜੀ ਸੀ ਉਹ ਅਕਾਲ ਪੁਰਖ ਆਪ ਕਰਦਾ ਸੀ।
ਅਤੇ ਲੋਕਾਂ ਦੇ ਵਿੱਚ ਇਹ ਗੱਲ ਧੁੰਮ ਗਈ ਕਿ ਜੱਸਾ ਸਿੰਘ ਦੀ ਪੈਲੀ 'ਚੋਂ ਪੱਠੇ ਲਿਜਾ ਕੇ ਪਸ਼ੂ ਮਰਦੇ ਨੇ, ਉਹਦਾ ਧਨ ਚੋਰੀ ਕਰ ਲਓ ਅਤੇ ਜੀਵ ਮਰ ਜਾਂਦੇ ਨੇ ਜਿਹੜੇ ਖਾਂਦੇ ਨੇ। ਇਸ ਕਰਕੇ ਜਿਹੜੇ ਜ਼ਿਮੀਂਦਾਰ ਸਨ ਉਹ ਇੰਨਾ ਡਰਨ ਲੱਗ ਗਏ ਕਿ ਜੇ ਉਹਨਾਂ ਦਾ ਜਾਨਵਰ ਗਲਤੀ ਨਾਲ ਵੀ ਬਾਬਾ ਜੱਸਾ ਸਿੰਘ ਦੀ ਪੈਲੀ ਵੱਲ ਨੂੰ ਜਾਂਦਾ ਸੀ ਤਾਂ ਉਹਨੂੰ ਮੋੜ ਕੇ ਲੈ ਆਉਂਦੇ ਸੀ ਕਿ ਉੱਥੋਂ ਨਾ ਖਾ ਲਈ, ਮਰ ਜਾਏਗਾ ਤੂੰ। ਇਸ ਤਰ੍ਹਾਂ ਦਾ ਸਾਧੂ ਸੁਭਾਅ ਸੀ, ਕਿਸੇ ਨੂੰ ਕੁਝ ਵੀ ਨਹੀਂ ਸੀ ਆਖਦੇ। ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੁਸੀਂ ਉਸ ਦਿਨ ਬਲਵੰਤ ਸਿੰਘ ਪਾਸੋਂ ਸੁਣਿਆ ਸੀ, ਕਿੰਨੀ ਡਿਟੇਲ ਨਾਲ ਉਹਨੇ ਦੱਸਿਆ। ਮੈਂ 2 ਮਿੰਟ 'ਚ ਦੱਸ ਕੇ ਅੱਗੇ ਚੱਲਾਂਗਾ। ਮਾਤਾ ਸਦਾ ਕੌਰ ਜੀ ਦੇ ਘਰ ਜਦੋਂ ਸਮਾਂ ਹੋਇਆ ਪੁੱਤਰ ਹੋਣ ਦਾ, ਜਿਹੜੀ ਉਹ ਦਾਈ ਸੀ ਉਹਦਾ ਨਾਂ ਸੀ ਰਹਿਮਤੋ ਕਸ਼ਮੀਰਨ। ਉਹ ਦਾਈ ਘਰੇ ਆਈ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਹੁੰਦਾ ਹੈ, ਪ੍ਰਸੂਤ ਦਾ ਸਮਾਂ ਹੋਇਆ, ਇੱਕ ਮਸ਼ਕ ਜਿਹੀ ਆਕਾਰ ਦੀ ਚੀਜ਼ ਜਨਮੀ। ਜਦੋਂ ਉਹ ਜਨਮੀ ਅਤੇ ਉਹਦੇ ਵਿੱਚ ਕੋਈ ਹੱਡ ਨਹੀਂ, ਕੋਈ ਪ੍ਰਾਣ ਨਹੀਂ, ਕੁਝ ਨਹੀਂ ਇਸ ਤਰ੍ਹਾਂ ਦਾ। ਅਤੇ ਦਾਈ ਨੇ ਬਾਬਾ ਜੱਸਾ ਸਿੰਘ ਜੀ ਨੂੰ ਸੱਦਿਆ ਕਿ ਬਾਬਾ ਜੀ ਆਹ ਕੀ ਹੋਇਆ। ਬਾਬਾ ਜੀ ਨੇ ਉਹਨੂੰ ਤੀਲਾ ਲਾਇਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਹਿੰਦੂ ਮਤ ਅਨੁਸਾਰ ਇਸ ਤਰ੍ਹਾਂ ਦੀ ਚੀਜ਼ ਨੂੰ ਘਰੋਂ ਬਾਹਰ ਨਹੀਂ ਲਿਜਾਇਆ ਜਾਂਦਾ। ਬਾਬਾ ਜੱਸਾ ਸਿੰਘ ਜੀ ਨੇ ਟੋਆ ਪੁੱਟ ਕੇ ਅੰਦਰ ਕਮਰੇ ਵਿੱਚ ਹੀ ਦੱਬ ਦਿੱਤਾ ਅਤੇ ਰਾਮ ਰਾਮ ਦਾ ਭਜਨ ਕਰਦੇ ਹੁੰਦੇ ਸਨ। ਕਹਿੰਦੇ, ਹੇ ਰਾਮ ਕੀ ਥਾ, ਕੀ ਹੋ ਗਿਆ। ਹੁਣ ਇਹ ਸਮਾਂ ਹੋ ਗਿਆ, ਮਾਤਾ ਜੀ ਇਸ਼ਨਾਨ ਕਰਨ ਚਲੇ ਗਏ। ਸਭ ਦੇ ਮਨ ਜਿਹੜੇ ਖੁਸ਼ੀਆਂ ਵਾਲੇ ਸਨ ਉਹ ਮੁਰਝਾ ਗਏ। ਜਦੋਂ ਮਾਤਾ ਜੀ ਇਸ਼ਨਾਨ ਕਰਕੇ ਵਾਪਸ ਆਉਂਦੇ ਨੇ ਅਤੇ ਉਹ ਇੱਕਦਮ ਦੇਖਦੇ ਨੇ ਕਿ ਕਮਰੇ ਵਿੱਚ ਬੜਾ ਪ੍ਰਕਾਸ਼ ਹੁੰਦਾ ਹੈ। ਅਤੇ ਜਦੋਂ ਉਹ ਅੰਦਰ ਆਉਂਦੇ ਨੇ ਤਾਂ ਆਉਂਦਿਆਂ ਨੂੰ ਪ੍ਰਕਾਸ਼ ਨਹੀਂ ਹੈਗਾ, ਪਰ ਉਸ ਮੰਜੇ 'ਤੇ ਇੱਕ ਬਾਲਕ ਖੇਡ ਰਿਹਾ ਹੈ। ਇਤਨਾ ਸੁੰਦਰ ਬਾਲਕ ਹੈ ਜਿਹਦਾ ਸੂਰਜ ਵਰਗਾ ਪ੍ਰਕਾਸ਼ ਆ, ਤੇਜ ਆ। ਇੱਕ ਵਾਰੀ ਵੇਖ ਲਓ ਤਾਂ ਮਨ ਰੱਜਦਾ ਹੀ ਨਹੀਂ, ਜੀਅ ਕਰਦਾ ਬਾਰ-ਬਾਰ ਵੇਖੀ ਜਾਈਏ। ਜਦੋਂ ਇਸ ਤਰ੍ਹਾਂ ਦੀ ਖੇਡ ਵਰਤੀ, ਜਿਹੜੇ ਮਨ ਉਦਾਸ ਸਨ ਉਹ ਖੁਸ਼ੀਆਂ ਵਿੱਚ ਤਬਦੀਲ ਹੋ ਗਏ। ਬਾਬਾ ਜੱਸਾ ਸਿੰਘ ਜੀ ਨੂੰ ਵਧਾਈਆਂ ਮਿਲਣ ਲੱਗੀਆਂ। ਜਿਹੜੀ ਉਹ ਦਾਈ ਸੀ, ਦਾਈ ਨੂੰ ਜਦੋਂ ਪਤਾ ਲੱਗਾ, ਉਹ ਕਹਿੰਦੀ ਤੁਸੀਂ ਝੂਠ ਬੋਲਦੇ ਹੋ, ਉਹਨਾਂ ਦੇ ਘਰ 'ਤੇ ਮਸ਼ਕ ਵਰਗੀ ਆਕਾਰ ਦੀ ਇੱਕ ਚੀਜ਼ ਪੈਦਾ ਹੋਈ ਸੀ, ਮੈਂ ਉਹ ਆਪ ਦੱਬ ਕੇ ਆਈ ਹਾਂ, ਤੁਸੀਂ ਕਿਵੇਂ ਕਹਿੰਦੇ ਹੋ ਘਰੇ ਬਾਲਕ ਆ। ਉਹਨਾਂ ਦੇ ਘਰ 'ਤੇ ਇਸ ਤਰ੍ਹਾਂ ਕੁਝ ਵੀ ਨਹੀਂ ਸੀ ਪੈਦਾ ਹੋਇਆ। ਜਦੋਂ ਉਹ ਆਪ ਆਣ ਕੇ ਦੇਖਦੀ ਏ ਅਤੇ ਫਿਰ ਉਹ ਆਂਦੀ ਏ, ਲੋਕੋ ਇਹ ਖਾਕੀ ਨਹੀਂ, ਇਹ ਨੂਰੀ ਏ, ਇਹ ਕੋਈ ਸਧਾਰਨ ਬਾਲਕ ਨਹੀਂ, ਇਹ ਤਾਂ ਆਪ ਪਰਮੇਸ਼ਰ ਆਇਆ। ਉਹਨੇ ਪਿੰਡ ਵਿੱਚ ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਦੱਸਿਆ। ਅਤੇ ਉਹ ਸਤਿਗੁਰੂ ਰਾਮ ਸਿੰਘ ਜੀ ਕੋਲ ਬਚਪਨ 'ਚ ਬਾਲਪਨ 'ਚ ਜਦੋਂ ਉਦੋਂ ਆਈ ਕੋਲ, ਕਹਿੰਦੀ ਇਹ ਕੋਈ ਐਡਾ ਤਗੜਾ ਮਹਾਂਪੁਰਸ਼ ਆ, ਮੈਂ ਇੰਨੇ ਬੱਚਿਆਂ ਨੂੰ ਮੇਰੇ ਹੱਥਾਂ ਦੇ ਰਾਹੀਂ ਜਨਮ ਹੋਇਆ, ਪਰ ਇਹਨੇ ਮੇਰੇ ਹੱਥਾਂ ਰਾਹੀਂ ਜਨਮ ਨਹੀਂ ਲਿਆ। ਮੈਂ ਅਭਾਗਣ ਆ, ਪਤਾ ਨਹੀਂ ਕੀ ਮੇਰੇ ਤੋਂ ਐਸਾ ਅਪਰਾਧ ਹੋਇਆ ਕਿ ਮੈਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ। ਇਸ ਤਰ੍ਹਾਂ ਲੋਕ ਜਿਹੜੇ ਸੀ ਵਧਾਈਆਂ ਦੇਣ ਲੱਗ ਗਏ। ਸਤਿਗੁਰੂ ਰਾਮ ਸਿੰਘ ਜੀ ਜਿਹੜੇ ਸਨ ਉਹ 1 ਮਹੀਨੇ ਦੇ ਗਰਦਨ ਚੁੱਕ ਕੇ ਦਰਸ਼ਨ ਦੇਣ ਲੱਗ ਗਏ। ਮਾਤਾ ਸਦਾ ਕੌਰ ਜੀ ਬਹੁਤ ਉਹਨਾਂ ਦਾ ਧਿਆਨ ਰੱਖਦੇ ਨੇ, ਬਸਤਰ ਸਾਫ਼ ਰੱਖਦੇ ਨੇ, ਮਰਜ਼ਾਦਾ ਪੂਰੀ ਰੱਖਦੇ ਨੇ। ਸਤਿਗੁਰੂ ਰਾਮ ਸਿੰਘ ਜੀ ਥੋੜ੍ਹੇ ਜਿਹੇ ਸਮੇਂ ਦੇ ਹਲੇ 4-5 ਮਹੀਨਿਆਂ ਦੇ ਹੋਏ ਸਨ ਕਿ ਮਾਤਾ ਸਦਾ ਕੌਰ ਜੀ ਉਹ ਆਪਣੇ ਪੇਕੇ ਗਏ ਨੰਗਲ ਉਹਨਾਂ ਦੇ ਪੇਕੇ ਸਨ। ਪੇਕੇ ਗਏ, ਉੱਥੇ ਜਾ ਕੇ ਜਦੋਂ ਪਰਿਵਾਰ ਨੂੰ ਦੱਸਿਆ ਕਿ ਇਸ ਤਰ੍ਹਾਂ ਘਰ ਵਿੱਚ ਬਾਲਕ ਨੇ, ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਨੇ ਜਨਮ ਲਿਆ, ਅਤੇ ਜਿਹੜਾ ਵੀ ਸੁਣਦਾ ਹੈ ਬੜਾ ਹੈਰਾਨ ਹੋ ਜਾਂਦਾ ਹੈ ਅਤੇ ਉਹ ਆਣ ਕੇ ਮੱਥੇ ਟੇਕਦੇ ਨੇ ਕਿ ਐਸਾ ਅਤੇ ਕਿਸੇ ਬਾਲਕ ਨੂੰ ਅੱਜ ਤੱਕ ਅਸੀਂ ਸੁਣਿਆ ਵੀ ਨਹੀਂ ਇਤਿਹਾਸ ਵਿੱਚ ਕਿ ਇਸ ਤਰ੍ਹਾਂ ਹੋਇਆ ਹੋਵੇ। ਧੰਨ ਭਾਗ ਨੇ ਕਿ ਸਾਡੀ ਕੁਲ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਪਰਮੇਸ਼ਵਰ ਰੂਪ ਨੇ, ਅਕਾਲ ਪੁਰਖ ਨੇ ਆਪ ਜਨਮ ਧਾਰਿਆ। ਜਦੋਂ ਸਤਿਗੁਰੂ ਰਾਮ ਸਿੰਘ ਜੀ ਆਪਣੀ ਮਾਤਾ ਦੇ ਨਾਲ ਨੰਗਲ ਗਏ ਸਨ ਅਤੇ ਜਿਹੜਾ ਆਪਾਂ ਅੱਜ ਕੱਲ੍ਹ ਸ੍ਰੀ ਭੈਣੀ ਸਾਹਿਬ ਆਪਣਾ ਪਿੰਡ ਆ, ਇਹ ਉਸ ਵੇਲੇ ਭੈਣੀ ਸਾਹਿਬ ਦਾ ਨਾਮ ਭੂੰਦੜ ਭੈਣੀ ਹੋਇਆ ਕਰਦਾ ਸੀ। ਰਾਈਆਂ ਦਾ ਇੱਕ ਜ਼ਿਮੀਂਦਾਰ ਸੀ ਜਿਹਦਾ ਨਾਂ ਭੂੰਦੜ ਸੀ। ਉਹਦੀ ਪੈਲੀ, ਕਿਉਂਕਿ ਭੈਣੀ ਸਾਹਿਬ ਰਾਈਆਂ ਤੋਂ ਸਿਰਫ 1 ਕਿਲੋਮੀਟਰ, 1.25 ਕਿਲੋਮੀਟਰ, ਵੱਧ ਤੋਂ ਵੱਧ 1.5 ਕਿਲੋਮੀਟਰ ਤੋਂ ਵੱਧ ਦੂਰ ਨਹੀਂ ਹੈਗਾ। ਉਹਦੀ ਪੈਲੀ ਇੱਥੇ ਸੀ, ਜ਼ਮੀਨ ਇੱਥੇ ਸੀ। ਉਹਨੇ ਸੋਚਿਆ ਕਿ ਰੋਜ਼ ਆਉਣਾ ਜਾਣਾ ਪੈਂਦਾ ਹੈ,
ਸਾਧਨ ਤੇ ਅੱਜ ਵਰਗੇ ਨਹੀਂ ਸਨ। ਉਹਨੇ ਆਪਣੇ ਖੇਤਾਂ ਵਿੱਚ ਘਰ ਬਣਾ ਲਿਆ। ਜਦੋਂ ਉਹਨੇ ਖੇਤਾਂ ਵਿੱਚ ਘਰ ਬਣਾ ਲਿਆ, ਉਹਨੂੰ ਵੇਖ ਕੇ 20-25 ਲੋਕਾਂ ਨੇ ਹੋਰਾਂ ਨੇ ਘਰ ਬਣਾ ਲਿਆ। ਉਹ ਇੱਕ ਛੋਟਾ ਜਿਹਾ ਲੋਕੀ ਰਹਿਣ ਲੱਗ ਗਏ। ਉਸ ਥਾਂ ਦਾ ਨਾਂ ਬਣ ਗਿਆ ਭੂੰਦੜ ਭੈਣੀ ਭੂੰਦੜ, ਕਿਉਂਕਿ ਉਹ ਭੂੰਦੜ ਜਿਹੜਾ ਜ਼ਿਮੀਂਦਾਰ ਸੀ ਉਹ ਆਇਆ ਸੀ। ਕੁਝ ਸਮਾਂ ਪਾ ਕੇ ਉਹ ਜ਼ਿਮੀਂਦਾਰ ਮਰ ਗਿਆ। ਜਦੋਂ ਉਹ ਮਰ ਗਿਆ, ਉਸ ਤੋਂ ਬਾਅਦ ਉਸ ਪਿੰਡ ਵਿੱਚ ਜਿਹੜੇ ਸਨ ਲੋਕ, ਉਹ ਫਿਰ ਵਾਪਸ ਰਾਈਆਂ ਵਿੱਚ ਆ ਗਏ। ਉੱਥੇ ਕੋਈ ਨਹੀਂ ਸੀ ਰਹਿਣ ਲੱਗਦਾ। ਉਹ ਫਿਰ ਜਿਹੜੀ ਜਗ੍ਹਾ ਸੀ ਉਹ ਇਸ ਤਰ੍ਹਾਂ ਹੀ ਵੀਰਾਨ ਹੋ ਗਈ। ਫਿਰ ਉਸ ਤੋਂ ਬਾਅਦ ਇੱਕ ਹੋਰ ਨਿਕਲਿਆ ਸੀ ਜ਼ਿਮੀਂਦਾਰ, ਉਹਦਾ ਨਾਮ ਸੀ ਆਲਾ। ਉਹਨੇ ਜਾ ਕੇ ਫਿਰ ਇਸ ਥਾਂ 'ਤੇ ਆਪਣਾ ਡੇਰਾ ਲਾ ਲਿਆ। ਉਹਦੀ ਵੀ ਜ਼ਮੀਨ ਇੱਥੇ ਸੀ। ਫਿਰ ਇਹਦਾ ਨਾਂ ਹੋ ਗਿਆ ਭੈਣੀ ਆਲਾ, ਕਿਉਂਕਿ ਉਹ ਚਲਾ ਗਿਆ ਉੱਥੇ। ਉਹਨੇ ਆਪਣੇ ਨਾਲ ਹੋਰ ਸਾਥੀ ਆਪਣੇ ਲੈ ਗਿਆ। ਉੱਥੇ ਜਾ ਕੇ ਜਦੋਂ ਉਹਨਾਂ ਨੇ ਭੈਣੀ ਸਾਹਿਬ ਨੂੰ ਵਸਾਇਆ, ਭੈਣੀ ਵਾਲੇ ਨੂੰ, ਅਤੇ ਉਹ ਆਣ ਕੇ ਬਾਬਾ ਜੱਸਾ ਸਿੰਘ ਜੀ ਨੂੰ ਅਰਜ਼ ਕਰਦੇ ਨੇ ਕਿ ਕਿਰਪਾ ਕਰੋ, ਤੁਸੀਂ ਸਾਡੇ ਨਗਰ ਆਓ। ਉਹ ਬਾਬਾ ਜੱਸਾ ਸਿੰਘ ਜੀ ਨੂੰ ਫਿਰ ਭੈਣੀ ਵਾਲਾ ਲੈ ਕੇ ਆਏ। ਜਦੋਂ ਭੈਣੀ ਵਾਲਾ ਲੈ ਕੇ ਆਏ, ਸਤਿਗੁਰੂ ਰਾਮ ਸਿੰਘ ਜੀ ਜਦੋਂ ਆਪਣੇ ਮਾਤਾ ਜੀ ਨਾਲ ਨਾਨਕੇ ਗਏ ਸਨ, ਫਿਰ ਬਾਬਾ ਜੱਸਾ ਸਿੰਘ ਜੀ ਉਹਨਾਂ ਨੂੰ ਲੈਣ ਗਏ। ਜਦੋਂ ਲੈਣ ਗਏ ਤਾਂ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਨਾਨੀ ਜੀ ਸਨ, ਉਹਨਾਂ ਨੇ ਆਖਿਆ ਕਿ ਅਸੀਂ ਬਾਲਕ ਨੂੰ ਹੱਲੇ ਨਹੀਂ ਜਾਣ ਦੇਣਾ। ਜਦੋਂ ਬਾਲਕ ਕਦਮ ਤੁਰਨ ਲੱਗ ਜਾਏਗਾ, ਫਿਰ ਅਸੀਂ ਫਿਰ ਤੁਸੀਂ ਲੈ ਜਾਇਓ। ਉਦੋਂ ਸਤਿਗੁਰੂ ਰਾਮ ਸਿੰਘ ਜੀ ਦੇ ਕਰਕੇ 7 ਮਹੀਨਿਆਂ ਦੀ ਉਮਰ ਸੀ ਉਹਨਾਂ ਦੀ। ਬਾਬਾ ਜੱਸਾ ਸਿੰਘ ਜੀ ਥੋੜ੍ਹਾ ਜਿਹਾ ਚੁੱਪ ਕਰ ਗਏ ਅਤੇ ਬਾਲਕ ਸਰੂਪ ਸਤਿਗੁਰੂ ਰਾਮ ਸਿੰਘ ਜੀ ਮਨ ਵਿੱਚ ਸੋਚਿਆ ਕਿ ਪਿਤਾ ਜੀ ਲੈਣ ਆਏ ਨੇ, ਅਤੇ ਉਹ ਤੇਜ਼ੀ ਨਾਲ ਉੱਠ ਕੇ 5-6 ਕਦਮ ਪੁੱਟ ਕੇ ਉਹਨਾਂ ਦੀ ਗੋਦ ਵਿੱਚ ਜਾ ਕੇ ਬੈਠ ਗਏ। ਸਾਰੇ ਆਖਣ ਲੱਗੇ, ਲਓ ਜੀ, ਬਾਲਕ ਨੇ, ਤੁਸੀਂ 1 ਕਦਮ ਆਖਦੇ ਸੀ, ਬਾਲਕ ਤੇ 5 ਕਦਮ ਤੁਰ ਕੇ ਆ ਗਿਆ। ਅਤੇ ਬਾਬਾ ਜੱਸਾ ਸਿੰਘ ਜੀ ਲੈ ਕੇ ਉਹਨਾਂ ਨੂੰ ਵਾਪਸ ਭੈਣੀ ਵਾਲਾ, ਉਦੋਂ ਬਾਹੋਵਾਲ ਜੀ ਨੇ ਰਾਮਦਾਸਪੁਰਾ ਲਿਖਿਆ। ਜੇ ਮੈਂ ਵੀ ਕਿਤੇ ਰਾਮਦਾਸਪੁਰਾ ਕਹਿ ਦੇਵਾਂ, ਉਹਦਾ ਮਤਲਬ ਭੈਣੀ ਸਾਹਿਬ ਤੋਂ ਹੋਏਗਾ। ਅਤੇ ਬਾਹੋਵਾਲ ਜੀ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ, ਕਿ ਉਹ ਫਿਰ ਭੈਣੀ ਵਾਲਾ ਰਾਮਦਾਸਪੁਰੇ ਲੈ ਕੇ ਆਏ। ਬਾਬਾ ਜੱਸਾ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੂੰ ਬੜੇ ਪਿਆਰ ਨਾਲ ਰਾਮ ਧਨ ਵੀ ਕਿਹਾ ਕਰਦੇ ਸਨ। ਸੱਚ ਪਾਤਸ਼ਾਹ ਜੀ ਹੁਣ ਭੈਣੀ ਸਾਹਿਬ ਰਹਿ ਰਹੇ ਨੇ, ਸਰੀਰ ਦੇ ਅੰਗ ਵੱਧ ਰਹੇ ਨੇ, ਉਮਰ ਵੱਡੀ ਹੋ ਰਹੀ ਹੈ। 5 ਸਾਲ ਦੀ ਉਮਰ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ ਘਰੇ ਸਾਹਨੇਵਾਲ ਦੇ ਲਾਗੇ ਇੱਕ ਪਿੰਡ ਆ ਧਰੋੜ ਪਿੰਡ ਦਾ ਸਾਬੂ, ਉਹ ਘਰੇ ਆਇਆ। ਉਹਨੇ ਆਣ ਕੇ ਵੇਖਿਆ ਕਿ ਬਹੁਤ ਸੁੰਦਰ ਬਾਲਕ ਹੈ। ਉਹਨੇ ਆਪਣੀ ਲੜਕੀ ਦਾ ਰਿਸ਼ਤਾ ਕਰ ਦਿੱਤਾ। ਉਹਨੇ ਜਦੋਂ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਆਪਣੀ ਜੱਸਾਂ ਦਾ ਰਿਸ਼ਤਾ ਤਰਖਾਣ ਬਾਬਾ ਜੱਸਾ ਸਿੰਘ ਜੀ ਦੇ ਘਰੇ ਜਾ ਕੇ ਉਹਨਾਂ ਦੇ ਘਰੇ ਕਰ ਆਇਆ। ਉਹਨਾਂ ਦੀ ਪਤਨੀ ਅੱਗੋਂ ਆਖਣ ਲੱਗੀ, ਉਹ ਤਾਂ ਬੜਾ ਛੋਟਾ ਪਿੰਡ ਆ, ਸਾਡੇ ਡੰਗਰ ਤਾਂ ਉੱਥੇ ਚਰਨ ਜਾਂਦੇ ਨੇ, ਤੁਸੀਂ ਕੀ ਕਰ ਰਹੇ ਹੋ? ਕਹਿੰਦੇ, ਮੈਂ ਤਾਂ ਰੁਪਈਆ ਸਗਨ ਪਾ ਕੇ ਸਾਕ ਕਰ ਰਿਹਾ। ਉਵੇਂ ਦਾ ਸੁੰਦਰ ਬਾਲਕ ਅੱਜ ਤੱਕ ਮੈਂ ਨਹੀਂ ਕਦੀ ਵੇਖਿਆ। ਸਤਿਗੁਰੂ ਰਾਮ ਸਿੰਘ ਜੀ ਦੇ ਜਿਹੜੇ ਸਾਡੇ ਜੁਆਇੰਟ ਨੇ ਨਾ ਜੀ, ਬੋਡੀ 'ਚ ਜਿੰਨੇ ਵੀ ਜੁਆਇੰਟ ਨੇ, ਇਹ ਜੁਆਇੰਟ ਨਹੀਂ ਸਨ। ਸਰੀਰ ਇੱਕਦਮ ਬਿਨਾਂ ਜੁਆਇੰਟਾਂ ਤੋਂ ਬਿਲਕੁਲ ਸਿੱਧਾ ਸੀ, ਨਿਰੋਲ ਸੀ। ਸਾਡੇ ਇੱਥੇ ਨੀਂਹ 'ਤੇ, ਕੂਹਣੀ 'ਤੇ, ਹੱਥਾਂ ਵਿੱਚ ਕਿੰਨੇ ਜੁਆਇੰਟ ਨੇ ਜਿੱਥੋਂ ਸਾਡਾ ਸਰੀਰ ਬੈਂਡ ਹੁੰਦਾ। ਸਤਿਗੁਰੂ ਰਾਮ ਸਿੰਘ ਦੇ ਇਸ ਤਰ੍ਹਾਂ ਕੋਈ ਵੀ ਜੁਆਇੰਟ ਨਹੀਂ ਸੀ, ਉਹ ਸਰੀਰ ਬਿਨਾਂ ਜੁਆਇੰਟਾਂ ਤੋਂ ਸੀ। ਇੱਕ ਪ੍ਰਸੰਗ ਆਉਂਦਾ ਹੈ, ਸ਼ਾਇਦ ਗਾਂਹ ਜਾ ਕੇ ਮੈਨੂੰ ਚੇਤਾ ਭੁੱਲ ਜੇ ਕਰਨ ਦਾ। ਇੱਕ ਗੈਰ ਨਾਮਧਾਰੀ ਨੇ ਆਪਣੇ ਨਾਮਧਾਰੀ ਨੂੰ ਸੱਦਿਆ। ਕਹਿੰਦਾ, ਉਹ ਕੂਕਿਆ, ਮੈਂ ਤੈਨੂੰ ਗੱਲ ਸੁਣਾਉਣਾ ਤੁਹਾਡੇ ਸਤਿਗੁਰ ਦੀ। ਉਹ ਕਹਿੰਦੇ, ਜੀ ਦੱਸੋ। ਇਹ ਸ਼ਾਇਦ ਨਾ ਮਠੱਡਿਆਂ ਪਿੰਡ ਦੇ ਸਨ ਉਹ ਸੰਤ। ਉਹ ਕਹਿੰਦੇ, ਤੁਹਾਡੇ ਸਤਿਗੁਰ ਸਾਡੇ ਪਿੰਡ ਆਏ ਅਤੇ ਸੰਗਤ ਨੇ ਮੱਥਾ ਟੇਕਿਆ ਅਤੇ ਬਾਅਦ 'ਚ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਸਾਰੇ ਬਾਹਰ ਚਲੇ ਜਾਓ। ਸਾਰੇ ਬਾਹਰ ਚਲੇ ਗਏ। ਕੁਝ ਸਿੱਖ ਜਿਹੜੇ ਉਹਨਾਂ ਦੇ ਨਾਲ ਦੇ ਨਿਕਟਵਰਤੀ ਸਨ, ਉਹਨਾਂ ਨੂੰ ਅੰਦਰ ਰੱਖ ਲਿਆ ਉਹਨਾਂ ਨੇ। ਬਾਹਰ ਕਨਾਤ ਲੱਗੀ ਸੀ, ਤੰਬੂ ਲੱਗਾ ਸੀ, ਟੈਂਟ ਲੱਗਾ ਜਿਹਨੂੰ ਕਹਿ ਸਕਦੇ ਹਾਂ ਆਪਾਂ। ਉਹਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਬੈਠੇ। ਕਹਿੰਦਾ, ਮੈਂ ਛੋਟਾ ਜਿਹਾ ਸੀਗਾ ਉਦੋਂ, ਅਤੇ ਮੈਂ ਆਪਣੀ ਅੱਖੀਂ ਵੇਖਿਆ। ਮੈਨੂੰ ਨਹੀਂ ਉਹਨਾਂ ਨੇ ਬਾਹਰ ਕੱਢਿਆ ਕਿਸੇ ਨੂੰ, ਚੱਲ ਬੱਚਾ ਹੈ, ਕੋਈ ਗੱਲ ਨਹੀਂ, ਬੈਠਾ ਰਹਿਣ ਦਿਓ। ਕਹਿੰਦਾ, ਮੈਂ ਉੱਥੇ ਕੋਲ ਬੈਠਾ ਰਿਹਾ। ਕਹਿੰਦਾ, ਤੁਹਾਡੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਆਖਿਆ ਵੀ ਆਹ ਬਾਂਹ ਕਰਕੇ ਨਾ, ਵੀ ਆਹ ਬਾਂਹ ਨੂੰ ਮਰੋੜ ਕੇ, ਜਿਸ ਤਰ੍ਹਾਂ ਆਪਾਂ ਕਿਸੇ ਰੱਸੀ ਨੂੰ ਗੰਢ ਮਾਰ ਦਿੰਦੇ ਹਾਂ, ਇਸ ਤਰ੍ਹਾਂ ਮਰੋੜ ਕੇ ਬਾਂਹ ਕਰ ਦਿੱਤੀ। ਕਹਿੰਦਾ, ਹੁਣ 3-4 ਸਿੱਖਾਂ ਨੇ ਜ਼ੋਰ ਲਾ ਕੇ ਬਾਂਹ ਨੂੰ ਬੈਂਡ ਕਰਕੇ ਗੰਢ ਮਾਰ ਦਿੱਤੀ। ਆਂਦਾ, ਜਦੋਂ ਗੰਢ ਮਾਰ ਦਿੱਤੀ, ਜਿਵੇਂ ਆਪਾਂ ਰੱਸੀ ਕਿਸੇ ਨੂੰ ਗੰਢ ਮਾਰ ਦਿੰਦੇ ਹਾਂ, ਕਹਿੰਦਾ ਤੁਹਾਡੇ ਸਤਿਗੁਰਾਂ ਨੇ ਇੱਕੋ ਵਾਰੀ ਇਸ ਤਰ੍ਹਾਂ ਬਾਂਹ ਹਿਲਾਈ। ਜਦੋਂ ਇਸ ਤਰ੍ਹਾਂ ਬਾਂਹ ਹਿਲਾਈ ਤਾਂ ਉਹ ਗੰਢ ਉਸੇ ਵੇਲੇ ਖੁੱਲ੍ਹ ਕੇ ਇੱਕਦਮ ਬਾਂਹ ਸਿੱਧੀ ਹੋ ਗਈ।
ਕਹਿੰਦਾ ਮੈਂ ਇਹ ਆਪਣੀ ਅੱਖੀਂ ਵੇਖਿਆ, ਮੈਂ ਕਿਸੇ ਤੋਂ ਸੁਣੀ ਗੱਲ ਨਹੀਂ ਇਹ ਕਰਦਾ। ਇਸ ਤਰ੍ਹਾਂ ਦੇ ਸਤਿਗੁਰੂ ਰਾਮ ਸਿੰਘ ਦਾ ਸਰੀਰ ਸੀ, ਜਿਹੜਾ ਅੱਜ ਤੱਕ ਜਿਹੜਾ ਕਹਿੰਦੇ ਨਾ ਕਦੀ ਵੀ ਨਹੀਂ ਸੀ ਵੇਖਿਆ ਕਿਸੇ ਨੇ। ਇੰਨਾ ਨਰੋਲ ਸਤਿਗੁਰੂ ਰਾਮ ਸਿੰਘ ਜੀ ਦੀਆਂ ਬਾਹਾਂ ਜਿਹੜੀਆਂ ਸਨ ਉਹ ਗੋਡਿਆਂ ਤੱਕ ਲੰਮੀਆਂ ਸਨ। ਤੁਸੀਂ ਦੇਖ ਲਓ ਸਾਡੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ ਨਹੀਂ ਹੁੰਦੀਆਂ, ਛੋਟੀਆਂ ਹੁੰਦੀਆਂ ਨੇ। ਇਹ ਸਤਿਗੁਰੂ ਰਾਮ ਸਿੰਘ ਦਾ ਉੱਚਾ ਲੰਮਾ ਕੱਦ, ਨਰੋਲ ਸਰੀਰ। 5 ਸਾਲ ਦੀ ਉਮਰ ਵਿੱਚ ਉਹ ਮੰਗਣਾ ਕੀਤਾ ਗਿਆ। 7 ਸਾਲ ਦੀ ਉਮਰ 'ਚ ਸਤਿਗੁਰੂ ਰਾਮ ਸਿੰਘ ਦਾ ਮਾਤਾ ਜੱਸਾ ਜੀ ਨਾਲ ਵਿਆਹ ਹੋਇਆ। ਸਤਿਗੁਰੂ ਰਾਮ ਸਿੰਘ ਜੀ ਵਾਪਸ ਭੈਣੀ ਸਾਹਿਬ ਆ ਰਹੇ ਨੇ, ਹੁਣ ਇੱਥੇ ਵਧਾਈਆਂ ਮਿਲਣ ਲੱਗੀਆਂ। ਬਾਬਾ ਜੱਸਾ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਮਨ 'ਚ ਸੋਚਿਆ, ਜਦੋਂ 5 ਸਾਲ ਦੇ ਸਨ, ਮਨ 'ਚ ਸੋਚਿਆ ਕਿ ਇਹਨਾਂ ਨੂੰ ਅੱਖਰ ਪੜ੍ਹਾਉਣੇ ਚਾਹੀਦੇ ਨੇ, ਪੰਜਾਬੀ ਪੜ੍ਹਾਉਣੀ ਚਾਹੀਦੀ ਹੈ। ਸਤਿਗੁਰੂ ਰਾਮ ਸਿੰਘ ਜੀ ਨੇ ਅੰਤਰਜਾਮਤਾ ਦੇ ਨਾਲ ਕਹਿ ਸਕਦੇ ਹਾਂ ਕਿ ਉਹਨਾਂ ਨੇ ਐਸੀ ਬਖਸ਼ਿਸ਼ ਕੀਤੀ, ਜਦੋਂ ਮਨ ਵਿੱਚ ਹੀ ਫੁਰਨਾ ਸੋਚਿਆ ਕਿ ਇਹਨਾਂ ਨੂੰ ਪੜ੍ਹਨੇ ਪਾਈਏ ਕਿਤੇ, ਤੇ ਸਤਿਗੁਰੂ ਰਾਮ ਸਿੰਘ ਜੀ ਨੇ 35 ਅੱਖਰ, ਜਿਹਨੂੰ ਆਪਾਂ ਪੰਜਾਬੀ ਦਾ ਊੜਾ ਐੜਾ ਆਖਦੇ ਹਾਂ, ਇਹ ਸਾਰਾ ਲਿਖ ਕੇ ਵਿਖਾ ਦਿੱਤਾ ਅਤੇ ਨਾਲ ਬਚਨ ਕੀਤਾ, ਮੈਨੂੰ ਕੌਣ ਜੰਮਿਆ ਪੜ੍ਹਾਉਣ ਵਾਲਾ। ਬਾਬਾ ਜੱਸਾ ਸਿੰਘ ਜੀ ਬੜੇ ਹੈਰਾਨ ਹੁੰਦੇ ਨੇ ਕਿ ਦੇਖੋ ਇਹ ਬਾਲਕ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਸਤਿਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਨੇ ਫਿਰ ਵੀ ਪੜ੍ਹਨ ਵਾਸਤੇ ਲਲਤੋਂ ਪਿੰਡ ਦੇ ਕੋਲ ਹੀ, ਜਲੰਧਰ ਦੇ ਕੋਲ ਇੱਕ ਪਿੰਡ ਆ, ਉਹਦੇ ਵਿੱਚ ਸਾਧੂਆਂ ਦੀ, ਉੱਥੇ ਇੱਕ ਸਾਧੂ ਰਹਿੰਦੇ ਸਨ, ਉਹਨਾਂ ਦਾ ਆਸ਼ਰਮ ਸੀ ਸਾਧੂਆਂ ਦਾ, ਉੱਥੇ ਭੇਜਿਆ ਪੜ੍ਹਨ ਲਈ। ਉਹਨੇ ਚਿਰ ਨੂੰ ਸਤਿਗੁਰੂ ਹਰੀ ਸਿੰਘ ਜੀ ਬਾਬਾ ਬੁੱਧ ਸਿੰਘ ਜੀ ਦੇ ਨਾਮ ਨਾਲ ਸਨ। ਉਹਨਾਂ ਦਾ ਸਤਿਗੁਰੂ ਰਾਮ ਸਿੰਘ ਤੋਂ 3 ਸਾਲ ਬਾਅਦ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਜੀ, ਬਾਬਾ ਬੁੱਧ ਸਿੰਘ ਜੀ, ਇਹਨਾਂ ਨੂੰ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ। ਉਸ ਪਿੰਡ ਵਿੱਚ ਜਾ ਕੇ, ਬਿਲਗਾ ਗ੍ਰਾਮ ਸੀ ਜਲੰਧਰ ਦੇ ਕੋਲ, ਕਿਉਂਕਿ ਜਦੋਂ ਲਲਤੋਂ ਪਿੰਡ ਵਿੱਚ ਆਪਣੇ ਬਾਬਾ ਜੱਸਾ ਸਿੰਘ ਜੀ ਰਹਿੰਦੇ ਸਨ, ਉਦੋਂ ਇਸ ਬਿਲਗੇ ਪਿੰਡ ਵਿੱਚ ਸਾਧੂ ਹੁੰਦੇ ਸਨ। ਸਾਧੂਆਂ ਦੇ ਵਿੱਚ ਬਾਬਾ ਊਨੇ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ 13ਵੀਂ ਅੰਸ਼ ਸਨ, ਉਹ 13ਵੀਂ ਕੁਲ ਕਹਿ ਸਕਦੇ ਹਾਂ ਉਹਨਾਂ ਨੂੰ, ਬਾਬਾ ਬੇਦੀ ਜੀ ਊਨੇ ਵਾਲੇ, ਉਹ ਉੱਥੇ ਹੁੰਦੇ ਸਨ। ਬਾਬਾ ਜੱਸਾ ਸਿੰਘ ਦਾ ਬਹੁਤ ਪਿਆਰ ਸੀ, ਇਸ ਕਰਕੇ ਉਹਨਾਂ ਨੂੰ ਪਤਾ ਸੀ ਵੀ ਇੱਥੇ ਸਾਧੂ ਬੜੇ ਰਹਿੰਦੇ ਨੇ, ਅਤੇ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਇਸ ਕਰਕੇ ਉਸ ਬਿਲਗੇ ਪਿੰਡ ਜਲੰਧਰ ਦੇ ਕੋਲ ਜਿਹੜਾ ਸੀ ਉੱਥੇ ਪੜ੍ਹਨ ਵਾਸਤੇ ਭੇਜਿਆ। ਸਤਿਗੁਰੂ ਰਾਮ ਸਿੰਘ ਜੀ ਕੁਝ ਸਮਾਂ ਉੱਥੇ ਠਹਿਰੇ, ਉੱਥੋਂ 1 ਮਹੀਨੇ ਬਾਅਦ ਵਾਪਸ ਆਏ, ਅਤੇ ਰਸਤੇ 'ਚ ਆਉਂਦਿਆਂ ਸਤਿਗੁਰੂ ਰਾਮ ਸਿੰਘ ਜੀ ਬਾਬਾ ਬੁੱਧ ਸਿੰਘ ਜੀ ਨੂੰ ਆਪਣੇ ਛੋਟੇ ਭਰਾਤਾ ਸਤਿਗੁਰੂ ਹਰੀ ਸਿੰਘ ਜੀ ਜਿਹੜੇ ਬਾਅਦ ਵਿੱਚ ਹੋਏ, ਉਹਨਾਂ ਨੂੰ ਹੁਕਮ ਕਰਦੇ ਨੇ, ਪੜ੍ਹਨਾ ਤਾਂ ਕੀ ਸੀ, ਮੈਂ ਤਾਂ ਸਿਰਫ ਸੈਰ ਕਰਨ ਗਿਆ ਸੀ, ਮੈਂ ਤਾਂ ਇਸ ਤਰ੍ਹਾਂ ਘੁੰਮਣ ਗਿਆ ਸੀ। ਉਦੋਂ ਸਤਿਗੁਰੂ ਰਾਮ ਸਿੰਘ ਜੀ ਗ੍ਰੰਥ ਸਾਹਿਬ ਦਾ ਪਾਠ ਸਰਲ ਕਰ ਲਿਆ ਸੀ, ਪਾਠ ਗੁਰਬਾਣੀ ਦਾ ਸ਼ੁੱਧ ਕਰਦੇ ਸਨ ਸਤਿਗੁਰੂ ਰਾਮ ਸਿੰਘ ਜੀ। ਸਰੀਰ ਉਮਰ ਦੇ ਨਾਲ ਵੱਧਦਾ ਗਿਆ। ਜਿਸ ਤਰ੍ਹਾਂ ਬਾਲਕ ਜਿਹੜੇ ਨੇ ਉਹ ਖੇਡਦੇ ਨੇ, ਸਤਿਗੁਰੂ ਰਾਮ ਸਿੰਘ ਜੀ ਮੱਝਾਂ ਚਰਾਉਣ ਜਾਂਦੇ ਨੇ, ਪਰ ਬਾਲਕ ਖੇਡਣ ਲੱਗ ਜਾਂਦੇ ਨੇ। ਸਤਿਗੁਰੂ ਰਾਮ ਸਿੰਘ ਜੀ ਇੱਕ ਸੋਟੀ ਲੈ ਕੇ ਰੰਬੇ 'ਤੇ ਉਹਨੂੰ ਮਾਰਨੀ, ਉਹਦੇ ਵਿੱਚੋਂ ਇੱਕ ਸਾਊਂਡ ਨਿਕਲਣੀ, ਜਦੋਂ ਉਹ ਸਾਊਂਡ ਨਿਕਲਦੀ ਸੀ ਫਿਰ ਉਹਦੇ ਨਾਲ ਸ਼ਬਦ ਪੜ੍ਹਦੇ ਸਨ। ਇਸ ਤਰ੍ਹਾਂ ਸਾਊਂਡ ਕੱਢ ਕੇ ਸਤਿਗੁਰੂ ਰਾਮ ਸਿੰਘ ਜੀ ਆਵਾਜ਼ਾਂ ਕੱਢ ਕੇ ਗੁਰਬਾਣੀ ਦੇ ਸ਼ਬਦ ਪੜ੍ਹਨੇ। ਬਾਲਕਾਂ ਨੇ ਬੜਾ ਹੈਰਾਨ ਹੋਣਾ ਕਿ ਇਹ ਪਤਾ ਨਹੀਂ ਕੀ ਗਾਉਂਦੇ ਰਹਿੰਦੇ ਨੇ। ਰਸਨਾ ਸਦਾ ਚੱਲਦੀ ਰਹਿੰਦੀ ਸੀ, ਭਜਨ ਕਰ ਰਹੇ ਸਨ ਸਤਿਗੁਰੂ ਰਾਮ ਸਿੰਘ ਜੀ। ਬਾਲਕਾਂ ਨਾਲੋਂ ਵੱਖਰਾ ਸੁਭਾਅ ਸੀ, ਸਧਾਰਨ ਬਾਲਕਾਂ ਵਰਗਾ ਸੁਭਾਅ ਨਹੀਂ ਸੀ, ਲੜਦੇ ਨਹੀਂ ਸਨ ਕਿਸੇ ਨਾਲ। ਬਾਹਰ ਬੈਠ ਕੇ ਭਜਨ ਕਰਨਾ, ਇਕਾਂਤ ਵਿੱਚ ਬੈਠ ਕੇ ਭਜਨ ਕਰਦੇ ਰਹਿਣਾ। ਘਰ ਦੇ ਕੰਮਕਾਜ ਨਾਲੋਂ ਭਜਨ ਬੰਦਗੀ ਵਿੱਚ ਜ਼ਿਆਦਾ ਧਿਆਨ ਸੀ। ਘਰ ਦੇ ਕੰਮਕਾਜ ਜ਼ਿਆਦਾ ਬਾਬਾ ਬੁੱਧ ਸਿੰਘ ਜੀ ਕਰਿਆ ਕਰਦੇ ਸਨ ਆਪਣੇ ਪਿਤਾ ਜੱਸਾ ਸਿੰਘ ਜੀ ਦੇ ਨਾਲ ਲੱਗ ਕੇ। 20 ਸਾਲ ਦੀ ਉਮਰ ਹੋਈ ਸਤਿਗੁਰੂ ਰਾਮ ਸਿੰਘ ਜੀ ਦੀ। ਸੁੰਦਰ ਸਰੀਰ, ਸਵਸਥ, ਫੁਰਤੀਲਾ, ਕੱਦ ਲੰਮਾ 6.25 ਫੁੱਟ ਦਾ ਅਸੀਂ ਆਖ ਸਕਦੇ ਹਾਂ। ਆਮ ਸਿੱਖਾਂ ਨਾਲੋਂ ਸਤਿਗੁਰੂ ਰਾਮ ਸਿੰਘ ਜੀ ਸੰਗਤ ਵਿੱਚ ਖਲੋਤੇ ਦੂਰੋਂ ਹੀ ਪਹਿਚਾਨੇ ਜਾਂਦੇ ਸਨ ਕਿ ਜਿਹੜੇ ਉਹ ਸਭ ਤੋਂ ਲੰਮੇ ਨੇ ਉਹ ਸਤਿਗੁਰੂ ਰਾਮ ਸਿੰਘ ਜੀ ਦੇ ਨੇ। ਨੈਣ ਨਕਸ਼ ਤਿੱਖੇ ਸਨ, ਚੌੜੀ ਛਾਤੀ, ਕਮਰ ਪਤਲੀ, ਲੰਮੇ ਬਾਜੂ, ਹੋਂਠ ਪਤਲੇ, ਨੇਤਰਾਂ ਵਿੱਚ ਚਮਕ ਸੀ। ਇਸ ਤਰ੍ਹਾਂ ਦਾ ਸਤਿਗੁਰੂ ਰਾਮ ਸਿੰਘ ਜੀ ਦਾ ਚਿਹਰਾ ਸੀ। ਦਰਸ਼ਨ ਕਰਕੇ ਮਨ ਮੋਹਿਆ ਜਾਂਦਾ ਸੀ, ਕਿਉਂਕਿ ਮਨ 'ਚ ਦਰਸ਼ਨ ਕਰਕੇ ਇਹ ਲੱਗਦਾ ਸੀ ਅੱਜ ਤੱਕ ਇਸ ਤਰ੍ਹਾਂ ਦਾ ਪੁਰਸ਼ ਦੇਖਿਆ ਹੀ ਨਹੀਂ ਕਦੀ, ਇਸ ਤਰ੍ਹਾਂ ਦਾ ਸੁੰਦਰ ਨੌਜਵਾਨ ਹੀ ਨਹੀਂ ਕਦੀ ਵੇਖਿਆ ਜਿਸ ਤਰ੍ਹਾਂ ਦੇ ਸਤਿਗੁਰੂ ਰਾਮ ਸਿੰਘ ਜੀ ਸਨ। ਸਤਿਗੁਰੂ ਰਾਮ ਸਿੰਘ ਦੀਆਂ 2 ਭੈਣਾਂ ਸਨ, ਵੱਡੀ ਭੈਣ ਸਾਹਿਬ ਕੌਰ ਜੀ ਅਤੇ ਛੋਟੀ ਭੈਣ ਰਾਮ ਕੌਰ ਜੀ। ਜਿਹੜੀ ਸਾਹਿਬ ਕੌਰ ਜੀ ਸਨ ਵੱਡੀ ਭੈਣ, ਉਹਨਾਂ ਦਾ ਵਿਆਹ ਲੁਧਿਆਣੇ ਵਿੱਚ ਕਾਬਲ ਸਿੰਘ ਨਾਲ ਹੋਇਆ ਸੀ। ਕਾਬਲ ਸਿੰਘ ਸਤਿਗੁਰੂ ਰਾਮ ਸਿੰਘ ਜੀ ਦਾ ਭਣਵਈਆ, ਉਹ
ਮਹਾਰਾਜ ਨੌਲ ਨਿਹਾਲ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਤੋਪਚੀ ਸਨ। ਤੋਪਚੀ ਜਿਹੜੇ ਤੋਪ ਚਲਾਉਂਦੇ ਨੇ, ਉਹਨਾਂ ਦੇ ਥੱਲੇ 12 ਤੋਪਾਂ ਸਨ। ਉਹਨਾਂ ਦਾ ਜਮਾਦਾਰ ਸੀ, ਪੰਜਾਬੀ ਵਿੱਚ ਇਸ ਤਰ੍ਹਾਂ ਆਖਿਆ ਜਾਂਦਾ, ਤੋਪਚੀ ਸਨ ਉਹ। ਹੁਣ ਉਹ ਛੁੱਟੀ ਵਿੱਚ ਆਏ। ਜਦੋਂ ਛੁੱਟੀ ਆਏ, ਉਹਨਾਂ ਨੇ ਆਣ ਕੇ ਪਰਿਵਾਰ ਨੂੰ ਮਿਲੇ ਅਤੇ ਜਾਂਦਿਆਂ ਛੁੱਟੀ ਖਤਮ ਹੋਈ। ਜਦੋਂ ਵਾਪਸ ਜਾਣ ਲੱਗੇ, ਸਤਿਗੁਰੂ ਰਾਮ ਸਿੰਘ ਜੀ ਨੂੰ ਉਹ ਆਪਣੇ ਨਾਲ ਫੌਜ ਵਿੱਚ ਲੈ ਗਏ। ਜਾ ਕੇ ਮਹਾਰਾਜ ਨੌਲ ਨਿਹਾਲ ਸਿੰਘ ਦੀ ਪਲਟਨ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਭਰਤੀ ਕਰਾ ਦਿੱਤਾ। 1837 ਨੂੰ ਸਤਿਗੁਰੂ ਰਾਮ ਸਿੰਘ ਜੀ ਫੌਜ ਵਿੱਚ ਜਾ ਕੇ ਭਰਤੀ ਹੁੰਦੇ ਨੇ। 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਜਾਂਦਾ ਹੈ। ਜਿਹੜਾ ਇਹ ਸਮਾਂ ਸੀ ਹੁਣ ਸਿੱਖੀ ਦਾ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਦੇ ਗੜ੍ਹ ਵਿੱਚ ਚਲੇ ਗਏ, ਜਿਹਨੂੰ ਆਪਾਂ ਆਖ ਸਕਦੇ ਹਾਂ, ਕਿਉਂਕਿ ਇਹ ਲਾਹੌਰ ਵਿੱਚ ਚਲੇ ਗਏ। ਲਾਹੌਰ ਉਦੋਂ ਰਾਜਧਾਨੀ ਸੀ, ਮਹਾਰਾਜਾ ਰਣਜੀਤ ਸਿੰਘ ਰਹਿੰਦਾ ਸੀ। ਸਿੱਖੀ ਦਾ ਮੇਨ ਗੜ੍ਹ ਇਹੀ ਮੰਨਿਆ ਜਾਂਦਾ ਸੀ। ਇਹ ਏਰੀਆ ਇੱਕ ਮੇਨ ਧੁਰਾ ਸੀ। ਹੁਣ ਉੱਥੋਂ ਦੀ ਸਿੱਖੀ ਦੀ ਹਾਲਤ ਜਿਹੜੀ ਸੀ ਉਹ ਇੰਨੀ ਪਤਿਤ ਹੋ ਚੁੱਕੀ ਸੀ, ਕਿਉਂਕਿ ਤਪੋ ਰਾਜ ਅਤੇ ਰਾਜੋ ਨਰਕ। ਜੇ ਤੁਸੀਂ ਰਾਜ ਚੰਗੇ ਢੰਗ ਨਾਲ ਨਾ ਕਰੋ ਤਾਂ ਨਰਕ ਅੱਗੇ ਪੱਕੀ ਹੈ। ਮਹਾਰਾਜਾ ਰਣਜੀਤ ਸਿੰਘ ਰਾਜ ਜਦੋਂ ਇੰਨੀਆਂ, ਮੈਂ ਅੱਗੇ ਸੁਣਾਇਆ ਸੀ ਸਿੱਖ ਰਾਜ ਕਿੰਨੀਆਂ ਮੁਸ਼ਕਿਲਾਂ ਝੱਲ ਕੇ ਸਿੱਖਾਂ ਨੂੰ ਰਾਜ ਮਿਲਿਆ, ਅਤੇ 40 ਸਾਲਾਂ ਵਿੱਚ ਹੀ ਗਵਾ ਲਿਆ। ਅਤੇ 40 ਸਾਲਾਂ ਵਿੱਚ ਐਵੇਂ ਨਹੀਂ ਗਵਾਇਆ, ਪਹਿਲਾਂ ਉਹ ਸਿੱਖੀ ਤੋਂ ਪਤਿਤ ਹੋਏ, ਉਸ ਤੋਂ ਬਾਅਦ ਗਵਾਚਿਆ। ਮਹਾਰਾਜਾ ਰਣਜੀਤ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਮੋਰਾਂ ਕੰਜਰੀ ਨਚਾਈ, ਕੰਜਰੀਆਂ ਰੱਖਣ ਲੱਗ ਗਏ ਜਿਹੜੇ ਆਪਣੇ ਸਰਦਾਰਾਂ ਦੇ ਪੁੱਤਰ ਸਨ। ਫੂਲਾ ਸਿੰਘ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੰਜਰੀ ਨਚਾਈ ਹੈ। ਉਹਨੇ ਲਿਆ ਕੇ ਦਰਬਾਰ ਸਾਹਿਬ ਦੇ ਸਾਹਮਣੇ ਥੰਮੇ ਨਾਲ ਜਾਂ ਕਿਸੇ ਰੁੱਖ ਨਾਲ ਬੰਨ੍ਹ ਕੇ ਮਹਾਰਾਜ ਨੂੰ ਸਜ਼ਾ ਸੁਣਾਈ ਕਿ 10 ਕੋਰੜੇ ਮਾਰੇ ਜਾਣ। ਮਹਾਰਾਜ ਹੁੰਦਾ ਹੋਇਆ ਉਹਨੇ ਕੱਪੜੇ ਲਵਾ ਕੇ ਨੰਗੇ ਪਿੰਡੇ ਦੇ ਕੋਰੜੇ ਮਰਵਾਏ ਅਤੇ ਆਪਣੀ ਗਲਤੀ ਮੰਨੀ। ਇਸ ਤਰ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਸੀ। ਪਰ ਜਦੋਂ ਆਦਤਾਂ ਇੱਕ ਵਾਰ ਮਾੜੀਆਂ ਪੈ ਜਾਣ, ਉਹ ਛੇਤੀ ਨਹੀਂ ਖੜਾ ਛੱਡਦੀਆਂ। ਮਹਾਰਾਜਾ ਰਣਜੀਤ ਸਿੰਘ ਇਹ ਆਦਤ ਨਾ ਛੱਡ ਸਕਿਆ। ਕੰਜਰੀਆਂ ਰੱਖਣੀਆਂ, ਇਸ ਤਰ੍ਹਾਂ ਦੇ ਸ਼ਰਾਬ ਪੀਣੀ, ਇਹ ਵਿਵਚਾਰ ਕਰਨ ਲੱਗ ਗਏ। ਜਦੋਂ ਰਾਜਾ ਕਰੇਗਾ, ਉਹਨੂੰ ਵੇਖ ਕੇ ਪ੍ਰਜਾ ਆਪਣੇ ਆਪ ਉਸ ਕਾਰਜ 'ਤੇ ਚੱਲਣਾ ਸ਼ੁਰੂ ਕਰ ਦੇਗੀ। ਆਖਣ ਦੀ ਲੋੜ ਨਹੀਂ ਪੈਂਦੀ। ਜਿੰਨੇ ਵੀ ਰਾਜੇ ਦੇ ਅਹਿਲਕਾਰ ਸਨ, ਜਦੋਂ ਉਹ ਕਰਨਗੇ, ਜਿਉਂ-ਜਿਉਂ ਉੱਪਰੋਂ ਸ਼ੁਰੂ ਹੁੰਦੇ ਥੱਲੇ ਤੱਕ ਆਉਂਦੇ ਸਾਰੇ ਇਸ ਤਰ੍ਹਾਂ ਕਰਨ ਲੱਗ ਗਏ। ਜਿਹੜੇ ਡੋਗਰੇ ਸਨ, ਡੋਗਰਿਆਂ ਨੇ ਹਰੀ ਸਿੰਘ ਨਲੂਏ ਨੂੰ ਮਰਵਾਇਆ। ਬਿਸ਼ਨ ਸਿੰਘ ਡੋਗਰਾ ਸੀ ਜਿਹਨੇ ਹਰੀ ਸਿੰਘ ਨਲੂਏ ਨੂੰ ਗੋਲੀ ਮਰਵਾਈ। ਉਹੀ ਡੋਗਰਿਆਂ ਨੇ ਬਾਅਦ ਵਿੱਚ ਆਣ ਕੇ ਇੱਕ ਬੁਰਸ਼ਾ ਗਰਦੀ, ਜਿਹਨੂੰ ਕਹਿ ਸਕਦੇ ਆਪਾਂ, ਸ਼ੁਰੂ ਕਰ ਲਈ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਵੀ ਗੱਦੀ 'ਤੇ ਬੈਠਦਾ ਸੀ ਉਹ ਉਹਨੂੰ ਹੀ ਮਾਰ ਦਿੰਦੇ ਸੀ। ਜਿਹੜਾ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਸੀ ਨਾ, ਗੁਰੂ ਗੋਬਿੰਦ ਸਿੰਘ ਜੀ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੋਹ ਸਾਰਾ। ਮੈਂ ਆਪਣਾ ਸਾਰਾ ਤੇਜ ਦਿੱਤਾ ਉਹਨੂੰ, ਜਿੰਨਾ ਚਿਰ ਉਹ ਨਿਆਰਾ ਹੋ ਕੇ ਵੱਖਰੇ ਪੰਚ, ਜਿਹੜੀ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖੀ ਸਾਜੀ ਸੀ, ਜਿੰਨਾ ਚਿਰ ਉਵੇਂ ਦੇ ਸਿੱਖ ਰਹੇ, ਚੜ੍ਹਦੀਆਂ ਕਲਾਂ ਵਿੱਚ ਗਏ। ਤੁਸੀਂ ਸੁਣਿਆ ਆ ਕਿਸ ਤਰ੍ਹਾਂ ਮਾਵਾਂ ਨੇ ਬੱਚਿਆਂ ਨੂੰ ਟੁਕੜਿਆਂ ਨੂੰ ਕਟਾ ਕੇ ਆਪਣੀ ਝੋਲੀ 'ਚ ਪਵਾ ਲਿਆ, ਜੰਗਲਾਂ 'ਚ ਰਹਿ ਕੇ ਕਾਠੀਆਂ 'ਤੇ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂ ਕੇ ਵੀ ਸਿੱਖ ਰਾਜ ਕਾਇਮ ਕਰ ਲਿਆ। ਪਰ ਜਦੋਂ ਸਿੱਖ ਰਾਜ ਮਿਲ ਗਿਆ ਤੇ ਉਦੋਂ ਸਿੱਖੀ ਦਸ਼ਮੇਸ਼ ਕੀ, ਸੋ ਕੀ ਅਪਰਦੇਸ ਕੀ, ਅਸਿੱਖੀ ਪਰਿਪੇਸ਼ ਕੀ, ਸ਼ਨਾਰ ਬਣ ਠਨਕ ਹੈ। ਹੁਣ ਅਸਿੱਖੀ ਨੂੰ ਧਾਰਨ ਕਰ ਲਿਆ। ਮਨ ਜਿਹੜੇ ਸੀ ਉਹ ਮੈਲੇ ਹੋ ਗਏ। ਗੁਰਬਾਣੀ ਦਾ ਪਾਠ ਕਰਨਾ ਛੱਡ ਦਿੱਤਾ। ਗੁਰਦੁਆਰੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਬੈਲ, ਜਿਹੜੇ ਅਵਾਰਾ ਪਸ਼ੂ ਹੁੰਦੇ ਨੇ, ਉਹ ਜਾ ਕੇ ਬੈਠਣ ਲੱਗ ਗਏ। ਧਰਮਸ਼ਾਲਾ ਜਿਹੜੀਆਂ ਸਨ, ਪਹਿਲਾਂ ਧਰਮਸ਼ਾਲਾ ਕਿਆ ਕਰਦੇ ਸਨ, ਧਰਮਸ਼ਾਲਾ ਜਿਹੜੀਆਂ ਸਨ ਉਹ ਇਸ ਤਰ੍ਹਾਂ ਦੀਆਂ ਹੋ ਗਈਆਂ, ਲੋਕ ਜਾਂਦੇ ਨਹੀਂ ਸਨ। ਆਵਿਆਂ ਵਿੱਚ ਪਏ ਗ੍ਰੰਥ ਸਾਹਿਬ ਜਿਹੜੇ ਸਨ ਉਹਨਾਂ ਨੂੰ ਉੱਲੀ ਲੱਗ ਗਈ। ਜਿਹੜੇ ਚੂਹੇ ਸਨ ਉਹ ਟੁੱਕਣ ਲੱਗ ਗਏ, ਕਿਉਂਕਿ ਉਹ ਜਦੋਂ ਅੱਜ ਕੱਲ੍ਹ ਤਾਂ ਆਪਾਂ ਗਲੂ ਲਾ ਦਿੰਦੇ ਨੇ, ਜਦੋਂ ਪੇਪਰ ਨੂੰ ਜੋੜਦੇ ਸਨ ਉਦੋਂ ਆਟੇ ਦੀ ਲੇਵੀ ਹੁੰਦੀ ਹੈ, ਉਹ ਲਾਈ ਜਾਂਦੀ ਸੀ। ਉਹ ਜਿਹੜੇ ਚੂਹੇ ਸਨ ਜਾ ਕੇ ਉਹ ਆਟਾ ਖਾਂਦੇ ਸਨ, ਚੂਹਿਆਂ ਦੀਆਂ ਮੇਂਗਣਾ ਸਨ, ਪਿਸ਼ਾਬ ਕਰਦੇ ਸਨ। ਗ੍ਰੰਥ ਸਾਹਿਬ ਦੇ ਉੱਤੇ ਬੈਠ ਕੇ ਸਾਰੇ ਜਾਣੇ ਆਪਣੇ ਸਿੱਖ ਰਾਜ ਵਿੱਚ, ਆਪਣੀਆਂ ਐਸ਼ੋ ਪ੍ਰਸਤੀ ਵਿੱਚ ਇੰਨੇ ਡੁੱਬ ਗਏ ਕਿ ਉਹਨਾਂ ਨੇ ਕਿਸੇ ਨੇ ਵੀ ਸਿੱਖੀ ਦਾ ਧਿਆਨ ਨਾ ਦਿੱਤਾ। ਸਿੱਖੀ ਪਤਿਤ ਹੁੰਦੀ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੀਆਂ ਅੱਖਾਂ ਨਾਲ ਵੇਖੀ ਸੀ। ਮੈਂ ਇਸ ਗੱਲ 'ਤੇ ਜ਼ਿਆਦਾ ਨਾ ਜਾਵਾਂ। ਸਤਿਗੁਰੂ ਰਾਮ ਸਿੰਘ ਜੀ ਮਹਾਰਾਜ ਨੌਲ ਨਿਹਾਲ ਸਿੰਘ ਦੀ ਪਲਟਨ ਵਿੱਚ ਰਹਿੰਦੇ ਸਨ। ਬਹੁਤ ਸਾਧੂ ਸੁਭਾਅ ਸੀ। ਭਜਨ ਬੰਦਗੀ ਕਰਨਾ, ਕਿਸੇ ਨਾਲ ਮਾੜਾ ਨਹੀਂ ਬੋਲਣਾ, ਉੱਚਾ ਨਹੀਂ ਬੋਲਣਾ। ਇੱਕ ਦਿਨ ਪਸ਼ਾਵਰ ਤੋਂ ਮਾਮਲਾ ਆਉਣਾ ਸੀ, ਮਾਮਲਾ ਗਰਾਉਣ ਜਾਣਾ ਸੀ ਫੌਜ ਨੇ। ਉਹਨਾਂ ਨੇ ਮਾਮਲਾ ਭੇਜਿਆ ਨਾ, ਜਿਹਨੂੰ ਟੈਕਸ ਕਹਿ ਦਿੰਦੇ, ਉਹ ਨਾ ਭੇਜਿਆ। ਫੌਜ ਲਾਹੌਰ ਤੋਂ ਮਾਮਲਾ ਲੈਣ ਲਈ ਪਸ਼ਾਵਰ ਨੂੰ ਚੱਲਦੀ ਹੈ। ਅਤੇ ਉਸ ਸਮੇਂ ਦਾ ਪੰਜਾਬ ਦਾ ਇਹ ਹਾਲਾਤ ਹੋ ਚੁੱਕੇ ਸਨ ਕਿ ਅਰਾਜਕਤਾ ਫੈਲ ਗਈ ਸੀ।
ਅਰਾਜਕਤਾ ਦਾ ਭਾਵ ਇਸ ਤਰ੍ਹਾਂ ਹੋ ਗਿਆ ਕਿ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਤਨਖਾਹਾਂ ਨਹੀਂ ਸਨ ਦਿੱਤੀਆਂ ਗਈਆਂ। ਜਦੋਂ ਸਿਪਾਹੀਆਂ ਨੂੰ ਤਨਖਾਹਾਂ ਨਾ ਮਿਲੀਆਂ, ਜਿਹੜੀ ਪਲਟਨ ਸੀ, ਫੌਜ ਸੀ, ਉਹ ਮਾਮਲਾ ਲੈਣ ਲਈ ਪਿਸ਼ੌਰ ਵੱਲ ਨੂੰ ਗਈ। ਲਾਹੌਰ ਤੋਂ ਜਾਂਦਿਆਂ ਰਸਤੇ ਵਿੱਚ ਜਿਹੜਾ ਪਿੰਡ ਮਿਲਦਾ ਹੈ ਉਹਨੂੰ ਉਜਾੜ ਦਿੰਦੇ ਨੇ। ਧਨ ਪਦਾਰਥ ਜਿੱਥੋਂ ਜਿੰਨਾ ਮਿਲਦਾ ਉਹ ਇਕੱਠਾ ਕਰਨਾ ਸ਼ੁਰੂ ਕਰਦੇ ਨੇ। ਫੌਜ ਨੇ ਉਜਾੜਨਾ ਸ਼ੁਰੂ ਕਰ ਦਿੱਤਾ ਆਪਣੇ, ਜਦੋਂ ਫੌਜ ਕੋਲ ਪੈਸੇ ਹੀ ਨਹੀਂ ਸਨ। ਹੁਣ ਸਤਿਗੁਰੂ ਰਾਮ ਸਿੰਘ ਦੀ ਪਲਟਨ ਜਾ ਰਹੀ ਹੈ। ਹਜ਼ਰੋਂ ਸਾਹਿਬ ਤੋਂ ਹੱਲੇ ਥੋੜ੍ਹੀ ਜਿਹੀ ਦੂਰ ਸਨ। ਸਿੱਖਾਂ ਨੇ ਜਾ ਕੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਅਰਜ਼ ਕੀਤੀ ਕਿ ਫੌਜ ਆ ਰਹੀ ਹੈ, ਬੜਾ ਹਮਲਾ ਕਰ ਰਹੀ ਹੈ, ਬੜਾ ਉਜਾੜਾ ਕਰ ਰਹੀ ਹੈ, ਸਾਰਿਆਂ ਨੂੰ ਲੁੱਟਮਾਰ ਕਰ ਰਹੀ ਹੈ। ਸਤਿਗੁਰੂ ਬਾਲਕ ਸਿੰਘ ਜੀ ਬਚਨ ਕੀਤਾ, ਕੋਈ ਗੱਲ ਨਹੀਂ, ਇੱਥੇ ਆਣ ਕੇ ਨਹੀਂ ਕਰਨਗੇ, ਹਟ ਜਾਣਗੇ। ਹਜ਼ਰੋਂ ਸਾਹਿਬ ਤੋਂ 3-4 ਮੀਲ ਉਰਾਂ ਹੀ ਫੌਜ ਜਿਹੜੀ ਸੀ ਉੱਥੇ ਅਟਕ ਗਈ। ਉੱਥੇ ਸੁਨਾਹ ਮਿਲਿਆ ਕਿ ਪਿਸ਼ਾਵਰ ਤੋਂ ਜਿਹੜਾ ਧਨ ਤੁਸੀਂ ਲੈਣ ਜਾ ਰਹੇ ਹੋ, ਮਾਮਲਾ ਲੈਣ ਜਾ ਰਹੇ ਹੋ, ਉਹ ਵਾਪਸ ਆ ਗਿਆ। ਇੱਥੇ ਵੇਟ ਕਰੋ, ਤੁਸੀਂ ਕਿਤੇ ਹੋਰ ਨਹੀਂ ਜਾਣਾ, ਅੱਗੇ ਨਹੀਂ ਜਾਣਾ। ਫਿਰ ਉਹ ਫੌਜ ਜਿਹੜੀ ਸੀ ਹਜ਼ਰੋਂ ਸਾਹਿਬ ਕਿਲੇ ਵਿੱਚ ਜਾ ਕੇ ਠਹਿਰਦੀ ਹੈ। ਫੌਜ ਉੱਧਰੋਂ ਦੂਸਰੀ ਜਿਹੜੀ ਪਿਸ਼ਾਵਰ ਵਾਲੀ ਸੀ ਉਹ ਲਿਆ ਕੇ ਉਹਨਾਂ ਨੂੰ ਜਿਹੜਾ ਧਨ ਸੀਗਾ, ਉਹ ਮਾਮਲਾ ਸੀ, ਉਹ ਦੇ ਦਿੰਦੀ ਹੈ। ਹੁਣ ਜਦੋਂ ਫੌਜ ਹਜ਼ਰੋਂ ਸਾਹਿਬ ਸੀ, ਇੱਥੇ ਬਾਬਾ ਜਮੀਤ ਸਿੰਘ ਜੀ ਸਭ ਤੋਂ ਪਹਿਲਾਂ ਗੁਰੂ ਬਾਲਕ ਸਿੰਘ ਦਾ ਬੜਾ ਜਸ ਸੁਣਦੇ ਸੀ। ਉਹ ਜਾ ਕੇ ਸਤਿਗੁਰੂ ਬਾਲਕ ਸਿੰਘ ਦੇ ਚਰਨਾਂ ਵਿੱਚ ਬੈਠਦੇ ਨੇ। ਸਤਿਗੁਰੂ ਬਾਲਕ ਸਿੰਘ ਜੀ ਕਥਾ ਕਰ ਰਹੇ ਸਨ। ਉਹਨਾਂ ਨੇ ਬੜੀ ਵਿਆਖਿਆ ਕੀਤੀ ਨਾਮ ਦੀ। ਜਦੋਂ ਸੋਹਣ ਦਾ ਪਾਠ ਕਰਦੇ ਸਨ ਬਾਬਾ ਜਮੀਤ ਸਿੰਘ ਜੀ, ਸਤਿਗੁਰੂ ਬਾਲਕ ਸਿੰਘ ਜੀ ਹੁਕਮ ਕੀਤਾ ਕਿ ਇਹ ਤਾਂ ਪੁਰਾਣੇ ਯੁੱਗਾਂ ਦਾ ਪਾਠ ਨਾਮ ਆ, ਪਰ ਅੱਜ ਕੱਲ੍ਹ ਦੇ ਯੁੱਗ ਵਿੱਚ, ਕਲਯੁੱਗ ਦੇ ਵਿੱਚ ਸਿਰਫ 4 ਅੱਖਰਾਂ ਨਾਮ ਹੀ ਜਪਿਆ ਜਾਏਗਾ। ਉਹ ਜਪੋਗੇ ਤਾਂ ਹੀ ਤੁਹਾਡੀ ਖਲਾਸੀ ਹੋਏਗੀ। ਫਿਰ ਉਹ ਬਾਬਾ ਜਮੀਤ ਸਿੰਘ ਜਿਹੜੇ ਸਨ, ਉਹ ਭਜਨ ਪੁੱਛ ਕੇ ਸਤਿਗੁਰੂ ਬਾਲਕ ਸਿੰਘ ਜੀ ਕੋਲੋਂ ਫੌਜ ਵਿੱਚ ਆਣ ਕੇ ਸਿਫਤ ਕਰਦੇ ਨੇ। ਹੋਰ 150 ਸਰੀਰ ਜਾ ਕੇ, ਫੌਜ ਦਾ ਸਿਪਾਹੀ ਜਾ ਕੇ ਭਜਨ ਪੁੱਛਦਾ ਹੈ, ਉਹ ਆਣ ਕੇ ਉਸਤਤ ਕਰਦੇ ਨੇ। ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਬਾਲਕ ਸਿੰਘ ਜੀ ਕੋਲ ਜਾਂਦੇ ਨੇ। ਉਦੋਂ ਸਤਿਗੁਰੂ ਬਾਲਕ ਸਿੰਘ ਜੀ ਕਥਾ ਕਰ ਰਹੇ ਸਨ, ਠਾਕਰ ਤੁਮ ਸਰਨਾਈ ਆਇਆ, ਇਹ ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉੱਧਰੋਂ ਸਤਿਗੁਰੂ ਰਾਮ ਸਿੰਘ ਜੀ ਆ ਗਏ। ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਮੱਥਾ ਟੇਕਿਆ, ਸਤਿਗੁਰੂ ਬਾਲਕ ਸਿੰਘ ਜੀ ਅੱਗੋਂ ਫੜ ਕੇ ਅਤੇ ਆਸਣ 'ਤੇ ਬਿਠਾ ਲਿਆ ਕਿ ਆਓ ਠਾਕਰੋ, ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸਾਂ। 5 ਪੈਸੇ ਨਾਰੀਅਲ ਰੱਖ ਕੇ ਸਤਿਗੁਰੂ ਬਾਲਕ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੂੰ ਗੁਰਤਾ ਪ੍ਰਦਾਨ ਕਰਦੇ ਨੇ, ਨਾਲ ਭਜਨ ਦੀ ਦਾਤ ਦਿੰਦੇ ਨੇ। ਹੁਕਮ ਕਰਦੇ ਨੇ, ਠਾਕਰੋ ਹੁਣ ਤੁਸੀਂ ਛੁਪੇ ਨਹੀਂ ਰਹਿਣਾ, ਇਸ ਨਾਮ ਦਾ ਕੜਛਾ ਵਰਤਾਓ, ਖੁੱਲ੍ਹ ਕੇ ਇਸ ਨਾਮ ਦਾ ਛੱਟਾ ਦਿਓ ਸਮਾਜ ਵਿੱਚ। ਸਤਿਗੁਰੂ ਰਾਮ ਸਿੰਘ ਜੀ ਗੁਰਤਾ ਪ੍ਰਾਪਤ ਕਰਕੇ ਵਾਪਸ ਫੌਜ ਜਿਹੜੀ ਹੈ ਉਹ ਲਾਹੌਰ ਆ ਜਾਂਦੀ ਹੈ। ਸਤਿਗੁਰੂ ਰਾਮ ਸਿੰਘ ਜੀ ਇੱਥੇ ਭਜਨ ਬਾਣੀ ਕਰਦੇ ਨੇ। ਸਵੇਰੇ ਉੱਠ ਕੇ ਸਤਿਗੁਰੂ ਰਾਮ ਸਿੰਘ ਜੀ ਫੌਜ ਵਿੱਚ ਉਹ ਬਾਹਰ ਚਲੇ ਜਾਂਦੇ ਨੇ। ਤੜਕੇ ਉੱਠ ਕੇ ਨਾਮ ਸਿਮਰਨ ਕਰਨ ਲੱਗ ਜਾਂਦੇ ਨੇ। ਸਾਰਾ ਦਿਨ ਨਾਮ ਸਿਮਰਨ ਕਰਦੇ ਨੇ। ਬਾਬਾ ਕਾਹਨ ਸਿੰਘ ਜੀ, ਬਾਬਾ ਜਮੀਤ ਸਿੰਘ ਜੀ, ਹੋਰ ਇਸ ਤਰ੍ਹਾਂ ਦੇ ਜਿਹੜੇ 5-7-6 ਸਰੀਰ ਸਨ, ਉਹ ਬੜੀ ਸ਼ਰਧਾ ਰੱਖਦੇ ਸਨ ਵੀ ਇਹਨਾਂ ਦਾ ਬਹੁਤ ਸਾਧੂ ਸੁਭਾਅ ਆ। ਉਹੀ ਸਤਿਗੁਰੂ ਰਾਮ ਸਿੰਘ ਜੀ ਦੀ ਆਪਾਂ ਜੇ ਕਹਿ ਸਕਦੇ ਹਾਂ ਟੇਕ ਕੇਅਰ ਕਰਦੇ ਸਨ। ਉਹੀ ਸਤਿਗੁਰੂ ਰਾਮ ਸਿੰਘ ਜੀ ਵਾਸਤੇ ਪ੍ਰਸ਼ਾਦ ਪਾਣੀ ਲੈ ਕੇ ਜਾਂਦੇ ਸਨ। ਦੋਵੇਂ ਟਾਈਮ ਪ੍ਰਸ਼ਾਦ ਛਕਾਉਣਾ, ਪਰ ਗੁਰੂ ਸਾਹਿਬ ਬਾਹਰ ਬੈਠ ਕੇ ਨਾਮ ਵਿੱਚ ਲੀਨ ਰਹਿਣਾ, ਭਜਨ ਬੰਦਗੀ ਕਰਨਾ। ਇੱਕ ਦਿਨ ਸਾਰਿਆਂ ਨੂੰ ਹੁਕਮ ਕੀਤਾ, ਸਿਪਾਹੀਓ ਤੁਸੀਂ ਸਾਰੇ ਸੌਂ ਜਾਓ। ਸਿਪਾਹੀਆਂ ਨੂੰ ਰਾਤ ਨੂੰ ਸਮਾ ਦੇਣਾ ਅਤੇ ਸਾਰੀ ਰਾਤ ਜਾਗ ਕੇ ਆਪ ਨਾਮ ਜਪਦੇ ਰਹਿਣਾ। ਅੰਮ੍ਰਿਤ ਵੇਲੇ ਹੋਏ ਅਤੇ ਜਿਹੜੇ ਸਿੱਖ ਸ਼ਰਧਾ ਰੱਖਦੇ ਸਨ, ਸਤਿਗੁਰੂ ਰਾਮ ਸਿੰਘ ਜੀ ਨਾਲ ਪਿਆਰ ਰੱਖਦੇ ਸਨ, ਉਹਨਾਂ ਨੂੰ ਠਾ ਕੇ ਸਵਾ ਪੈਰ ਰਾਤ ਰਹਿੰਦਿਆਂ ਦੇ ਠਾ ਕੇ ਇਸ਼ਨਾਨ ਕਰਾ ਕੇ ਭਜਨ ਬਾਣੀ ਕਰਨਾ, ਪਾਠ ਕਰਨਾ, ਉਹਨਾਂ ਨੂੰ ਵੀ ਪਾਠ ਕਰਵਾਉਣਾ। ਇਸ ਤਰ੍ਹਾਂ ਦਾ ਮਾਹੌਲ ਬਣਾਇਆ ਸਤਿਗੁਰੂ ਰਾਮ ਸਿੰਘ ਜੀ ਨੇ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਪ੍ਰਸ਼ਾਦਾ ਬਣਾਉਣ ਲੱਗੇ ਸੀਗੇ। ਪ੍ਰਸ਼ਾਦਾ ਬਣਾਉਣ ਲੱਗੇ, ਸਾਖੀ ਤੁਸੀਂ ਕਈ ਵਾਰ ਸੁਣੀ ਹੈ, ਮੈਂ ਛੇਤੀ ਨਾਲ ਸੁਣਾ ਕੇ ਗਾਹ ਨੂੰ ਚੱਲਾਂਗਾ। ਸਤਿਗੁਰੂ ਰਾਮ ਸਿੰਘ ਜੀ ਪ੍ਰਸ਼ਾਦਾ ਬਣਾਉਣ ਲੱਗੇ। ਭਾਈ ਕਾਹਨ ਸਿੰਘ ਜੀ ਉਹ ਸੂਬੇਦਾਰ ਸਨ। ਸੂਬੇਦਾਰ ਦਾ ਜਿਹੜਾ ਲਾਂਗਰੀ ਸੀ ਉਹ ਵੀ ਪ੍ਰਸ਼ਾਦਾ ਪਕਾਉਣ ਆਇਆ। ਉਹਨੇ ਆਖਿਆ ਕਿ ਸੂਬੇਦਾਰ ਨੇ ਛੇਤੀ ਜਾਣਾ ਕਿਤੇ, ਇਸ ਕਰਕੇ ਪਹਿਲਾਂ ਮੈਨੂੰ ਪ੍ਰਸ਼ਾਦਾ ਪਕਾ ਲੈਣ ਦਿਓ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ, ਨਹੀਂ ਪਹਿਲਾਂ ਮੈਂ ਪਕਾਉਣਾ। ਜਦੋਂ ਉਹ ਨਾ ਹਟਿਆ ਤਾਂ ਸੱਚ ਪਾਤਸ਼ਾਹ ਜੀ ਇੱਕ ਤਵੇ ਦੇ ਉੱਤੇ ਲੀਕ ਖਿੱਚ ਦਿੱਤੀ। ਅੱਧੀ ਤਵੀ ਜਿਹੜੀ ਸੀ ਉਹ ਸੋਨੇ ਦੀ ਹੋ ਗਈ, ਅੱਧੀ ਲੋਹੇ ਦੀ ਰਹਿ ਗਈ। ਸਤਿਗੁਰੂ ਰਾਮ ਸਿੰਘ ਜੀ ਆਪਣਾ ਪ੍ਰਸ਼ਾਦਾ ਪਕਾ ਲਿਆ। ਜਦੋਂ ਆਪਣਾ ਪ੍ਰਸ਼ਾਦਾ ਚੁੱਕ ਲਿਆ, ਉਹ ਵਾਪਸ ਫਿਰ ਲੋਹੇ ਦੀ ਹੋ ਗਈ। ਜਿਹੜਾ ਉਹ ਲਾਂਗਰੀ ਸੀ ਉਹ ਬੜਾ ਹੈਰਾਨ ਹੋਇਆ। ਉਹਨੇ ਜਾ ਕੇ ਸੂਬੇਦਾਰ ਕਾਹਨ ਸਿੰਘ ਨੂੰ ਦੱਸਿਆ। ਸੂਬੇਦਾਰ ਕਾਹਨ ਸਿੰਘ ਦੇ ਮਨ 'ਚ ਆਇਆ, ਇਹ ਕੋਈ ਜਾਦੂਗਰ ਆ ਜਾਂ ਕੋਈ ਰਸਾਇਣੀ ਹੈ ਜਾਂ ਅਕਾਲ ਪੁਰਖ ਹੀ ਇਸ ਤਰ੍ਹਾਂ ਕਰ ਸਕਦਾ, ਹੋਰ ਤਾਂ ਕੋਈ ਕਰ ਨਹੀਂ ਸਕਦਾ। ਰਸਾਇਣੀ ਉਹਨੂੰ ਕਿਹਾ ਜਾਂਦਾ ਜਿਹੜਾ ਕਿਸੇ ਧਾਤਾਂ ਨੂੰ ਇਕੱਠਿਆਂ ਕਰਕੇ ਸੋਨਾ ਬਣਾ ਲਵੇ, ਉਹਨੂੰ ਰਸਾਇਣੀ ਆਖਿਆ ਜਾਂਦਾ। ਅਤੇ ਜੇ ਰਸਾਇਣੀ ਹੈ ਤਾਂ ਵਧੀਆ ਗੱਲ ਹੈ, ਆਪਾਂ ਇਹਦੇ ਨਾਲ ਜਾਗਦੇ ਹਾਂ, ਗੁਣ ਲਵਾਂਗੇ ਇਹਦੇ ਕੋਲੋਂ, ਅਤੇ ਆਪਾਂ ਵੀ ਸੋਨਾ ਕਰ ਸਕਦੇ ਹਾਂ, ਬਣਾ ਸਕਦੇ ਹਾਂ, ਅਤੇ ਘਰ 'ਚ ਕਦੀ ਧਨ ਪਦਾਰਥ ਦੀ ਤੋਟ ਨਹੀਂ ਆਏਗੀ। ਅਤੇ ਜੇ ਜਾਦੂਗਰ ਆ ਤਾਂ ਚੰਗੀ ਗੱਲ ਹੈ, ਆਪਾਂ ਜਾਦੂ ਸਿੱਖ ਲਾਂਗੇ। ਹੁਣ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਿਆਂ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਨਾਲ ਸੂਬੇਦਾਰ ਕਾਹਨ ਸਿੰਘ ਨੇ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ।
ਸਤਿਗੁਰੂ ਪਾਤਸ਼ਾਹ ਜੀ ਭਾਈ ਕਾਹਨ ਸਿੰਘ ਦੇ ਨਾਲ ਸੂਬੇਦਾਰ ਕਾਹਨ ਸਿੰਘ ਦੇ ਨਾਲ ਜਾਂਦੇ ਨੇ ਬਾਹਰ ਨੂੰ। ਵਿਚਰਦਿਆਂ ਜ਼ਿਆਦਾ ਦੂਰ ਚਲੇ ਗਏ ਅਤੇ ਸੂਬੇਦਾਰ ਕਾਹਨ ਸਿੰਘ ਨੇ ਆਖਿਆ ਜੀ, ਮਨ 'ਚ ਸੋਚਿਆ ਵੀ ਇੰਨੀ ਦੂਰ ਆ ਗਏ ਹਾਂ, ਟਹਿਲਦੇ ਸੈਰ ਕਰਦੇ, ਮੈਂ ਤਾਂ ਹਾਜ਼ਰੀ ਲੈਣੀ ਸੀ, ਸ਼ਾਮ ਦਾ ਟਾਈਮ ਹੋ ਗਿਆ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ, ਕਾਹਨ ਸਿਆਂ ਅੱਖਾਂ ਮੀਟ। ਅੱਖਾਂ ਮੀਟੀਆਂ, ਆਂਦੇ ਹੁਕਮ ਕਰ ਅੱਖਾਂ ਖੋਲ। ਅੱਖਾਂ ਖੋਲ੍ਹਦਾ ਤਾਂ ਕੀ ਦਿਖਦਾ ਕਿ ਉਸ ਪਰੇਡ ਵਿੱਚ, ਉਸ ਗਰਾਊਂਡ ਵਿੱਚ ਖਲੋਤੇ ਨੇ ਜਿੱਥੇ ਸਤਿਗੁਰੂ ਰਾਮ ਸਿੰਘ ਜੀ ਉਹਨੇ ਫੌਜੀਆਂ ਦੀ ਗਿਣਤੀ ਲੈਣੀ ਸੀ। ਇੱਕ ਦਿਨ ਇਸ ਤਰ੍ਹਾਂ ਹੋਇਆ, ਇੱਕ ਵਾਰੀ ਫਿਰ ਇਸ ਤਰ੍ਹਾਂ ਇੱਕ ਦੋ ਵਾਰੀ ਹੋਇਆ ਵੀ ਐਵੇਂ ਅੱਖਾਂ ਮਿਟਣੀਆਂ, ਫੌਜ ਵਿੱਚ ਆ ਜਾਣਾ। ਅਤੇ ਇੱਕ ਦਿਨ ਸੂਬੇਦਾਰ ਕਹਿੰਦਾ ਸਾਰਿਆਂ ਨੂੰ, ਸਾਰੇ ਸਿੱਧੇ ਅਟੈਂਸ਼ਨ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਸਾਵਧਾਨ ਹੋ ਜਾਓ। ਉਹ ਕਹਿੰਦੇ ਸੂਬੇਦਾਰ ਕੀ ਕਰਨਾ ਹੈ? ਉਹ ਕਹਿੰਦਾ ਹਾਜ਼ਰੀ ਲੈਣੀ ਹੈ। ਉਹ ਕਹਿੰਦੇ ਸੂਬੇਦਾਰਾ ਤੂੰ ਭੰਗ ਪੀਤੀ ਹੈ, ਹੁਣੀ ਹਲੇ ਸਾਡੇ ਤੋਂ ਹਾਜ਼ਰੀ ਲੈ ਕੇ ਗਿਆ। ਅਤੇ ਸ਼ਰਮਿੰਦਾ ਹੋ ਕੇ ਚੁੱਪ ਕਰ ਗਿਆ ਵੀ ਮੈਂ ਤਾਂ ਸੱਚ ਪਾਤਸ਼ਾਹ ਜੀ ਦੇ ਨਾਲ ਘੁੰਮ ਰਿਹਾ ਸੀ, ਫਿਰ ਮੇਰੀ ਥਾਂ 'ਤੇ ਆਣ ਕੇ ਇਹਨਾਂ ਨੇ ਹਾਜ਼ਰੀ ਲਈ ਹੈ। ਇੱਕ ਦਿਨ ਸੈਰ ਕਰਦਿਆਂ ਬਾਹਰ ਗਏ, ਗੁਰੂ ਸਾਹਿਬ ਹੁਕਮ ਕੀਤਾ ਸੂਬੇਦਾਰ ਕਾਹਨ ਸਿੰਘ ਨੂੰ, ਸੱਚ ਪਾਤਸ਼ਾਹ ਜੀ ਆਪਣੇ ਮੋਢੇ 'ਤੇ ਸਲੋਤਰ, ਜਿਹਨੂੰ ਆਪਾਂ ਖੰਡਾ ਵੀ ਕਹਿ ਸਕਦੇ ਹਾਂ, ਇਸ ਤਰ੍ਹਾਂ ਰੱਖਿਆ ਸੀ ਆਪਣੇ, ਸਫਾ ਜੰਗ, ਖੰਡਾ ਨਹੀਂ ਸਫਾ ਜੰਗ ਰੱਖਿਆ ਸੀ ਆਪਣੇ ਮੋਢੇ 'ਤੇ, ਅਤੇ ਸੈਰ ਕਰਦੇ ਨੇ, ਬਾਹਰ ਜਾ ਰਹੇ ਨੇ। ਅੱਗੇ ਇੱਕ ਖੂਹ ਵਗ ਰਿਹਾ ਸੀ। ਖੂਹ ਜਿਹੜੇ ਪੁਰਾਣੇ ਟਾਈਮਾਂ ਦੇ ਖੂਹ ਹੁੰਦੇ ਸਨ, ਜਿਨ੍ਹਾਂ ਨੂੰ ਟਿੰਡਾਂ ਲੱਗੀਆਂ ਹੁੰਦੀਆਂ ਸਨ, ਬਾਹਰ ਜਿਹੜੇ ਬੈਲ ਨੇ ਉਹ ਚੱਲਦੇ ਨੇ ਅਤੇ ਟਿੰਡਾਂ ਘੁੰਮ ਕੇ ਖੂਹ ਦੇ ਵਿੱਚੋਂ ਪਾਣੀ ਕੱਢਦੀਆਂ ਨੇ। ਉਹ ਪਾਣੀ ਜਿਹੜਾ ਹੈ ਉਹ ਵਰਤਿਆ ਜਾਂਦਾ, ਫਿਰ ਖੇਤੀ ਵਿੱਚ ਵਾਸਤੇ ਵਰਤਿਆ ਜਾਂਦਾ, ਪੀਣ ਵਾਸਤੇ ਵੀ ਵਰਤਿਆ ਜਾਂਦਾ। ਇਸ ਤਰ੍ਹਾਂ ਖੂਹ 'ਚੋਂ ਪਾਣੀ ਕੱਢਿਆ ਜਾਂਦਾ ਸੀ। ਜਿਹੜੇ ਉਹ ਖੂਹ ਵਗ ਰਿਹਾ ਸੀ, ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਭਾਈ ਕਾਹਨ ਸਿੰਘ ਨੂੰ ਵੀ ਜਾ ਕੇ ਜਿਹੜੇ ਖੂਹ ਨੇ ਨਾ, ਇਹ ਹੁਣੇ ਗਰਕ ਹੋ ਜਾਣਾ, ਅਤੇ ਸਾਰੇ ਲੋਕਾਂ ਨੂੰ ਜਿਹੜੇ ਇੱਥੇ ਕੋਲ ਖੜੇ ਨੇ ਉਹ, ਅਤੇ ਜਿਹੜਾ ਬੈਲ ਨੇ, ਇਹਨਾਂ ਨੂੰ ਪਰੇ ਕਰ ਦੇ। ਜਦੋਂ ਇਹ ਬਚਨ ਕੀਤਾ, ਭਾਈ ਕਾਹਨ ਸਿੰਘ ਨੇ ਮਨ 'ਚ ਸੋਚਿਆ ਵੀ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ, ਮੇਰੇ ਨਾਲ ਜ਼ਿਮੀਂਦਾਰ ਲੜੇਗਾ। ਗੁਰੂ ਰਾਮ ਸਿੰਘ ਜੀ ਤੇਜ਼ੀ ਨਾਲ ਹੋ ਕੇ ਉਹ ਅਰਲੀਆਂ ਕੱਢ ਦਿੱਤੀਆਂ ਬਲਦਾਂ ਦੀਆਂ, ਬਲਦ ਖੋਲ੍ਹ ਦਿੱਤੇ, ਉਹ ਭੱਜ ਗਏ, ਜ਼ਿਮੀਂਦਾਰਾਂ ਨੂੰ ਪਰੇ ਕੀਤਾ। ਅਤੇ ਜਿਹੜਾ ਉਹਨਾਂ ਦਾ ਮਾਲਕ ਸੀ, ਉਹਨੂੰ ਪਤਾ ਲੱਗਾ ਕਿ ਮੇਰਾ ਤਾਂ ਵਗਦਾ ਖੂਹ ਕਿਸੇ ਨੇ ਰੋਕ ਦਿੱਤਾ, ਕੰਮ ਚੱਲਦਾ ਰੋਕ ਦਿੱਤਾ। ਉਹ ਤੇਜ਼ੀ ਨਾਲ ਆਇਆ, ਭੱਜਿਆ, ਅਤੇ ਉਹ ਜਦੋਂ ਹਲੇ ਭੱਜਿਆ ਆ ਹੀ ਰਿਹਾ ਸੀ, ਉਹ ਗੁੱਸੇ ਹੋਣ ਲੱਗਾ, ਮੰਦਾ ਬੋਲਣ ਲੱਗਾ ਸੀ। ਉਹਨੇ ਚਿਰ ਨੂੰ ਕੀ ਹੋਇਆ ਕਿ ਜਿਹੜਾ ਖੂਹ ਸੀ ਉਹ ਗਰਕ ਹੋ ਗਿਆ। ਉਹ ਆਣ ਕੇ ਚਰਨੀ ਡਿੱਗ ਗਿਆ ਕਿ ਮੇਰੇ ਕੋਲ ਤਾਂ ਇੱਕੋ ਹੀ ਬੈਲਾਂ ਦੀ ਜੋੜੀ ਸੀ, ਜੇ ਵੀ ਗਰਕ ਹੋ ਕੇ ਮਰ ਜਾਂਦੀ ਤਾਂ ਮੈਂ ਆਪਣੀ ਖੇਤੀ ਕਿਵੇਂ ਕਰਦਾ। ਭਾਈ ਕਾਹਨ ਸਿੰਘ ਮਨ 'ਚ ਸੋਚਦਾ ਹੈ ਕਿ ਮੈਂ ਕਿਉਂ ਨਾ ਹੁਕਮ ਮੰਨਿਆ, ਮੈਂ ਤਾਂ ਬੜੀ ਗਲਤੀ ਕਰ ਲਈ, ਹੁਕਮ ਨਹੀਂ ਮੰਨ ਸਕਿਆ। ਇੱਕ ਦਿਨ ਇਸ ਤਰ੍ਹਾਂ ਹੀ ਵਿਚਰ ਰਹੇ ਸਨ, ਸਤਿਗੁਰੂ ਰਾਮ ਸਿੰਘ ਜੀ ਜਾ ਕੇ ਇੱਕ ਸਰੀਰ ਚੜ੍ਹਾਈ ਕਰ ਗਿਆ ਸੀ ਪਿੰਡ ਵਿੱਚ, ਉਹਦਾ ਸੰਸਕਾਰ ਹੋ ਰਿਹਾ ਸੀ। ਸਤਿਗੁਰੂ ਪਾਤਸ਼ਾਹ ਜੀ ਜਾ ਕੇ ਤੇਜ਼ੀ ਨਾਲ ਬਲਦੀ ਅੱਗ ਦੇ ਵਿੱਚੋਂ ਜਾ ਕੇ ਉਸ ਮਰੇ ਹੋਏ ਇਨਸਾਨ ਦੀ ਲਾਸ਼ ਨੂੰ ਕੱਢ ਕੇ ਬਾਹਰ ਰੱਖ ਦਿੱਤਾ। ਜਦੋਂ ਲਾਸ਼ ਨੂੰ ਕੱਢ ਕੇ ਬਾਹਰ ਰੱਖ ਦਿੱਤਾ, ਲੋਕ ਬੜੇ ਹੈਰਾਨ ਹੋਏ ਅਤੇ ਗੁੱਸਾ ਕਰਨ ਲੱਗੇ ਕਿ ਅਸੀਂ ਤਾਂ ਮੁਰਦਾ ਫੂਕਣਾ ਸੀ, ਤੁਸੀਂ ਬਾਹਰ ਕੱਢ ਕੇ ਰੱਖਤਾ, ਇਹ ਕੀ ਕੀਤਾ ਤੁਸੀਂ? ਸੱਚ ਪਾਤਸ਼ਾਹ ਜੀ ਕੱਢ ਕੇ ਬਾਹਰ ਰੱਖਿਆ, ਉਹ ਮੁਰਦਾ ਜਿਹੜਾ ਸੀ ਉਹ ਜਿਉਂਦਾ ਹੋ ਗਿਆ। ਉਹ ਆਖਣ ਲੱਗਾ, ਸਤਿਗੁਰੂ ਰਾਮ ਸਿੰਘ ਦਰਸ਼ਨ ਕਰਕੇ ਚਰਨਾਂ 'ਤੇ ਡਿੱਗ ਗਿਆ, ਕਹਿੰਦਾ ਜੀ ਲੋਕਾਂ ਨੂੰ ਆਂਦਾ ਕਿ ਮੈਂ ਦਰਗਾਹ ਵਿੱਚ ਗਿਆ ਸਾਂ, ਉੱਥੇ ਵੀ ਇਹੀ ਮੂਰਤ ਬੈਠੀ ਏ, ਅਤੇ ਹੁਣ ਅੱਜ ਮੈਂ ਇਹਨਾਂ ਦੇ ਸਾਕਸ਼ਾਤ ਦਰਸ਼ਨ ਕਰਦਾ ਪਿਆ। ਉਸ ਦਿਨ ਭਾਈ ਕਾਹਨ ਸਿੰਘ ਨੂੰ ਪਤਾ ਲੱਗਾ ਕਿ ਇਹ ਨਾ ਤਾਂ ਰਸਾਇਣੀ ਹੈ, ਨਾ ਜਾਦੂਗਰ ਹੈ, ਇਹ ਤਾਂ ਆਪ ਅਕਾਲ ਪੁਰਖ ਹੈ। ਉਸ ਤੋਂ ਬਾਅਦ ਭਾਈ ਕਾਹਨ ਸਿੰਘ ਜਿਹੜੇ ਸਨ, ਸਤਿਗੁਰੂ ਰਾਮ ਸਿੰਘ ਜੀ ਨਾਲ ਅਕਾਲ ਪੁਰਖ ਸਮਝ ਕੇ ਵਿਚਰਨ ਲੱਗੇ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਨੇ ਸ਼ਾਮ ਨੂੰ ਆਪਣੇ ਕੋਲ ਸੱਦਿਆ ਭਾਈ ਕਾਹਨ ਸਿੰਘ ਨੂੰ, ਹੁਕਮ ਕੀਤਾ, ਸੱਚ ਪਾਤਸ਼ਾਹ ਜੀ ਮੰਜੇ 'ਤੇ ਬਿਰਾਜਮਾਨ ਸਨ। ਭਾਈ ਕਾਹਨ ਸਿੰਘ ਆਣ ਕੇ ਸਾਹਮਣੇ ਪੈਰਾਂ ਭਾਰ ਬੈਠ ਗਿਆ। ਸਤਿਗੁਰੂ ਰਾਮ ਸਿੰਘ ਨੇ ਆਪਣੀ ਕਿਰਪਾਨ ਕੱਢੀ, ਉਹਦਾ ਪੱਟ ਚੀਰਤਾ ਗੋਡੇ ਤੱਕ। ਹੁਣ ਪੱਟ ਚੀਰਤਾ ਅਤੇ ਬਹੁਤ ਗੁੱਸਾ ਆਇਆ ਅਤੇ ਤਲਵਾਰ ਨੂੰ ਆਪਣੇ ਨੂੰ ਹੱਥ ਪਾ ਲਿਆ ਅਤੇ ਸਤਿਗੁਰੂ ਰਾਮ ਸਿੰਘ ਜੀ ਅੱਗੋਂ ਹੱਥ ਫੜ ਲਿਆ। ਹੁਕਮ ਕੀਤਾ, ਕਾਹਲਾ ਨਾ ਪੈ, ਤੂੰ ਕੱਲ੍ਹ ਲੜਾਈ ਵਿੱਚ ਜਾਣਾ ਅਤੇ ਤੇਰੀ ਉੱਥੇ ਮੌਤ ਹੋ ਜਾਣੀ ਹੈ, ਇਹ ਤਾਂ ਤੇਰੀ ਮੌਤ ਟਾਲੀ ਹੈ। ਅਤੇ ਆਪਣੀ ਪੱਗ ਲਾ ਕੇ ਉਹਦੇ ਪੱਟ 'ਤੇ ਬੰਨ੍ਹ ਦਿੱਤੀ। ਬਾਹੋਵਾਲ ਜੀ ਲਿਖਦੇ ਨੇ, ਹੁਣ ਪੱਟ ਉਸੇ ਵੇਲੇ ਬੰਨ੍ਹ ਦਿੱਤਾ। ਜਦੋਂ ਹੁਣ ਆਗਿਆ ਲੈ ਕੇ ਤੁਰਨ ਲੱਗਾ ਵੀ ਮੈਂ ਵਾਪਸ ਜਾਣਾ, ਅਤੇ ਜਦੋਂ ਤੁਰਨ ਲੱਗਾ ਤਾਂ ਹੁਕਮ ਕਰਦੇ ਨੇ, ਪੱਟ 'ਤੇ ਕੀ ਬੰਨਿਆ? ਮਨ 'ਚ ਸੋਚਦਾ ਹੈ ਕਿ ਹੁਣੀ ਤੇ ਮੇਰੇ ਪੱਟ 'ਤੇ ਐਡਾ ਵੱਡਾ ਚੀਰ ਲਾ ਕੇ ਪਾੜਤਾ, ਆਪ ਹੀ ਪੱਗ ਬੰਨੀਏ ਅਤੇ ਆਪ ਹੀ ਸਵਾਲ ਕਰਦੇ ਨੇ ਮੈਨੂੰ। ਕਹਿੰਦਾ ਜੀ ਹਲੇ ਕੁਝ ਬੋਲਿਆ ਨਹੀਂ, ਸੱਚ ਪਤਾ ਖੋਲ੍ਹ ਇਹਨੂੰ ਦਬਾ ਦਬ, ਐਵੇਂ ਪੱਟ 'ਤੇ ਬੰਨਿਆ। ਖੋਲ੍ਹਿਆ ਅਤੇ ਉਸੇ ਵੇਲੇ ਰਾਜੀ ਹੋ ਗਿਆ। ਅਗਲੇ ਦਿਨ ਉਹ ਲੜਾਈ 'ਚ ਗਿਆ। ਮੈਂ ਕਵੀ ਜੀਵਨ ਸਿੰਘ ਦੇ ਪ੍ਰਸੰਗ ਵਿੱਚ ਵੀ ਸੁਣਿਆ ਸੀ, ਉਹ ਕਹਿੰਦੇ ਕਿ ਜਿਹੜਾ ਸੀਗਾ
ਉਸ ਲੜਾਈ 'ਚੋਂ ਕਾਹਨ ਸਿੰਘ ਨੂੰ ਕੁਝ ਨਹੀਂ ਹੋਇਆ। ਉਸੇ ਤਰ੍ਹਾਂ ਹੀ ਕਾਫੀ ਫੌਜ ਮਾਰੀ ਗਈ ਸੀ, ਪਰ ਸੂਬੇਦਾਰ ਕਾਹਨ ਸਿੰਘ ਉਸੇ ਤਰ੍ਹਾਂ ਹੀ ਸਹੀ ਸਲਾਮਤ ਵਾਪਸ ਆਇਆ। ਸਤਿਗੁਰੂ ਰਾਮ ਸਿੰਘ ਜੀ ਇਸ ਤਰ੍ਹਾਂ ਦੇ ਅਨੇਕਾਂ ਕੌਤਕ ਕਰਦਿਆਂ ਸੁਬਾ ਜਾਣਾ, ਜਾ ਕੇ ਇੱਕ ਦਿਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਜਿਹੜੇ ਸਿਪਾਹੀ ਸਨ ਉਹਨਾਂ ਦੇ ਗਲ ਵਿੱਚ ਕੈਂਠੇ ਪਾਏ ਜਾਂਦੇ ਸਨ। ਜਿਵੇਂ ਆਪਾਂ ਕਾਫੀ ਹਾਰ ਸ਼ਿੰਗਾਰ ਕਰਕੇ ਫੌਜ ਦਾ ਇੱਕ ਸਟਾਈਲ ਬਣਾਇਆ ਸੀ, ਉਹ ਸੋਨੇ ਦੇ ਵੀ ਹੁੰਦੇ ਸਨ, ਮਹਿੰਗੇ ਹੁੰਦੇ ਸਨ, ਪਿੱਤਲ ਦੇ ਹੋਣਗੇ। ਸਤਿਗੁਰੂ ਰਾਮ ਸਿੰਘ ਜੀ ਉਹ ਆਪਣਾ ਕੈਂਠਾ ਲਾ ਕੇ ਅਤੇ ਕਿਸੇ ਜ਼ਿਮੀਂਦਾਰ ਨੂੰ ਦੇ ਦਿੱਤਾ। ਉਹਨੂੰ ਦੇ ਕੇ ਅਤੇ ਉਹਦੇ ਕੋਲੋਂ ਇੱਕ ਸਲੋਤਰ ਲੈਣ ਦਾ, ਸਫਾ ਜੰਗ ਲੈਣ ਦਾ, ਜਦੋਂ ਉਹ ਲੈ ਕੇ ਆਏ ਅਤੇ ਜਾ ਕੇ ਕਿਰਪਾਨ ਲੈ ਕੇ ਆਏ। ਜਦੋਂ ਕਿਰਪਾਨ ਲੈ ਕੇ ਆਏ ਅਤੇ ਬਾਬਾ ਜਮੀਤ ਸਿੰਘ ਨੇ ਵੇਖਿਆ ਕਿ ਜਿਹੜੇ ਗਲ 'ਚ ਗਹਿਣੇ ਪਾਏ ਸੀ ਉਹ ਦੇ ਆਏ ਨੇ ਅਤੇ ਆਹ ਇੱਕ ਕਿਰਪਾਨ ਲੈ ਕੇ ਆਏ ਨੇ। ਅਤੇ ਉਹਨੇ ਜਾ ਕੇ ਉਸ ਜ਼ਿਮੀਂਦਾਰ ਨੂੰ ਆਖਿਆ, ਉਸ ਲੁਹਾਰ ਨੂੰ ਜਿਹੜਾ ਵੀ ਸੀ ਉਹਨੂੰ ਆਖਿਆ ਵੀ ਤੂੰ ਆਹ ਇੰਨਾ 100 ਰੁਪਏ ਦਾ ਕੈਂਠਾ ਲੈ ਕੇ ਅਤੇ ਆਹ 50 ਪੈਸਿਆਂ ਦੀ ਸਾਨੂੰ ਆਹ ਦੇ ਕੇ ਤੈਨੂੰ ਵਾਰਾ ਖਾ ਜਾਏਗਾ, ਤੈਨੂੰ ਪਚ ਜਾਏਗੀ ਫਿਰ ਇੱਦਾਂ। ਉਹ ਕਹਿੰਦਾ ਜੀ ਕੈਂਠਾ ਵੀ ਤੁਸੀਂ ਰੱਖੋ ਅਤੇ ਕਿਰਪਾਨ ਵੀ ਤੁਸੀਂ ਰੱਖੋ। ਇੱਕ ਦਿਨ ਫਿਰ ਗਏ, ਇਸੇ ਤਰ੍ਹਾਂ ਹੀ ਦੇ ਕੇ ਅਤੇ ਸੱਚ ਪਾਤਸ਼ਾਹ ਜੀ ਖੰਡਾ ਲੈ ਆਏ। ਅਤੇ ਬਾਬਾ ਜਮੀਤ ਸਿੰਘ ਨੇ ਅਰਜ਼ ਕੀਤੀ, ਕਹਿੰਦਾ ਪਾਤਸ਼ਾਹ ਆ 1 ਪੈਸੇ ਦਾ ਖੰਡਾ, ਤੁਸੀਂ ਇੰਨਾ ਮਹਿੰਗਾ ਆਪਣਾ ਕੈਂਠਾ ਅਤੇ ਹੋਰ ਇੰਨਾ ਕੁਝ ਆਪਣਾ ਲਾ ਕੇ ਉਹਨੂੰ ਦੇ ਆਇਓ। ਸੱਚ ਭਾਵਨ ਕੀਤਾ, ਇਹ 1 ਪੈਸੇ ਦਾ ਨਹੀਂ, ਇਹ 1.25 ਲੱਖ ਦਾ ਖੰਡਾ ਹੈ ਮੇਰਾ। ਇਸ ਤਰ੍ਹਾਂ ਫਿਰ ਉਹ ਜਾ ਕੇ ਉਹਨੂੰ ਜ਼ਿਮੀਂਦਾਰ ਨੂੰ ਵੀ ਉਹੀ ਗੱਲ ਆਖੀ ਉਹਨੇ ਬੰਦੇ ਨੂੰ ਕਿ ਤੂੰ ਆ 1 ਪੈਸੇ ਦਾ ਲੈ ਰੱਖ ਕੇ ਅਤੇ ਇੰਨਾ ਮਹਿੰਗਾ ਰੱਖਿਆ ਕੈਂਠਾ, ਅਤੇ ਉਹਨੇ ਕਿਹਾ ਜੀ ਉਹ ਵੀ ਵਾਪਸ ਦੇ ਦਿੱਤਾ। ਇਸ ਤਰ੍ਹਾਂ ਜਦੋਂ ਸੱਚ ਪਾਤਸ਼ਾਹ ਜੀ ਕਰਨ ਲੱਗ ਗਏ ਨਾ, ਕਈਆਂ ਨੇ ਸੋਚਿਆ ਕਿ ਇਹ ਜਿਹੜਾ ਨਾਮ ਜ਼ਿਆਦਾ ਜਪਦੇ ਨੇ ਨਾ, ਸਾਰਾ ਦਿਨ ਸਾਰੀ ਰਾਤ ਬੈਠ ਕੇ ਨਾਮ ਜਪਦੇ ਰਹਿੰਦੇ ਨੇ, ਛਕਦੇ ਕੁਝ ਨਹੀਂ ਗਏ, ਇਹਨਾਂ ਨੂੰ ਨਾ ਨਾਮ ਪੁੱਠਾ ਪੈ ਗਿਆ, ਮਸਤਾਨੀ ਬਿਰਤੀ ਹੋ ਗਈ ਹੈ, ਕਮਲੇ ਹੋ ਗਏ ਨੇ। ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਭਣਵੱਈਏ ਕਾਬਲ ਸਿੰਘ ਨੂੰ ਸੱਦ ਕੇ ਆਖਿਆ ਵੀ ਰਾਮ ਸਿੰਘ ਇਸ ਤਰ੍ਹਾਂ ਦੇ ਬਹੁਤ ਕਾਰਜ ਕਰਦਾ ਹੈ, ਕਮਲਾ ਹੋ ਗਿਆ ਅਤੇ ਤੂੰ ਇਹਨਾਂ ਨੂੰ ਸਮਝਾ। ਹੁਣ ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਕਾਬਲ ਸਿੰਘ ਕੋਲ, ਅਤੇ ਕਾਬਲ ਸਿੰਘ ਆਇਆ, ਉਹਨੇ ਆਣ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਫੜ ਕੇ ਅਤੇ ਤੋਪ ਨਾਲ ਬੰਨ੍ਹ ਦਿੱਤਾ। ਜਦੋਂ ਉਹਨੇ ਤੋਪ ਨਾਲ ਬੰਨ੍ਹਿਆ ਅਤੇ ਸਤਿਗੁਰੂ ਰਾਮ ਸਿੰਘ ਜੀ ਹਾਲੇ ਉਹਨੇ ਬੰਨ੍ਹਿਆ ਹੀ ਸੀਗਾ, ਉੱਧਰੋਂ ਭਾਈ ਕਾਹਨ ਸਿੰਘ ਜੀ ਨੂੰ ਪਤਾ ਲੱਗਾ, ਆਪਣੇ ਸੂਬੇਦਾਰ ਕਾਹਨ ਸਿੰਘ ਨੂੰ ਪਤਾ ਲੱਗਾ, ਉਹ ਆਏ। ਉਹਨਾਂ ਨੇ ਆਣ ਕੇ ਫਿਰ ਉਹਨੂੰ ਕਾਬਲ ਸਿੰਘ ਨੂੰ ਆਖਿਆ, ਆਂਦੇ ਉਹ ਤਾਂ ਬੇਗਾਨੇ ਨੇ ਪਰ ਤੂੰ ਤਾਂ ਆਪਣਾ ਸੀ ਨਾ, ਤੂੰ ਕਿਉਂ ਐਵੇਂ ਕੀਤਾ। ਉਹਨਾਂ ਨੇ ਦਵਾ ਦਵ ਰੱਸੀਆਂ ਵੱਡੀਆਂ ਟਕੂਏ ਨਾਲ ਅਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਤੋਪ ਨਾਲੋਂ ਖੋਲ੍ਹ ਦਿੱਤਾ। ਜਦੋਂ ਖੋਲ੍ਹਿਆ ਤਾਂ ਸਤਿਗੁਰੂ ਰਾਮ ਸਿੰਘ ਜੀ ਫਿਰ ਹੁਕਮ ਕੀਤਾ, ਕਾਬਲ ਸਿਆਂ ਤੂੰ ਵੀ ਇਸੇ ਤੋਪ ਨਾਲ ਹੀ ਉੱਡੇਂਗਾ। ਉਹ ਫਿਰ ਗਾਂਹ ਜਾ ਕੇ ਜਦੋਂ 12 ਤੋਪਾਂ ਉਹਦੇ ਅੰਡਰ ਆਉਂਦੀਆਂ ਸਨ, ਗਾਂਹ ਜਾ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਜੰਗ ਵਿੱਚ, ਉਹ ਕਾਬਲ ਸਿੰਘ 'ਤੇ ਸਰਾਪ ਪੂਰਾ ਹੋਇਆ। ਉਹ ਇਸੇ ਤਰ੍ਹਾਂ ਹੀ ਤੋਪ ਦੇ ਨਾਲ ਉੱਡ ਕੇ ਚੜ੍ਹਾਈ ਕੀਤਾ, ਮਰਿਆ ਸੀ। ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਨਾਲ ਇਕੱਠਿਆਂ ਕਰਕੇ ਭਜਨ ਬਾਣੀ ਕਰਨਾ, ਪਾਠ ਕਰਨਾ, ਸਿੱਖਾਂ ਨੂੰ ਧਰਮਸ਼ਾਲਾ ਵਿੱਚ ਲਿਜਾ ਕੇ ਆਪਣੇ ਹੱਥੀਂ ਆਪ ਪੋਚਾ ਲਾ ਕੇ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੁਕਮ ਕੀਤਾ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੀ ਦਸਤਾਰ ਲਾ ਕੇ ਉਹਦੇ ਨਾਲ ਗ੍ਰੰਥ ਸਾਹਿਬ ਸਾਫ਼ ਕੀਤੇ, ਜਿਹਦੇ ਉੱਤੇ ਮੇਰਾ ਤਾਂ ਉਹ ਸ਼ਬਦ ਵਰਤਣ ਨੂੰ ਜੀਅ ਨਹੀਂ ਕਰਦਾ, ਪਰ ਇਤਿਹਾਸ ਇਸ ਤਰ੍ਹਾਂ ਹੀ ਕਹਿੰਦਾ ਆ ਕਿ ਚੂਹਿਆਂ ਦੀਆਂ ਮੇਂਗਣਾਂ ਪਈਆਂ ਸਨ। ਜਦੋਂ ਉਹ ਸਤਿਗੁਰੂ ਰਾਮ ਸਿੰਘ ਜੀ ਪ੍ਰਕਾਸ਼ ਕੀਤਾ, ਆਪਣੀ ਦਸਤਾਰ ਨਾਲ ਸਾਰਾ ਕੁਝ ਸਾਫ਼ ਕਰਕੇ ਪੋਚਾ ਲਾਇਆ, ਧਰਮਸ਼ਾਲਾ ਵਿੱਚ ਪ੍ਰਕਾਸ਼ ਕਰਕੇ ਹੁਕਮ ਕੀਤਾ, ਸਾਧ ਸੰਗਤ ਜੀ ਪਾਠ ਕਰਿਆ ਕਰੋ। ਆਪ ਪਾਠ ਕਰਨਾ, ਸਵੇਰੇ ਆਸਾ ਦੀ ਵਾਰ ਲਾਉਣੀ, ਜਿਵੇਂ ਨਾਲ ਦੀਆਂ ਸਰੀਰਾਂ ਨੂੰ ਸਾਰਿਆਂ ਨੂੰ ਬਿਠਾ ਕੇ ਪਾਠ ਕਰਿਆ ਕਰਦੇ ਸਨ, ਭਜਨ ਕਰਿਆ ਕਰਦੇ ਸਨ। ਫੌਜ ਦੇ ਨਾਲ ਦੇ ਜਿਹੜੇ ਸਰੀਰ ਸਨ ਉਹਨਾਂ ਨੇ ਕੌਤਕ ਵੇਖੇ ਸਨ, ਕਿਉਂਕਿ ਬਾਬਾ ਜਮੀਤ ਸਿੰਘ ਜੀ ਅਤੇ 150 ਸਰੀਰ ਤੁਹਾਨੂੰ ਦੱਸਿਆ ਨਾ ਭਜਨ ਪੁੱਛ ਕੇ ਆਏ ਸਨ। ਉਹ ਸਾਰਿਆਂ ਨੂੰ ਸਤਿਗੁਰੂ ਬਾਲਕ ਸਿੰਘ ਜੀ ਹੁਕਮ ਕਰਕੇ ਭੇਜਿਆ ਸੀ, ਅੱਜ ਤੋਂ ਬਾਅਦ ਇਹੀ ਠਾਕਰ ਨੇ, ਅਸੀਂ ਇਹਨਾਂ ਦੇ ਇੰਤਜ਼ਾਰ ਵਿੱਚ ਬੈਠੇ ਸਾਂ ਅਤੇ ਕਿਰਪਾ ਕਰਕੇ ਅੱਜ ਤੋਂ ਬਾਅਦ ਸਾਰੇ ਜਿਹੜੇ ਨੇ ਇਹਨਾਂ ਦੇ ਲੜ ਲੱਗੋ। ਸਚਪਾ ਦੇ ਲੜ ਲਾਇਆ ਸੀ। ਹੁਣ ਗੁਰਤਾ ਜਿਹੜੀ ਪ੍ਰਾਪਤ ਕੀਤੀ ਸੀ ਉਹ ਸਾਰਿਆਂ ਦੇ ਸਾਹਮਣੇ ਕੀਤੀ ਸੀ। ਇਸ ਕਰਕੇ ਜਿਹੜੇ ਫੌਜ ਸੀ ਇਹ ਹੁਕਮ ਮੰਨਦੀ ਸੀ। ਇਸ ਕਰਕੇ ਹੁਕਮ ਮੰਨਣ ਦੇ ਨਾਲ ਉਹਨਾਂ ਦੇ ਵਿੱਚ ਸਾਧੂ ਸੁਭਾਅ ਆਇਆ, ਭਜਨ ਬੰਦਗੀ ਕਰਨ ਲੱਗ ਗਏ। ਇਸ ਪਲਟਨ ਨੂੰ ਭਗਤਾਂ ਵਾਲੀ ਪਲਟਨ ਆਖਿਆ ਜਾਣ ਲੱਗ ਗਿਆ ਸੀ, ਸਿਰਫ ਸਤਿਗੁਰੂ ਰਾਮ ਸਿੰਘ ਜੀ ਕਰਕੇ।
ਸਤਿਗੁਰੂ ਰਾਮ ਸਿੰਘ ਜੀ ਇੱਕ ਦਿਨ ਪਾਠ ਕਰ ਰਹੇ ਸਨ। ਪਾਠ ਕਰ ਰਹੇ ਸਨ ਤੇ ਇੱਕ ਸਿੱਖ ਆਇਆ, ਉਹਦੇ ਕੋਲ ਕੜਾਹ ਪ੍ਰਸ਼ਾਦ ਸੀ। ਉਹ ਕੜਾਹ ਪ੍ਰਸ਼ਾਦ ਲੈ ਕੇ ਆਇਆ। ਉਹ ਆਣ ਕੇ ਕੜਾਹ ਪ੍ਰਸ਼ਾਦ ਰੱਖ ਕੇ ਜਦੋਂ ਉਹਨੇ ਰੱਖਿਆ ਅਰਦਾਸ ਕਰਨ ਵਾਸਤੇ, ਤੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਦੂਰ ਲੈ ਜਾ, ਇਹਨੂੰ ਨੇੜੇ ਨਾ ਲੈ ਕੇ ਆਈ। ਉਹ ਨਾ ਮੁੜਿਆ, ਕਿਉਂ ਨਾ ਉਹਦੇ ਮਨ 'ਚ ਆਈ, ਪਰ ਉਹਨੇ ਦਵਾ ਦਵ ਲਿਆ ਕੇ ਅੱਗੇ ਰੱਖ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਤੇਜ਼ੀ ਨਾਲ ਉੱਠੇ, ਉੱਠ ਕੇ ਟਕੂਏ ਦੇ ਨਾਲ ਉਸ ਥਾਲੀ ਦੇ ਕਿੰਨੇ ਟੋਟੇ ਕਰਤੇ। ਜਦੋਂ ਟੋਟੇ ਕਰ ਦਿੱਤੇ ਥਾਲੀ ਦੇ, ਤੇ ਸਾਰੇ ਜਾਣੇ ਗੁੱਸੇ ਹੋਣ ਲੱਗ ਗਏ, ਇਹ ਕੀ ਕੀਤਾ ਤੂੰ? ਹਲੇ ਗੁੱਸੇ ਹੋ ਹੀ ਰਹੇ ਸਨ, ਤੇ ਸਤਿਗੁਰੂ ਰਾਮ ਸਿੰਘ ਜੀ ਤੇਜ਼ੀ ਨਾਲ ਹੁਕਮ ਕੀਤਾ, ਉਹ ਹੁੱਕੇ ਦਾ ਕੜਾਹ ਪ੍ਰਸ਼ਾਦ, ਪਾਣੀ ਦੇ ਹੁੱਕੇ ਦੇ ਪਾਣੀ ਦਾ ਕਰੋ ਤੁਸੀਂ ਕੜਾਹ ਪ੍ਰਸ਼ਾਦ, ਤੇ ਭੋਗ ਗੁਰੂ ਨੂੰ ਲਵਾਓ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ। ਕਈਆਂ ਨੇ ਸੋਚਿਆ ਵੀ ਯਾਰ ਇਹ ਕਦੀ ਝੂਠ ਬੋਲਦੇ ਨਹੀਂ, ਕੁਝ ਨਾ ਕੁਝ ਤਾਂ ਗੱਲ ਹੋਏਗੀ। ਉਹਨਾਂ ਨੇ ਜਾ ਕੇ ਉਸ ਹਲਵਾਈ ਨੂੰ ਆਖਿਆ, ਕਿਉਂਕਿ ਲੋਕ ਜਿਹੜੇ ਸਨ ਨਾ ਉਸ ਟਾਈਮ ਹਲਵਾਈਆਂ ਤੋਂ ਬਣਵਾਉਣ ਲੱਗ ਗਏ ਸਨ ਕੜਾਹ ਪ੍ਰਸ਼ਾਦ, ਆਪ ਨਹੀਂ ਸਨ ਘਰੇ ਬਣਾਉਂਦੇ। ਹਲਵਾਈ ਨੂੰ ਜਾ ਕੇ ਆਖਿਆ ਵੀ ਤੈਨੂੰ ਕਹਿੰਦੇ ਕੁਝ ਨਹੀਂ, ਤੇ ਸਾਨੂੰ ਸੱਚੋ ਸੱਚ ਦੱਸ ਵੀ ਆਹ ਕੜਾਹ ਪ੍ਰਸ਼ਾਦ ਕਾਹਦਾ ਬਣਾਇਆ? ਉਹ ਆਂਦਾ ਜੀ ਜਦੋਂ ਮੈਂ ਸਵੇਰੇ ਉੱਠਿਆ ਸੀ ਆਪਣਾ, ਮੈਂ ਵੇਖਿਆ ਕਿ ਹੁੱਕਿਆ ਨਰੇਲ ਜਿਹੜਾ ਮੇਰਾ ਉਹ ਭਾਂਡਾ ਸੀ ਉਹ ਖਾਲੀ ਸੀ, ਮੈਂ ਇਸ ਪਾਣੀ ਵਿੱਚ ਡੋਬ ਕੇ ਉਹਨੂੰ ਭਰ ਲਿਆ। ਹੁਣ ਜਦੋਂ ਹੁੱਕੇ ਵਾਲੇ ਪਾਣੀ ਦੇ ਨਾਲ, ਭਾਂਡੇ ਦੇ ਨਾਲ ਇੱਕ ਕੋਈ ਭਾਂਡਾ ਹੋਏਗਾ ਜਾਂ ਕੁਛ ਬੱਚਾ ਹੋਏਗਾ, ਕੋਈ ਵੱਡਾ ਭਾਂਡਾ ਹੋਏਗਾ, ਉਹਦੇ ਵਿੱਚੋਂ ਪਾਣੀ ਪਾਇਆ ਉਹਨੇ, ਅਤੇ ਜਦੋਂ ਉਹਨੂੰ ਵਿੱਚ ਲਾਇਆ ਤਾਂ ਉਹ ਸਾਰਾ ਪਾਣੀ ਹੁੱਕੇ ਵਾਲਾ ਹੋ ਗਿਆ। ਕਹਿੰਦਾ ਫਿਰ ਮੈਂ ਆਪਣਾ ਹੁੱਕੇ ਵਾਲਾ ਨਰੇਲ ਉਹਦੇ ਵਿੱਚੋਂ ਡੋਬਿਆ ਸੀ, ਬਾਅਦ ਵਿੱਚ ਉਸੇ ਪਾਣੀ ਵਿੱਚੋਂ ਮੈਂ ਪਾਣੀ ਲੈ ਕੇ ਆਹ ਕੜਾਹ ਪ੍ਰਸ਼ਾਦ ਤਿਆਰ ਕੀਤਾ ਸੀ। ਸਾਧ ਸੰਗਤ ਜੀ, ਕੜਾਹ ਪ੍ਰਸ਼ਾਦ ਦੀ ਇੱਕ ਬਹੁਤ ਮਰਜ਼ਾਦਾ ਆ। ਸਤਿਗੁਰੂ ਰਾਮ ਸਿੰਘ ਜੀ ਦੇ ਬੜੇ ਸਿੱਖ ਸਜਾਏ ਸੰਤ ਜਿਊਣ ਸਿੰਘ ਜੀ, ਸੰਤ ਜਿਊਣ ਸਿੰਘ ਜੀ ਇੱਕ ਥਾਂ 'ਤੇ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਜਾਣ ਤੋਂ ਬਾਅਦ ਕੜਾਹ ਪ੍ਰਸ਼ਾਦ ਕੀਤਾ। ਕੜਾਹ ਪ੍ਰਸ਼ਾਦ ਕੀਤਾ ਅਤੇ ਸਾਰੀ ਸੰਗਤ ਬੈਠੀਏ, ਹੁਣ ਭੋਗ ਪੈਣੇ ਸਨ ਪਾਠਾਂ ਦੇ। ਕੜਾਹ ਪ੍ਰਸ਼ਾਦ ਲੈ ਕੇ ਆਏ, ਹਲੇ ਪਾਠਾਂ ਦੀ ਅਰਦਾਸ ਕਰਨ ਵਿੱਚ, ਭੋਗ ਪੈਣ ਵਿੱਚ ਕੁਝ ਦੇਰੀ ਸੀ, ਥੋੜ੍ਹੀ ਜਿਹੀ ਹਲਕੀ ਜਿਹੀ ਦੇਰੀ ਸੀ। ਤੁਹਾਨੂੰ ਪਤਾ ਪ੍ਰਸ਼ਾਦ ਥੋੜ੍ਹਾ ਚਿਰ ਪਹਿਲਾਂ ਲੈ ਕੇ ਆਈਦਾ। ਅਤੇ ਸੰਤ ਜਿਊਣ ਸਿੰਘ ਜੀ ਖੜ੍ਹੇ ਹੋਏ, ਉੱਠ ਕੇ ਆਖਣ ਲੱਗੇ ਵੀ ਐਵੇਂ ਕਰੋ, ਆਹ ਕੜਾਹ ਪ੍ਰਸ਼ਾਦ ਮੈਨੂੰ ਦੇ ਦਿਓ ਹੁਣੀ। ਅਤੇ ਵਿੱਚੋਂ ਇੱਕ ਦੋ ਸਰੀਰ ਉੱਠ ਕੇ ਆਂਦੇ, ਕਹਿੰਦੇ ਆਇਆ ਤੂੰ ਏਡਾ ਵੱਡਾ ਸੰਤ, ਪਹਿਲਾਂ ਭੋਗ ਲੱਗਿਆ, ਤੈਨੂੰ ਬਾਅਦ 'ਚ ਪ੍ਰਸ਼ਾਦ ਦਿਆਂਗੇ। ਸੰਤ ਕਹਿੰਦੇ ਮੈਂ ਛੇਤੀ ਜਾਣਾ, ਮੈਂ ਤੈਨੂੰ ਆਖਿਆ ਵੀ ਮੈਨੂੰ ਪਹਿਲਾਂ ਦੇ ਦੇ। ਜਦੋਂ ਸੰਤਾਂ ਅਕਸਰ ਨੂੰ ਸੰਤ ਬੜੀ ਕਰਨੀ ਵਾਲੇ ਸਨ, ਬਿਰਤੀ ਉੱਚੀ ਸੀ ਸੰਤਾਂ ਦੀ, ਸਤਿਕਾਰ ਵੀ ਬੜਾ ਕਰਦੇ ਸਨ। ਕੁਝ ਸਰੀਰ ਸੰਤਾਂ ਵੱਲ ਹੋ ਗਏ, ਕੁਝ ਦੂਸਰੇ ਪਾਸੇ ਖੜ੍ਹੇ ਹੋ ਗਏ, ਆਪਸ 'ਚ ਟਕਰਾਰ ਹੋ ਗਿਆ, ਉੱਥੇ ਬਹਿਸ ਸ਼ੁਰੂ ਹੋ ਗਈ, ਥੋੜ੍ਹਾ ਜਿਹਾ ਲੜਾਈ ਵਾਲਾ ਮਾਹੌਲ ਬਣ ਗਿਆ। ਸੰਤ ਆਂਦੇ ਮੈਂ ਕੜਾਹ ਪ੍ਰਸ਼ਾਦ ਛਕ ਕੇ ਅਤੇ ਮੈਂ ਫਿਰ ਜਾਣਾ, ਤੁਸੀਂ ਬਾਅਦ 'ਚ ਅਰਦਾਸ ਕਰੀ ਜਾਇਓ। ਹੁਣ ਜਦੋਂ ਸੰਤ ਜੇ ਛਕ ਲੈਣ, ਉਹਦੇ ਵਿੱਚ ਬਾਅਦ 'ਚ ਦੀ ਅਰਦਾਸ ਨਹੀਂ ਸੀ ਹੋ ਸਕਦੀ। ਹਲੇ ਇਹ ਜਦੋਂ ਵੇਖਿਆ ਕਿ ਬਹਿਸ ਜ਼ਿਆਦਾ ਹੋ ਗਈ ਹੈ, ਜਿਹੜੀ ਘਰ ਵਾਲੀ ਬੀਬੀ ਸੀ ਉਹ ਆਈ, ਉਹਨੇ ਆਣ ਕੇ ਦੱਸਿਆ। ਉਦੋਂ ਬੀਬੀਆਂ ਵੀ ਕੜਾਹ ਪ੍ਰਸ਼ਾਦ ਤਿਆਰ ਕਰ ਲੈਂਦੀਆਂ ਸਨ। ਉਹ ਬੀਬੀ ਆਈ, ਉਹਨੇ ਆਣ ਕੇ ਅਰਜ਼ ਕੀਤੀ, ਕਹਿੰਦੀ ਸੰਤ ਜੀ ਇਹ ਸੰਤ ਜਿਹੜੀ ਗੱਲ ਕਹਿੰਦੇ ਨੇ ਇਹ ਠੀਕ ਕਹਿੰਦੇ ਨੇ, ਇਹ ਕੜਾਹ ਪ੍ਰਸ਼ਾਦ ਮਰਜ਼ਾਦਾ ਵਾਲਾ ਨਹੀਂ ਹੈਗਾ। ਇਹ ਇਸ ਕਰਕੇ ਸੰਤ ਆਏ ਨੇ, ਇਹ ਮੰਗਦੇ ਨੇ ਵੀ ਪਹਿਲਾਂ ਮੈਨੂੰ ਦੇ ਦਿਓ, ਇਹਦੇ ਨਾਲ ਤਾਂ ਭੋਗ ਲੱਗ ਹੀ ਨਹੀਂ ਸਕਦਾ। ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਦਾ ਜਿਹੜਾ ਹੁਕਮ ਆ, ਮੈਂ ਉਧਰ ਮਾਸਟਰ ਦਰਸ਼ਨ ਸਿੰਘ ਜੀ ਨੂੰ ਪੁੱਛਿਆ ਸੀ, ਜਿਹੜਾ ਗੁਰੂ ਨਾਨਕ ਦੇਵ ਜੀ ਇਹ ਮਰਜ਼ਾਦਾ ਬਣਾਈ ਸੀ ਕੜਾਹ ਪ੍ਰਸ਼ਾਦ ਦੀ, ਇੱਕੋ ਜਿਹਾ ਘਿਓ, ਇੱਕੋ ਜਿਹਾ ਆਟਾ, ਇੱਕੋ ਜਿਹੀ ਖੰਡ, ਉਹ ਬਰਾਬਰ ਦੀ ਪਾਉਣੀ ਹੈ। ਮੈਂ ਉਧਰ ਮਾਸਟਰ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਫਿਰ ਜੇ ਆਪਾਂ ਲਿਕੁਇਡ ਅਤੇ ਸੋਲਿਡ ਇਹਨਾਂ 'ਚ ਫਰਕ ਹੁੰਦਾ ਹੈ, ਜੇ ਆਪਾਂ ਇੱਕ ਕੌਲੀ ਪਾਈਏ ਤਾਂ ਉਹ ਬਰਾਬਰਤਾ ਨਹੀਂ ਆਉਂਦੀ। ਅਤੇ ਮਾਸਟਰ ਜੀ ਕਹਿੰਦੇ ਸੀ ਤੋਲ ਕੇ ਇੱਕ ਵਾਰੀ ਆਪਣੇ ਭਾਂਡਿਆਂ ਵਿੱਚ ਨਾਪ ਕੇ ਰੱਖ ਲਓ, ਕਿ ਤੁਹਾਨੂੰ ਬਾਅਦ 'ਚ ਪਤਾ ਲੱਗੇ ਵੀ ਜੇ ਅਸੀਂ ਇੱਕ ਕੌਲੀ ਅਸੀਂ ਆਟੇ ਦੀ ਪਾਉਂਦੇ ਹਾਂ ਅਤੇ ਫਿਰ ਖੰਡ ਦੀ ਕਿੰਨੀ ਪਾਉਣੀ ਬਣਦੀ ਹੈ, ਅਤੇ ਨਾਲ ਅਸੀਂ ਘਿਓ ਕਿੰਨਾ ਪਾਉਣਾ। ਇੱਕ ਵਾਰੀ ਇਹਦੀ ਮਾਤਰਾ ਜਿਹੜੀ ਹੈ ਉਹ ਕੱਢ ਕੇ ਬਰਾਬਰ ਦੀ ਸਹੀ ਕਰ ਲਓ, ਉਸ ਤੋਂ ਬਾਅਦ ਤੁਸੀਂ ਹਮੇਸ਼ਾ ਉਹਨੂੰ ਉਸ ਤਰ੍ਹਾਂ ਯੂਜ਼ ਕਰੋ। ਜੇ ਆਪਾਂ ਮਰਜ਼ਾਦਾ ਵਿੱਚ ਜਾਣਾ ਤਾਂ ਕੜਾਹ ਪ੍ਰਸ਼ਾਦ ਦੀ ਇਸ ਤਰ੍ਹਾਂ ਮਰਜ਼ਾਦਾ। ਪਿੱਛੇ ਜੇ ਕਈ ਸਰੀਰ ਦੁੱਧ ਵਿੱਚ ਕੜਾਹ ਪ੍ਰਸ਼ਾਦ ਬਣਾ ਕੇ ਵੀ ਉਹਨਾਂ ਦੀ ਅਰਦਾਸ ਕਰਾ ਲੈਣੀ। ਸਤਿਗੁਰੂ ਉਦੈ ਸਿੰਘ ਜੀ ਨੂੰ ਅਰਜ਼ ਕੀਤੀ ਕਿ ਇੱਕ ਪਾਠ ਦਾ ਭੋਗ ਪਾਉਣਾ ਸੀਗਾ, ਮੈਂ ਸੀਗਾ ਅਤੇ ਨਾਲ ਸੰਤ ਹਜ਼ੂਰਾ ਸਿੰਘ ਜੀ, ਅਤੇ ਮੈਨੂੰ ਕਹਿੰਦੇ ਵੀ ਸੋਧ ਦਾ ਜਲ। ਮੈਂ ਕਿਹਾ ਜੀ ਸੋਧ ਦਾ ਜਲ ਅਤੇ ਚਲੋ ਆਪਾਂ ਕਰ ਲਾਂਗੇ, ਸੋਧ ਦਾ ਜਲ ਤਾਂ ਹੈਗਾ ਮੈਂ ਕਿਹਾ ਘਰੇ। ਕਹਿੰਦੇ ਬਣਾਏਗਾ ਕੌਣ ਇਸ ਤਰ੍ਹਾਂ? ਮੈਂ ਕਿਹਾ ਸੰਤ ਜੀ ਦੁੱਧ 'ਚ ਬਣਾ ਲਈਏ। ਉਹ ਆਂਦੇ ਨਹੀਂ ਬਣਾ ਲਈਏ, ਇੱਕ ਵਾਰੀ ਆਪਾਂ ਅਰਜ਼ ਕਰ ਲਈਏ ਸੱਚ ਪਾਤਸ਼ਾਹੀ ਨੂੰ।
ਸਤਿਗੁਰੂ ਉਦੇ ਸਿੰਘ ਜੀ ਨੂੰ ਅਰਜ਼ ਕੀਤੀ ਵੀ ਕੀ ਹੁਕਮ ਹੈ ਜੀ। ਸੋ ਕੜਾਹ ਪ੍ਰਸ਼ਾਦ ਪਾਠ ਦਾ ਭੋਗ ਪਾਉਣਾ ਹੈ ਅਤੇ ਕੀ ਦੁੱਧ ਦੇ ਵਿੱਚ ਬਣਾ ਸਕਦੇ ਹਾਂ। ਸੱਚ ਭਾਵ ਕੀਤਾ ਨਹੀਂ ਬਣਾਉਣਾ। ਜਿਸ ਕੜਾਹ ਪ੍ਰਸ਼ਾਦ ਦੀ ਅਰਦਾਸ ਹੋਣੀ ਹੈ ਸੰਗਤ ਵਿੱਚ, ਉਹ ਸੋਧ ਦੇ ਜਲ ਨਾਲ ਹੀ ਬਣਾਇਆ ਜਾਏਗਾ ਅਤੇ ਫਿਰ ਤੁਸੀਂ ਉਹਦਾ ਭੋਗ ਲਵਾ ਸਕਦੇ ਸਤਿਗੁਰੂ ਰਾਮ, ਜਿਹੜਾ ਵੀ ਆਪਾਂ ਪਾਠ ਕਰਦੇ ਹਾਂ। ਅਤੇ ਕੜਾਹ ਪ੍ਰਸ਼ਾਦ ਜਿਹੜਾ ਹੈ ਉਹ ਸੰਗਤ ਵਿੱਚ ਸਿਰਫ ਉਦੋਂ ਲਿਆ ਕੇ ਅਰਦਾਸ ਕਰ ਸਕਦੇ ਹਾਂ ਜਦੋਂ ਤੁਸੀਂ ਕਿਸੇ ਵਰਨੀ ਦਾ ਭੋਗ ਪਾਉਣਾ ਹੋਵੇ, ਅਖੰਡ ਪਾਠ ਦੀ ਆਰੰਭਤਾ ਹੋਵੇ, ਜਾਂ ਭੋਗ ਸਮੇਂ ਬਿਨਾਂ ਕਿਸੇ ਵਰਨੀ ਦੇ ਭੋਗ ਤੋਂ, ਬਿਨਾਂ ਪਾਠਾਂ ਦੇ ਭੋਗ ਤੋਂ ਕੜਾਹ ਪ੍ਰਸ਼ਾਦ ਨੂੰ ਸੰਗਤ ਵਿੱਚ ਲਿਆ ਕੇ ਉਹਦਾ ਭੋਗ ਨਹੀਂ ਲਵਾ ਸਕਦੇ ਸੰਗਤ ਵਿੱਚ। ਹਾਂ, ਤੁਸੀਂ ਲਾਂਗਰੀ ਸਿੰਘ ਆਪਣਾ ਜਿੱਥੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਇਕੱਲਾ ਖਲੋ ਕੇ ਅਰਦਾਸ ਕਰ ਲਵੇ, ਪਰ ਸਾਧ ਸੰਗਤ ਵਿੱਚ ਤੁਸੀਂ ਸਿਰਫ ਉਦੋਂ ਹੀ ਲੈ ਕੇ ਆ ਸਕਦੇ ਹਾਂ ਜਦੋਂ ਕਿਸੇ ਵਰਨੀ ਦਾ, ਪਾਠ ਦਾ, ਅਖੰਡ ਪਾਠ ਦਾ ਭੋਗ ਪਾਉਣਾ ਹੋਵੇ। ਇਸ ਤਰ੍ਹਾਂ ਜਦੋਂ ਉਹਨੂੰ ਪਤਾ ਲੱਗਾ ਅਤੇ ਸਾਰਿਆਂ ਨੂੰ ਪਤਾ ਲੱਗਾ ਵੀ ਇਹ ਜਿਹੜਾ ਕੜਾਹ ਪ੍ਰਸ਼ਾਦ ਸੀਗਾ ਅਤੇ ਹੁੱਕੇ ਦੇ ਪਾਣੀ ਦਾ ਕੀਤਾ ਹੋਇਆ ਸੀਗਾ, ਫਿਰ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ 'ਤੇ ਡਿੱਗੇ ਵੀ ਸਾਡੇ ਤੋਂ ਗਲਤੀ ਹੋ ਗਈ, ਅਸੀਂ ਤੁਹਾਨੂੰ ਕੁਝ ਮਾੜਾ ਬੋਲਿਆ। ਇਸ ਕਰਕੇ ਜਿਹੜੀ ਸੰਗਤ ਸੀ ਨਾ, ਉਹ ਜਿਹੜੇ ਫੌਜੀ ਸਨ, ਸਿਪਾਹੀ ਸਨ, ਉਹ ਬਹੁਤ ਭੈ ਕਰਦੇ ਸਨ, ਭੈ ਰੱਖਦੇ ਸਨ ਸਤਿਗੁਰੂ ਰਾਮ ਸਿੰਘ ਦਾ ਵੀ ਜੋ ਵੀ ਇਹ ਮੁੱਖ 'ਚੋਂ ਬੋਲਾ ਬੋਲਦੇ ਨੇ ਉਹ ਪੂਰਨ ਹੋ ਜਾਂਦਾ ਹੈ। ਇੱਕ ਦਿਨ ਇੱਕ ਸਿੱਖ ਆਇਆ, ਸੱਚ ਪਾਤਸ਼ਾਹ ਜੀ ਪਾਠ ਕਰ ਰਹੇ ਸਨ। ਸਿੱਖ ਆਇਆ ਪੰਜਾਬ ਸਿੰਘ, ਉਹ ਆਣ ਕੇ ਅਰਜ਼ ਕਰਦਾ ਹੈ, ਪੰਜਾਬ ਸਿੰਘ ਸੱਚ ਪਾਤਸ਼ਾਹ ਜੀ ਖੁਸ਼ੀ ਵਿੱਚ ਆਏ, ਹੁਕਮ ਕੀਤਾ ਪੰਜਾਬੀਆ ਮੰਗ ਲੈ, ਕੀ ਮੰਗਣਾ ਹੈ। ਕਹਿੰਦਾ ਮੈਨੂੰ ਦੇ ਸਕਦਾ ਤੂੰ ਕੁਝ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ, ਮੰਗ ਪੰਜਾਬੀਆ ਕੀ ਮੰਗਣਾ ਹੈ। ਕਹਿੰਦਾ ਜੀ ਜੇ ਦੇ ਸਕਦੇ ਹੋ, ਕੰਜਰੀ, ਮਾਸ ਅਤੇ ਸ਼ਰਾਬ, ਇਹ 3 ਚੀਜ਼ਾਂ ਮਿਲਣ ਮੈਨੂੰ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ। ਸੱਚ ਪਾਤਸ਼ਾਹ ਜੀ ਬਹੁਤ ਤੇਜ਼ੀ ਵਿੱਚ ਹੋ ਕੇ, ਗੁੱਸੇ ਵਿੱਚ ਹੋ ਕੇ ਹੁਕਮ ਕੀਤਾ, ਜਾ ਪੰਜਾਬੀਆ ਖਰਾਬਿਆ, ਗਲ ਕੇ ਮਰੇਂਗਾ ਤੂੰ। ਸਤਿਗੁਰੂ ਪ੍ਰਤਾਪ ਸਿੰਘ ਦਾ ਉਪਦੇਸ਼ ਹੁੰਦਾ ਹੈ, ਅਤਸ਼ਕ ਦੀ ਬਿਮਾਰੀ ਹੋਈ, ਜਿਹਨੂੰ HIV ਪੋਜ਼ੀਟਿਵ ਜਾਂ ਏਡਸ ਕਹਿ ਸਕਦੇ ਹਾਂ ਆਪਾਂ, ਉਹ ਉਸ ਬਿਮਾਰੀ ਨਾਲ ਮਰਿਆ। ਉਹ ਨੈਣਾ ਦੇਵੀ ਗਿਆ ਸੀ ਪਹਾੜਾਂ ਵਿੱਚ, ਉੱਥੇ ਜਾ ਕੇ ਉਹ ਬਿਮਾਰੀ ਉਹਦੀ ਜ਼ਿਆਦਾ ਤੇਜ਼ ਹੋ ਗਈ। ਉਸ ਬਿਮਾਰੀ ਦੇ ਨਾਲ ਹੀ ਉਹ ਗਲ ਕੇ ਅਤੇ ਫਿਰ ਉਹ ਮਰਿਆ। ਜਿਹੜਾ ਵੀ ਜੇ ਕੋਈ ਕਿਸੇ ਨੂੰ ਸ਼ਰਾਬ ਦਿੱਤਾ ਹੈ, ਉਹ ਤਤਛਿਣ ਪੂਰਾ ਹੋ ਰਿਹਾ ਹੈ। ਜੇ ਕਿਸੇ ਨੂੰ ਪਾਤਸ਼ਾਹ ਜੀ ਕੋਈ ਵਰਦਾਨ ਦੇ ਰਹੇ ਨੇ, ਉਹ ਵੀ ਪੂਰਾ ਹੋ ਰਿਹਾ। ਜਿਹੜੇ ਸਿੱਧਕੀ ਸਿੱਖ ਨੇ, ਉਹ ਬੜਾ ਅਦਬ ਕਰਦੇ ਨੇ ਸਤਿਗੁਰੂ ਰਾਮ ਸਿੰਘ ਜੀ ਦਾ। ਸਤਿਗੁਰੂ ਰਾਮ ਸਿੰਘ ਜੀ ਬਾਹਰ ਜੰਗਲ ਵਿੱਚ ਬੈਠ ਕੇ, ਬਾਹਰ ਜੰਗਲ ਵਿੱਚ ਵੀ ਕਹਿ ਸਕਦੇ ਹਾਂ, ਭਾਵ ਕਿ ਜਿੱਥੇ ਪਲਟਨ ਰਹਿੰਦੀ ਏ ਉੱਥੋਂ ਬਾਹਰ ਦੂਰ ਚਲੇ ਜਾਣਾ, ਜੰਗਲ ਵਿੱਚ ਬੈਠ ਜਾਣਾ, ਉੱਥੇ ਬੈਠ ਕੇ ਹੀ ਬੰਦਗੀ ਕਰਦੇ ਰਹਿੰਦੇ। ਕਈ ਦਿਨ ਸੱਚ ਪਾਤਸ਼ਾਹ ਜੀ ਵਾਪਸ ਨਹੀਂ ਸਨ ਆਉਂਦੇ ਘਰੇ, ਉੱਥੇ ਬੈਠ ਕੇ ਬੰਦਗੀ ਕਰਦੇ ਰਹਿੰਦੇ ਸਨ। ਇੱਕ ਦਿਨ ਆਪਣੀ ਪੂਰੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਯੂਨੀਫਾਰਮ, ਪੁਸ਼ਾਕ ਪਾਈ ਸਤਿਗੁਰੂ ਰਾਮ ਸਿੰਘ ਜੀ ਨੇ, ਫੌਜ ਦੀ ਜਿਹੜੀ ਸੀਗੀ, ਉਹ ਪਾ ਕੇ ਬਾਹਰ ਜੰਗਲ ਵਿੱਚ ਬੈਠ ਕੇ ਨਾਮ ਸਿਮਰਨ ਕਰ ਰਹੇ ਸਨ। 2 ਫੌਜੀ ਆਏ, ਸਿਪਾਹੀ ਆਏ, ਉਹਨਾਂ ਨੇ ਆਣ ਕੇ ਆਖਿਆ ਵੀ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਨਾ, ਉਦੋਂ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਫੌਜ ਦੇ ਲੋਕਾਂ ਨੂੰ ਲੁੱਟਣ ਲੱਗ ਗਏ, ਅਤੇ ਜੇ ਕੋਈ ਵੱਡਾ ਫੌਜਦਾਰ ਸੀ, ਉਹ ਛੋਟੇ ਨੂੰ ਲੁੱਟ ਰਿਹਾ ਸੀ। ਅਰਾਜਕਤਾ ਫੈਲੀ ਹੋਈ ਸੀ, ਸਾਰੇ ਸਿਰਫ ਪੈਸੇ ਦੇ ਅਤੇ ਮੰਦਭਾਗੀ ਹੋ ਚੁੱਕੇ ਸਨ, ਮੰਦੇ ਕਰਮਾਂ ਵਿੱਚ ਰੁੱਝੇ ਹੋਏ ਸਨ। ਉਹਨਾਂ ਨੇ ਆਖਿਆ ਕਿ ਸਾਨੂੰ ਆਪਣੇ ਕੱਪੜੇ ਲਾ ਦੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਆਪਾਂ ਇੱਕੋ ਫੌਜ ਦੇ ਹਾਂ, ਇਸ ਤਰ੍ਹਾਂ ਨਾ ਕਰੋ। ਉਹ ਕਹਿੰਦੇ ਜੀ ਨਹੀਂ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਜੇ ਤੁਸੀਂ ਜ਼ੋਰ ਨਾਲ ਮੰਗੋ ਮੇਰੇ ਤੋਂ, ਅਤੇ ਮੈਂ ਨਹੀਂ ਤਾਂ ਵੀ ਨਹੀਂ ਦੇਣੇ, ਪਰ ਜੇ ਤੁਸੀਂ ਆਪਣੀਆਂ ਜੜ੍ਹਾਂ ਪੁਟਾਉਣੀਆਂ ਨੇ ਅਤੇ ਫਿਰ ਮੈਂ ਦੇ ਦਿੰਦਾ। ਜਦੋਂ ਕਹਿੰਦੇ ਵੀ ਭਾਵੇਂ ਸਾਡੀਆਂ ਜੜ੍ਹਾਂ ਪੁੱਟੀਆਂ ਜਾਣ, ਪਰ ਅਸੀਂ ਇਹ ਕੱਪੜੇ ਜਿਹੜੇ ਨੇ, ਇਹ ਜਿਹੜੀ ਪੁਸ਼ਾਕ ਪਾਈਏ, ਗਹਿਣੇ ਪਾਏ ਨੇ, ਕੈਂਠਾ ਪਾਇਆ, ਇਹ ਅਸੀਂ ਲੈਣਾ ਹੀ ਲੈਣਾ। ਸਤਿਗੁਰੂ ਰਾਮ ਸਿੰਘ ਜੀ ਲਾ ਕੇ ਦੇ ਦਿੱਤਾ। ਸੱਚ ਭਾਵ ਕੀਤਾ, ਜਾਓ ਤੁਹਾਡੀਆਂ ਜੜ੍ਹਾਂ ਪੱਟੀਆਂ। ਉਹ ਆਂਦੇ ਨਹੀਂ, ਸਾਨੂੰ ਬਸਤਰ ਵੀ ਲਾਓ। ਸਤਿਗੁਰੂ ਰਾਮ ਸਿੰਘ ਦੇ ਬਸਤਰ ਵੀ ਲਵਾ ਦਿੱਤੇ। ਫਿਰ ਉਹ ਕਹਿੰਦਾ ਜੀ ਦਸਤਾਰ ਵੀ ਲਾਓ। ਸੱਚ ਭਾਵ ਕੀਤਾ, ਸਿਰੋਂ ਨੰਗਾ ਨਾ ਕਰਿਆ ਜੀ ਮੈਨੂੰ, ਕੋਈ ਗੱਲ ਨਹੀਂ। ਜੇ ਤੁਸੀਂ ਮੇਰੇ ਤੋਂ ਵੈਸੇ ਵੀ ਮੰਗਦੇ ਨਾ ਕੱਪੜੇ, ਮੈਂ ਸਾਰੇ ਤਾਂ ਵੀ ਲਾ ਦਿੰਦਾ, ਦੀਨ ਹੋ ਕੇ ਮੰਗਦੇ, ਪਰ ਤੁਸੀਂ ਹੁਣ ਆਪ ਆਖਿਆ ਕਿ ਸਾਡੀਆਂ ਭਾਵੇਂ ਜੜ੍ਹਾਂ ਪੁੱਟੀਆਂ ਜਾਣ। ਕਹਿੰਦੇ ਨਹੀਂ, ਦਸਤਾਰ ਵੀ ਲਾ ਦੇ। ਸਤਿਗੁਰੂ ਰਾਮ ਸਿੰਘ ਜੀ ਉਦਣ ਵਾਪਸ ਨੰਗੇ ਸਿਰ ਆਏ, ਪਰ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਕਿ ਮਲੇਸ਼ ਖਾਲਸੇ ਦਾ ਨਾਸ ਹੋਵੇ ਅਤੇ ਸੰਤ ਖਾਲਸੇ ਦਾ ਪ੍ਰਕਾਸ਼ ਹੋਵੇ। ਇਹ ਜਿਹੜਾ ਖਾਲਸਾ ਆ, ਉਹ ਮਲੇਸ਼ ਹੋ ਗਿਆ। ਤੁਸੀਂ ਕਈ ਵਾਰ ਸੁਣਿਓ
ਕਿ ਕਈ ਵਾਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਵੀ ਪ੍ਰਸੰਗ 'ਚ ਆਉਂਦਾ ਕਈ ਵਾਰ ਕਿ ਮਲੇਸ਼ਾਂ ਦਾ ਨਾਸ ਹੋਵੇ। ਮਲੇਸ਼ਾਂ ਤੋਂ ਭਾਵ ਇਹ ਨਹੀਂ ਗਾ ਕਿ ਸਿਰਫ ਮੁਸਲਮਾਨ ਮਲੇਸ਼ ਨੇ। ਮਲੇਸ਼ ਤੋਂ ਭਾਵ ਉਹ ਆ ਕਿ ਜਿਹਦੀ ਜਿਹੜੀ ਬੁੱਧ ਆ, ਮੱਤ ਆ, ਮਨ ਆ ਜਿਹੜਾ, ਉਹ ਇੰਨਾ ਖਰਾਬ ਹੋ ਗਿਆ, ਉਹ ਸਿੱਖੀ ਤੋਂ ਅਸਿੱਖੀ ਦੇ ਰਾਹੇ ਪੈ ਗਿਆ, ਉਹ ਰਾਹੇ ਤੋਂ ਕੁਰਾਹੇ ਪੈ ਗਿਆ। ਉਹ ਜਦੋਂ ਇਸ ਤਰ੍ਹਾਂ ਦੀਆਂ ਮਾੜੀਆਂ ਭਾਵਨਾਵਾਂ ਆਉਣ ਲੱਗ ਗਈਆਂ ਅਤੇ ਉਹਦੇ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ, ਇਹ ਮਲੇਸ਼ ਹੋ ਗਿਆ। ਕਿਉਂਕਿ ਉਸ ਟਾਈਮ ਮੈਂ ਦੱਸਿਆ ਨਾ, ਸਤਿਗੁਰੂ ਰਾਮ ਸਿੰਘ ਜੀ ਦੇ ਜਿਹੜਾ ਇਹ ਅਖੀਰਲਾ ਟਾਈਮ ਸੀਗਾ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਾਣ ਦਾ ਟਾਈਮ ਸੀਗਾ। ਇਸ ਟਾਈਮ ਵਿੱਚ ਲੋਕ ਜਿਹੜੇ ਸਨ, ਰਾਜੇ ਸਨ, ਉਹ ਵਿਭਚਾਰ ਕਰਦੇ ਸਨ, ਕੰਜਰੀਆਂ ਵੱਲ ਜਾਂਦੇ ਸਨ, ਮੁੰਡੇ ਰੱਖਣ ਲੱਗ ਗਏ, ਆਪਣੇ ਨਾਲ ਬੜੇ ਇਸ ਤਰ੍ਹਾਂ ਦੇ ਮਾਸ ਸ਼ਰਾਬ ਖਾਣ ਪੀਣ ਲੱਗ ਗਏ। ਸਿੱਖੀ ਤਾਂ ਬਿਲਕੁਲ ਹੀ ਖਤਮ ਕਰ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਸੀ ਕਿ ਤੁਸੀਂ ਕਦੀ ਵੀ ਪੰਜਾਬ ਵਿੱਚ ਬੁੱਚੜਖਾਨਾ ਨਹੀਂ ਲੱਗੇਗਾ। ਪਰ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ 10 ਸਾਲਾਂ ਬਾਅਦ ਹੀ ਜਿਹੜੀ ਫੱਟੀ ਲੱਗੀ ਹੋਈ ਸੀਗੀ ਹਰਿਮੰਦਰ ਸਾਹਿਬ ਦੇ ਬਾਹਰ, ਕਦੀ ਪੰਜਾਬ ਵਿੱਚ ਇੱਥੇ ਗਊ ਘਾਤ ਭਾਵੇਂ ਬੁੱਚੜਖਾਨਾ ਨਹੀਂ ਲੱਗ ਸਕਦਾ, ਗਊ ਕਤਲ ਨਹੀਂ ਹੋ ਸਕਦੀ, ਅੰਗਰੇਜ਼ਾਂ ਨੇ ਉਹ ਫੱਟੀ ਪਟਾ ਕੇ ਉੱਥੇ ਇਹ ਲਿਖਵਾ ਦਿੱਤਾ ਕਿ ਇੱਥੇ ਗਾਂ ਮਾਰ ਸਕਦੇ ਆ। ਫਿਰ ਉਸ ਤੋਂ ਬਾਅਦ ਬੁੱਚੜ ਲਾਏ ਸਨ, ਬੁੱਚੜਖਾਨੇ ਬਣਾਏ ਪੰਜਾਬ ਵਿੱਚ, ਜਾਣ ਕੇ ਬਣਾਏ ਸਨ ਉਹਨਾਂ ਨੇ, ਜਾਣ ਕੇ ਹਰਿਮੰਦਰ ਸਾਹਿਬ ਦੇ ਨਾਲ ਬਣਾਇਆ ਸੀ। ਰਾਏਕੋਟ ਵੀ ਤਾਂ ਬਣਾਇਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਗੁਰਦੁਆਰਾ ਸੀ ਉੱਥੇ। ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਸ਼ੁਰੂ ਕੀਤਾ, ਪਰ ਉਹ ਸਿੱਖਾਂ ਨੇ ਸਾਥ ਦਿੱਤਾ। ਡੋਗਰੇ ਜਿਹੜੇ ਸਨ, ਉਹਨਾਂ ਨੇ ਜਿਹੜਾ ਵੀ ਗੱਦੀ 'ਤੇ ਬੈਠਦਾ ਸੀ ਐਸੀ ਸਾਜ਼ਿਸ਼ ਰਚਦੇ ਸਨ, ਜਾਂ ਉਹਨੂੰ ਕੁਝ ਖਾਣ ਨੂੰ ਦਿੱਤਾ ਜਾਂਦਾ ਸੀ। ਜਿਹੜਾ ਨੌ ਨਿਹਾਲ ਸਿੰਘ ਸੀਗਾ, ਜਦੋਂ ਇਹ ਵਾਪਸ ਆ ਰਿਹਾ ਸੰਸਕਾਰ ਕਰਕੇ ਆਪਣੇ ਭਰਾ ਦਾ ਵਾਪਸ ਆ ਰਿਹਾ, ਅਤੇ ਡੋਗਰਿਆਂ ਨੇ ਸੋਚਿਆ ਕਿ ਜਦੋਂ ਵਾਪਸ ਆਏਗਾ ਤਾਂ ਇਸ ਵੱਡੇ ਗੇਟ ਥੱਲੇ ਨਿਕਲਣਾ ਇਹਨੇ, ਅਤੇ ਗੇਟ ਦੇ ਵਿੱਚ ਉਹਨਾਂ ਨੇ ਬਰੂਦ ਰੱਖਿਆ ਸੀ ਪਾ ਕੇ, ਕਿ ਜਦੋਂ ਬਰੂਦ ਪਾ ਕੇ ਰੱਖਿਆ ਅਤੇ ਨੌ ਨਿਹਾਲ ਸਿੰਘ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਆਹ ਛੱਜਾ ਜਿਹੜਾ ਹੈ ਮੇਰੇ 'ਤੇ ਸੁੱਟਣਾ ਹੈ। ਅਕਸਰ ਨੂੰ ਉਹ ਵੀ ਰਾਜ ਪਰਿਵਾਰ 'ਚ ਸੀ, ਉਹਨੂੰ ਰਾਜਨੀਤੀ ਪੂਰੀ ਆਉਂਦੀ ਸੀ, ਉਹਨੂੰ ਪਤਾ ਸੀ ਕੀ ਹੋ ਰਿਹਾ ਘਰ ਵਿੱਚ। ਉਹਨੇ ਜਿੰਨੇ ਡੋਗਰੇ ਨੇ ਸੁੱਟਣਾ ਸੀਗਾ ਛੱਜਾ, ਉਹਦਾ ਮੁੰਡਾ ਇਹਦੇ ਨਾਲ ਸੀਗਾ, ਉਹਨੇ ਬਾਂਹ ਫੜ ਕੇ ਆਪਣੇ ਨਾਲ ਮੁੰਡਾ ਲੈ ਲਿਆ ਉਹਦਾ, ਵੀ ਮੈਂ ਆਪਣੇ ਨਾਲ ਆਪਣੇ ਮੁੰਡੇ ਨੂੰ ਰੱਖਣਾ ਇਹਦੇ ਨੂੰ, ਹੁਣ ਤਾਂ ਨਹੀਂ ਮੇਰੇ 'ਤੇ ਸੁੱਟੇਗਾ ਛੱਜਾ। ਪਰ ਉਹਨੇ ਜਿਹਨੇ ਬਰੂਦ ਲਾਇਆ ਸੀ, ਉਹਨੂੰ ਅੱਗ ਲਾਉਣੀ ਸੀ, ਉਹਨੇ ਇਸ਼ਾਰਾ ਕਰਕੇ ਉਹਨੂੰ ਪੁੱਛਿਆ ਵੀ ਤੇਰਾ ਮੁੰਡਾ ਨਾਲ, ਹੁਣ ਕੀ ਕਰਾਂ? ਉਹ ਕਹਿੰਦਾ ਮੇਰੇ ਵਰਗੇ ਲੱਖ ਮੁੰਡੇ ਮੇਰੇ ਗਏ, ਕੋਈ ਗੱਲ ਨਹੀਂ, ਤੂੰ ਤਾਂ ਵੀ ਜਾਣ ਦੇ, ਇਹ ਨਹੀਂ ਜਾਣਾ ਚਾਹੀਦਾ। ਉਹ ਸੀਮਟ ਦਾ ਕਹਿ ਸਕਦੇ ਹਾਂ, ਉਸ ਟਾਈਮ ਬਹੁਤ ਭਾਰਾ ਇੱਟਾਂ ਦਾ ਬਣਿਆ ਛੱਜਾ ਸੀ, ਗੇਟ ਸੀਗਾ। ਜਦੋਂ ਨੌ ਨਿਹਾਲ ਥੱਲਿਓਂ ਲੰਘਣ ਲੱਗਾ, ਉਹਨੂੰ ਬਰੂਦ ਲਾਇਆ ਗਿਆ, ਉਹ ਸਾਰਾ ਟੁੱਟ ਕੇ ਉਹਦੇ ਉੱਤੇ ਡਿੱਗਿਆ। ਬਹੁਤਾ ਉਹਦੇ ਮੁੰਡੇ ਉੱਤੇ ਡਿੱਗਿਆ, ਨੌ ਨਿਹਾਲ 'ਤੇ ਘੱਟ ਡਿੱਗਿਆ। ਉਹਨਾਂ ਨੇ ਡੋਗਰਿਆਂ ਨੇ ਦਵਾ ਦਵ ਚੁੱਕ ਕੇ ਉਹਨੂੰ ਅੰਦਰ ਲੈ ਗਏ ਅਤੇ ਅੰਦਰ ਜਾਣੀ ਕਿਸੇ ਨੂੰ ਵੀ ਜਾਣ ਨਾ ਦਿੱਤਾ। ਉਸ ਤੋਂ ਬਾਅਦ ਉਹਦਾ ਇਲਾਜ ਇਹ ਸੀਗਾ ਕਿ ਉਹ ਬਚ ਸਕਦਾ ਸੀ, ਬਹੁਤ ਥੋੜ੍ਹਾ ਡਿੱਗਾ ਸੀ ਛੱਜਾ ਦੇ ਉੱਤੇ, ਉਹ ਇੰਨਾ ਮਰਨਾ ਵੀ ਨਹੀਂ ਸੀ, ਪਰ ਉਹਨਾਂ ਨੇ ਉਹਨੂੰ ਅੰਦਰ ਜਾ ਕੇ ਹੋਰ ਕੁੱਟਿਆ। ਉਹਦੀ ਮਾਂ ਨੂੰ ਨਹੀਂ ਮਿਲਣ ਦਿੱਤਾ, ਉਹਦੀ ਰਾਣੀ ਨੂੰ ਨਹੀਂ ਮਿਲਣ ਦਿੱਤਾ। ਪਰਿਵਾਰ ਜਿਹੜਾ ਆਉਂਦਾ ਸੀ ਬਾਹਰ, ਡੋਗਰਿਆਂ ਨੇ ਪਹਿਰਾ ਲਾ ਦਿੱਤਾ, ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦਿੰਦੇ। ਇਲਾਜ ਕਰਨ ਦੀ ਥਾਂ 'ਤੇ ਉਹਦੇ ਉੱਤੇ ਦਵਾਈਆਂ ਇਸ ਤਰ੍ਹਾਂ ਦੀਆਂ ਲਾਈਆਂ ਗਈਆਂ ਜਿਹਦੇ ਨਾਲ ਉਹ ਛੇਤੀ ਮਰ ਸਕੇ। 2-3 ਦਿਨਾਂ ਬਾਅਦ ਉਹਨੂੰ ਵੀ ਉਹਨਾਂ ਨੇ ਮਾਰ ਦਿੱਤਾ ਸੀ। ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕੋ ਹੀ ਪੁੱਤਰ ਬਚਿਆ ਸੀ, ਦਲੀਪ ਸਿੰਘ, ਜਿੰਨੇ ਚਿਰ ਨੂੰ ਅੰਗਰੇਜ਼ ਜਿਹੜੇ ਸਨ ਉਹ ਪੰਜਾਬ 'ਤੇ ਕਾਬਜ਼ ਹੋ ਚੁੱਕੇ ਸਨ। ਉਹ ਬਹੁਤ ਛੋਟੀ ਉਮਰ ਦਾ ਸੀਗਾ ਮਹਾਰਾਜਾ ਦਲੀਪ ਸਿੰਘ। ਇਹ ਇਤਿਹਾਸ ਵਿੱਚ ਤਾਂ ਲਿਖਿਆ 12 ਮੁੰਡੇ ਸਨ ਇਹਦੇ, ਪਰ ਜਿਹੜੇ ਵੱਡੇ ਸਨ ਉਹ ਥੋੜ੍ਹੇ ਹੀ ਸਨ। ਇਸ ਕਰਕੇ ਸਾਧ ਸੰਗਤ ਜੀ, ਇੰਨੀ ਭੱਜ ਨੱਠ ਮੱਚ ਗਈ ਸੀ ਪੰਜਾਬ ਦੇ ਵਿੱਚ, ਆਪੋ ਤਾਪ ਪੈ ਗਈ ਕਿ ਮੈਂ ਰਾਜ ਲੈ ਲਾਂ, ਮੈਂ ਲੈ ਲਾਂ। ਸਿੱਖੀ ਬਿਲਕੁਲ ਖਤਮ ਕਰ ਚੁੱਕੇ ਸਨ। ਇਸ ਕਰਕੇ ਸੱਚ ਭਾਵ ਕਰਦੇ ਸਨ ਮਲੇਸ਼ ਖਾਲਸੇ ਦਾ ਨਾਸ਼ ਹੋਵੇ, ਜਿਨ੍ਹਾਂ ਦੀ ਇਸ ਤਰ੍ਹਾਂ ਦੀ ਮਾੜੀ ਬੁੱਧ ਆ ਉਹਨਾਂ ਦਾ ਨਾਸ਼ ਹੋਵੇ, ਅਤੇ ਸੰਤ ਖਾਲਸੇ ਦਾ ਪ੍ਰਕਾਸ਼ ਹੋਵੇ। ਜਿਹੜਾ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖੀ ਸਾਜੀ ਸੀ, ਉਹਨਾਂ ਦਾ ਰਾਜ ਹੋਵੇ। ਮੈਂ ਸਾਧ ਸੰਗਤ ਜੀ, ਸਮਾਂ ਹੋ ਗਿਆ, ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ। ਹੁਣ ਅਰਦਾਸ ਹੋਏਗੀ।